ਕੱਲ ਵੀ ਰਾਤੀ ਮੈਨੂੰ ਵੀਡੀਓ ਮਿਲੀਆਂ ਨੇ ਕਿ ਬਿਲਾ ਪ੍ਰੋਵੋਕੇਸ਼ਨ ਗਾਲਾਂ ਕੱਢਦੇ ਰਹੇ ਨੇ। Yeah. ਅੱਜ ਫੇਰ ਉਹੀ ਕੰਮ ਸ਼ੁਰੂ ਹੋਇਆ। ਇਹ ਫੇਕ ਆਈਡੀ ਹੈ ਥੱਲੇ ਮੁਫਤੀ ਮੁਬਸ਼ਰ ਸ਼ਾਹ ਦੇ ਨਾਂ ਦੀ। ਇਹ ਮੁਫਤੀ ਸਾਹਿਬ ਦੀ ਆਈਡੀ ਨਹੀਂ ਹੈ, ਤੁਸੀਂ ਸ਼ਾਇਦ ਚੈੱਕ ਵੀ ਕਰ ਲਈ ਹੋਵੇਗੀ। ਤੇ ਇੱਕ ਫੇਕ ਆਈਡੀ ਕਰਕੇ ਤੇ ਉਹਨਾਂ ਨੂੰ ਗਾਲਾਂ ਕੱਢੀਆਂ। ਤੇ ਇਹ ਕਿਹੜਾ ਤਰੀਕਾ ਆਪਣਾ ਹੁਸੈਨ ਸਾਹਿਬ? ਸਮਝ ਨਹੀਂ ਆਉਂਦੀ ਕਿ ਕਿਹੜਾ ਉਧਾਰ ਹੈ ਜਿਹੜਾ ਕਿੱਥੋਂ ਮੁਕਾਣਾ ਹੈ। ਕਿਧਰੇ ਸਾਫ ਫਹਿਮੀ ਹੋ ਜਾਏ ਬਹਿ ਕੇ ਇਹ ਚੀਜ਼ਾਂ, ਇਹ ਤੁਹਾਡਾ ਵਿਰਸਾ ਤੁਸੀਂ ਲੈ ਲਓ, ਇਹ ਸਾਡਾ ਵੰਡ ਲਓ। ਜਿਸ ਵਕਤ ਤਕਸੀਮੇ ਪੰਜਾਬ ਹੋਈ ਹੈ ਜਿਹਨੂੰ ਲੋਕ ਆਜ਼ਾਦੀ ਔਰ ਮੁਲਕ ਕਹਿੰਦੇ ਨੇ, ਉਹਦੇ 'ਚ ਵੀ ਤਕਸੀਮ ਕਰਕੇ ਅਸੈਟਸ ਜਿਹੜੇ ਨੇ ਅਲੱਗ ਅਲੱਗ ਕੀਤੇ ਗਏ। ਥੋੜ੍ਹੇ ਬਹੁਤ ਰੌਲੇ ਤੇ ਹੈ ਨਹੀਂ, ਰਹਿੰਦੇ ਹੀ ਨੇ ਨਾਲ, ਲੇਕਿਨ ਜ਼ਿਆਦਾਤਰ ਕੁਝ ਗੱਲਾਂ ਕਲੀਅਰ ਹੋ ਗਈਆਂ। ਮੇਰਾ ਕਹਿਣ ਦਾ ਮਕਸਦ ਹੈ ਕਿ ਅੱਛੇ ਤਰੀਕੇ ਨਾਲ ਬਹਿ ਕੇ ਵੀ ਗੱਲ ਹੋ ਸਕਦੀ ਹੈ, ਵਾਰੀ ਨਾਲ ਵੀ ਗੱਲ ਹੋ ਸਕਦੀ ਹੈ। ਜੇ ਕੋਈ ਬੰਦਾ ਸਾਹਮਣੇ ਨਾ ਹੋਵੇ ਬਿਲਕੁਲ ਹੋ ਸਕਦੀ ਹੈ। ਪਰ ਤੁਸੀਂ ਗਾਲਾਂ ਦਾ ਨਾਂ ਕਿਹਦਾ ਨਾਂ ਰੱਖਿਆ? ਗਾਲਾਂ ਦਾ ਹੀ ਨਾਂ ਗਾਲਾਂ ਤੁਸੀਂ ਹਵਾਲੇ ਪੜ੍ਹਦੇ ਹੋ, ਉਹ ਗਾਲਾਂ ਨੇ ਕਿ ਜਮਾਤ ਅਹਿਮਦੀਆ ਦੇ ਲੋਕ ਤੁਹਾਨੂੰ ਗਾਲਾਂ ਦਿੰਦੇ ਨੇ? ਕੋਈ ਗਾਲਾਂ ਦੀ ਤਸ਼ਰੀਹ ਦੱਸਦੇ ਨੇ ਸਾਨੀ ਸਾਹਿਬ ਮੈਨੂੰ। ਹਾਂਜੀ, ਤੁਸੀਂ ਮੈਨੂੰ ਦੱਸ ਦਿਓ ਜਿਹੜੀ ਆਂਦੇ ਉਹਦਾ ਨਾਂ ਗਾਲ ਰੱਖ ਲੈਣਾ। ਗਾਲਾਂ ਦੀ ਜਿਹੜੀ ਤੁਸੀਂ ਦੱਸਦੇ ਹੋ ਨਾ, ਤੁਸੀਂ ਦੱਸ ਦਿਓ ਉਹਦਾ ਨਾਂ ਗਾਲ ਰੱਖ ਲੈਣੇ, ਦੂਜੀ ਨੂੰ ਆਜ਼ਾਦ ਕਰ ਦਿੰਦੇ ਹੋ ਵੀ ਉਹ ਗਾਲ ਨਹੀਂ। ਤੁਸੀਂ ਆਪੇ ਆ ਕੇ ਕਿਹਾ ਜੀ ਮੈਨੂੰ ਵੀਡੀਓ ਮਿਲੀਆਂ ਨੇ ਗਾਲਾਂ, ਤੇ ਉਹ ਤੇ ਤੁਹਾਡੀਆਂ ਵੀਡੀਓ ਕਈ ਮਿਲਦੀਆਂ ਨੇ ਜਿਹਦੇ ਵਿੱਚ ਤੁਸੀਂ ਗਾਲਾਂ ਦੇ ਨਜ਼ਰ ਆਉਂਦੇ ਨੇ। ਸਾਡਾ ਤਾਂ ਕੋਈ ਬੰਦਾ ਜਵਾਬ ਦਿੰਦਾ ਤੁਹਾਨੂੰ ਨਜ਼ਰ ਨਹੀਂ ਆਉਂਦਾ। ਨਹੀਂ, ਅਸੀਂ ਤੇ ਹਰ ਵੇਲੇ ਦਰਵਾਜ਼ਾ ਖੋਲ ਕੇ ਬੈਠੇ ਹੁੰਦੇ ਆ ਵੀ ਕੋਈ ਵੀ ਬੰਦਾ ਤੇ ਕੋਈ ਲਫ਼ਜ਼ ਮੂੰਹ ਕੱਢਨੇ ਤਾਂ ਸਾਨੀ ਸਾਹਿਬ ਡਰਾਪ ਕਰ ਦਿੰਦੇ, ਤੁਹਾਨੂੰ ਵਾਵਾ ਕੋ 5-10 ਮਿੰਟ ਦੇ ਦਿੰਦੇ ਨੇ। ਨਹੀਂ, ਕਿਸੇ ਬੰਦੇ ਨੇ ਤੁਹਾਨੂੰ ਡਰਾਪ ਕੀਤਾ। ਤੁਸੀਂ ਰਾਤ ਬੜੀਆਂ ਗਾਲਾਂ ਕੱਢੀਆਂ ਨੇ, ਬਲਕਿ ਗੁਸਤਾਖੀਆਂ ਕੀਤੀਆਂ ਨੇ। ਕੋਈ ਬੰਦਾ ਵੀ ਇੱਥੇ ਨਹੀਂ ਸੀ। ਨਹੀਂ, ਤੁਸੀਂ ਉਹ ਨਹੀਂ ਗੱਲ ਸੁਣਦੇ ਨਾ। ਇਹ ਸੁਣਾਉਂਦੇ ਤੁਹਾਨੂੰ। ਇਹ ਬੜਾ ਮਸਲਾ ਹੈ ਕਿ ਤੁਸੀਂ ਦੂਜੇ ਦੀ ਸੁਣ ਲੈਂਦੇ ਹੋ, ਦੂਜੇ ਦੀ ਅੱਖ ਦਾ ਤੁਹਾਨੂੰ ਵਾਲ ਵੀ ਦਿਸ ਪੈਂਦਾ ਤੇ ਆਪਣੀ ਅੱਖ ਦਾ ਸ਼ਤੀਰ ਵੀ ਨਹੀਂ ਦਿਸਦਾ। ਇਹ ਬੜਾ ਮਸਲਾ ਹੈ ਨਾ, ਇਹਦਾ ਕੀ ਕਰੀਏ ਇਲਾਜ? ਇੱਕ ਅੱਖ ਤੋਂ ਨਜ਼ਰ ਨਹੀਂ ਆਉਂਦਾ। ਹੁਣ ਬੰਦਾ ਕਿੰਨੀਆਂ ਅੱਖਾਂ ਰੱਖੇ ਜਿਹਦੇ ਨਾਲ ਨਜ਼ਰ ਆਉਂਦਾ? ਜਿਹੜੀ ਅੱਖ ਚ ਨਜ਼ਰ ਆਉਂਦਾ ਉਹਨਾਂ ਵੀ ਪਤਾ ਲੱਗਣਾ। ਜਿਹੜੀ ਅੱਖ ਚ ਨਜ਼ਰ ਆਉਂਦਾ ਉਹਦੇ ਸ਼ਤੀਰ ਹੈ, ਸ਼ਤੀਰ ਤੇ ਉਹ ਤੁਹਾਨੂੰ ਨਹੀਂ ਦਿਸਦਾ ਪਿਆ। ਸਾਰੇ ਸਾਹਿਬ ਫਿਰ ਬਾਤ ਲੜਾਈ की तरफ जा रही है। ठीक है, यही मसला रहता है यहाँ पर। ਜੇ टीआर भी नहीं नजर आਉਂਦੇ ਤੇ ਗਾਰਡਰ ਕਿੱਥੋਂ ਨਜ਼ਰ ਆਉਣਾ? ਜੇ ਚੰਗੀ ਇਹਨਾਂ ਨੇ ਤੇ ਪੁਰਾਣੇ ਵਕਤਾਂ 'ਚ ਸ਼ਤੀਰ ਹੀ ਪਾਏ ਹੋਣੇ ਨੇ, ਜਿਹੜੇ ਹੁਣ ਕਿੱਥੇ ਨਜ਼ਰ ਆਉਣੇ ਨੇ? ਸਾਡੇ ਤੇ ਭਾਈ ਜਿਹੜਾ ਨਾ ਘਰ ਉਹ ਵਿਸ਼ਕਾਰ ਇੱਕ ਥੰਮੀ ਹੈ ਤੇ ਉੱਤੇ ਦੋਵੇਂ ਪਾਸੇ ਸ਼ਤੀਰ ਹੈ ਤੇ ਉੱਤੇ ਪੱਖਰ ਦੇ ਉਹਦੇ ਦਿਆਰ ਦੇ ਬਾਲੇ ਹੈ। ਚਲੋ ਅਸੀਂ ਵੀ ਚੰਗੇ ਆ, ਅਸੀਂ ਟੀਆਰ ਗਾਰਡਰ ਪਾਏ ਨੇ ਭਾਈ ਤੇ ਦਿਆਰ ਦੇ ਬਾਲੇ ਤੇ ਉਹਦੇ ਉੱਤੇ ਉਹ ਕੀ ਹੁੰਦਾ ਆ ਸੈਣੀ ਸਾਹਿਬ, ਉਹ ਜਿਹੜਾ ਖੂਬਸੂਰਤ ਜਿਹੀ ਕਢਾਈ ਵਾਲੀ ਫੱਟੀਆਂ ਲੱਗੀਆਂ ਉਹਨੂੰ ਕੀ ਕਹਿੰਦੇ? ਪੱਖਰ ਕਹਿੰਦੇ ਨੇ। ਹਾਂ, ਪਹਿਲੇ ਫੱਟੀਆਂ ਵੀ ਹੁੰਦੀਆਂ, ਟਾਇਲਾਂ ਵੀ ਲਾਉਂਦੇ, ਪਤਲੀ ਇੱਟ। ਨਹੀਂ, ਲੱਕੜੀ ਦਾ ਜਿਹੜਾ ਪੱਖਰ ਮੇਰੇ ਨੂੰ ਕਹਿੰਦੇ। ਅੱਛਾ, ਮਾਸ਼ਾਅੱਲਾ ਬਹੁਤ ਅੱਛੇ ਇਹਨਾਂ ਨੇ ਅੱਜ ਬਰਾੜ ਲਾਈ ਸੀ। ਗੱਲ ਕਰ ਲੈਂਦੇ ਆ। ਜਿਹੜੀ ਗੱਲ ਮੈਂ ਪਿਆ ਕਰਨਾ ਉਹ ਤੇ ਕਰਨ ਲੱਗੇ ਨੇ, ਕੋਈ ਸਰਮਨੀ ਕਰਨ ਲੱਗੇ ਨੇ, ਉਹਦੇ ਵਿੱਚ ਹਸੈਨੀ ਸਾਹਿਬ ਇਹਨੂੰ ਦਾਵਤ ਦਿੱਤੀ ਹੈ। ਅਠਵਾਲ ਸਾਹਿਬ ਆਂਦੇ ਨੇ ਫੈਮਿਲੀ ਸਮੇਤ ਆਉਣਾ। ਅਠਵਾਲ ਸਾਹਿਬ ਜੀ ਯਾਰ, ਤੁਸੀਂ ਆਪ ਧੀਆਂ ਵਾਲੇ ਹੋ। ਅਗਲੇ ਦਿਨ ਤੁਸੀਂ ਮੈਨੂੰ ਕਹਿੰਦੇ ਸੀ ਕਿ ਅਸੀਂ ਫੈਮਿਲੀ ਵਾਲੇ ਆ, ਤੇ ਫੈਮਿਲੀ ਵਾਲਾ ਬੰਦਾ ਮੈਂ ਤੇ ਸਗੋਂ ਇਹਨਾਂ ਦੇ ਹੱਕ 'ਚ ਬਰਾੜ ਲਾ ਕੇ ਆਇਆ। ਨਹੀਂ, ਕਹਿਣ ਦਾ ਮਕਸਦ ਹੈ ਕਿ ਜਿਹੜਾ ਬੰਦਾ ਆਪ ਫੈਮਿਲੀ ਵਾਲਾ ਨਾ। ਮੈਂ ਕਿਹਾ ਜਵਾਬ ਸਾਹਿਬ ਤੁਸੀਂ ਅਗਰ ਦੁੱਧ ਪਲਾਈ ਦੀ ਰਸਮ ਦਾ ਕੋਈ ਇਜ਼ਹਾਰ ਕੀਤਾ ਤੇ ਆ ਕੇ ਜਵਾਬ ਦਿਓ ਵੀ ਕਿਉਂ ਤੁਸੀਂ ਕਿਹਾ। ਇਹਦੇ 'ਚ ਕਿਹੜਾ ਕੋਈ ਗਲਤ ਗੱਲ ਹੈ? ਉਹ ਖੁਦ ਹੀ ਕਹਿ ਰਹੀਆਂ ਨੇ ਕਿ ਮੈਂ ਸਰਮਨੀ ਕਰਨੀ ਹੈ ਤੇ ਮੈਨੂੰ ਬੰਦੇ ਚਾਹੀਦੇ ਨੇ, ਕਿੰਨੇ ਕਹੋਗੇ ਤੇ ਨਾਂ ਲਿਖਣੇ ਨੇ। ਯਾਰ ਇਸ ਤਰ੍ਹਾਂ ਜਿਸ ਤਰ੍ਹਾਂ ਅਠਵਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਸੇ ਦੀ ਗੱਲ ਨੂੰ ਮਿਸਕੋਡ ਕਰਕੇ ਤੇ ਆਪਣਾ ਉਹਨੂੰ ਰੰਗ ਪੇ ਪਹਿਨਾਉਂਦੇ ਹੋ ਨਾ, ਇਹ ਚੰਗਾ ਤਰੀਕਾ ਨਹੀਂ ਹੈ। ਅਠਵਾਲ ਸਾਹਿਬ ਇਜਾਜ਼ਤ ਦਿਓ।
ਰਹਿਣ ਦਿਓ, ਨਹੀਂ ਕਰਨੀ ਚਾਹੀਦੀ ਐਸੀ ਗੱਲ। ਜੀ ਮਨਸੂਰ ਸਾਹਿਬ ਠੀਕ ਹੈ ਹੁਸੈਨੀ ਸਾਹਿਬ। ਉਹ ਇੱਕ ਪੰਜਾਬੀ ਦੀ ਮਨਸੂਰ ਸਾਹਿਬ ਕਹਾਵਤ ਤੁਹਾਡੀਆਂ ਵੀ ਅਮਨ ਦੀ ਸਭ ਵੀਡੀਓ ਚਲਾ ਰਹੇ ਨੇ ਕਿ ਇਹਨਾਂ ਦੇ ਗੇਅਰ ਅੜਦੇ ਨੇ, ਇਹ ਕੀ ਚੱਕਰ ਹੈ ਮੈਨੂੰ ਸਮਝ ਨਹੀਂ ਆਈ। ਕਦੋਂ ਮੈਂ ਆਖਿਆ ਗੇਰ ਅੜਦੇ ਨੇ? ਤੇ ਐਵੇਂ ਕੋਲੋਂ ਪਤਾ ਲੱਗ ਜਾਂਦੇ ਅਟਵਾਲ ਸਾਹਿਬ। ਤੁਹਾਡਿਆਂ ਬੰਦਿਆਂ ਨੇ ਆਖਿਆ ਕਿ ਇਹਨਾਂ ਨੂੰ ਪਤਾ ਨਹੀਂ ਜ਼ਹਿਰ ਦੇ ਛੜੇ ਡਾਕਟਰ ਜਾਂ ਕੋਈ। ਮੈਂ ਸੁਣਾਵਾਂ ਮੁਖਾਤਬ ਨੇ, ਮੇਰੇ ਨਾਲ ਮੁਖਾਤਬ ਨੇ, ਉਹਨਾਂ ਨਾਲ ਮੁਖਾਤਬ ਨਾ। ਮੇਰਾ ਨਾਂ ਲੈ ਕੇ ਲੱਗੇ ਨੇ ਨਾ ਇਲਜ਼ਾਮ, ਮੇਰੇ ਤੇ ਲਾਉਣ ਲੱਗੇ, ਤੁਹਾਡੇ ਤੇ ਨਹੀਂ ਲਾਉਣ ਲੱਗੇ। ਮੇਰੇ ਨਾਲ ਗੱਲ ਕੀਤੀ ਹੈ ਸਵੇਰੇ ਨਾ ਆਪਣੀ ਬਰਾਤ ਤੇ ਬਹਿ ਕੇ ਮੈਨੂੰ ਇਲਜ਼ਾਮ ਤੇ ਮੇਰੇ ਤੇ ਲਾਉਣ ਲੱਗੇ ਨੇ ਨਾ ਮਨਸੂਰ ਸਾਹਿਬ, ਨਾ ਤੁਹਾਡਾ ਲੈਣ ਅੜਦੇ ਨੇ। ਤੇ ਸਵਾਰੀ ਪਤਾ ਨਹੀਂ ਕਿੰਨੀ ਦੇਰ ਦੇ ਪਹੁੰਚਾਉਂਦੇ ਹੋਣੇ ਨੇ। ਤੁਸੀਂ ਮੇਰੇ ਸਾਹਮਣੇ ਬਹਿ ਕੇ ਗਿਆ ਅਮਨ ਜੀ ਸਭ ਦੌੜਦੇ ਕਿਉਂ ਜੇ? ਤੇ ਲਫ਼ਜ਼ ਆਪਣੇ ਨਹੀਂ ਯਾਦ ਹਨ ਤੇ ਬਹਰਹਾਲ ਜਿਹੜੇ ਲਫ਼ਜ਼ ਮੈਨੂੰ ਯਾਦ ਨੇ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾਂ। ਤੇ ਇਹ ਜਿਹੜੇ ਲਫ਼ਜ਼ ਤੁਸੀਂ ਕਹਿੰਦੇ ਮੈਨੂੰ ਨਹੀਂ ਯਾਦ ਹਨ ਮੇਰੇ ਮੁਹਤਰਮ ਅਠਵਾਲ ਸਾਹਿਬ। ਇਹ ਸੁਣ ਲੈਂਦੇ ਹਾਂ। ਸੋਹਣੀ ਗੱਲ ਦਾ ਬਿਮਾਰ ਕੌਣ ਹੈ? ਉਹ ਮਨਸੂਰ ਹੈ। ਮਨਸੂਰ ਕੋਈ ਨਾ ਸਲੇਟੀ ਜਿਹੇ ਰੰਗ ਦੀ ਟਿੱਪੀ ਲਾਈ ਉਹਨੇ, ਜਿਹੜਾ ਜਾ ਕੇ ਅੱਛਾ ਮੇਰੀ ਸਾਹਿਬ ਮੈਂ ਨਾਮ ਮੇਰੇ ਤਲਾਕ ਜਿਆਦਾ ਮੇਰੇ ਤਲਾਕ ਕਰ ਮੈਂ ਦਿਲ ਦੀ ਤਕਲੀਫ ਹੈ, ਆਪਰੇਸ਼ਨ ਹੈ, ਥੀਏਟਰ 'ਚ ਬੈਠਾ ਮਰ ਜਾ। ਤੈਨੂੰ ਕਿਤੇ ਡਾਕਟਰ ਟੀਕਾ ਹੀ ਜ਼ਹਿਰ ਵਾਲਾ ਲਾ ਛੜੇ, ਸਾਡੀ ਜਾਨ ਛੋਟੀ ਬਗੈਰ ਤਾਂ। ਇਹ ਗੱਲ ਮੈਂ ਕੀਤੀ ਅਠਵਾਲ ਸਾਹਿਬ? ਤੁਹਾਨੂੰ WhatsApp ਆਣਾ ਕਿ ਅਠਵਾਲ ਸਾਹਿਬ ਇਹ ਗੱਲ ਮੈਂ ਕੀਤੀ ਕਿ ਨਾਸਰ ਬੱਟ ਦੀ ਬਰਾਤ ਜੀ ਦੇ? ਸਾਹਿਬ ਇਹ ਸੁਣਿਆ ਸੀ ਕਿ ਤੁਸੀਂ ਨਾ ਮਤਲਬ ਕਿ ਹੇਰਾ ਫੇਰੀ ਕਰਦੇ ਹੋ। ਉਹ ਸਵੇਰੇ ਤੁਸੀਂ ਸਾਨੀ ਸਾਹਿਬ ਦੀ ਬਰਾਤ ਦੀ ਰਿਕਾਰਡਿੰਗ ਚਲਾਉਣ ਡਏ ਸੀ, ਹੁਣ ਪਤਾ ਨਹੀਂ ਕਿਹੜੀ ਬਰਾਡਿੰਗ ਦੀ ਚਲਾਤੀ ਹੈ। ਇਹ ਜਿਹੜੀ ਇਹ ਕਿਉਂ ਸੈਣੀ ਕਦਰ ਸਾਹਿਬ ਕਰਦੇ ਜੇ? ਮੈਨੂੰ ਇਹਦੇ ਸਮਝ ਉੱਤੇ ਨਹੀਂ ਮੈਂ ਆਉਂਦੀ। ਲਿਖ ਹੁਣ ਹਾਂ, ਇਹਦੇ ਉੱਤੇ ਮਨਸੂਰ ਮੈਂ ਸਾਹਿਬ ਤੁਹਾਡੇ ਸਾਹਮਣੇ ਬੈਠੇ ਨੇ ਤੇ ਉਹ ਕਿੱਡੀ ਬਰਾੜ ਲੱਗੀ ਸੀ ਉਹ ਗੁੱਜਰ SVP ਦੀ ਹੈਂ, ਤੇ ਉਹਦੇ ਉੱਤੇ ਤੁਸੀਂ ਰਿਕਾਰਡਿੰਗ ਬਕਾਇਦਾ ਚਲਾ ਕੇ ਮੈਨੂੰ ਦੱਸਿਆ ਜੀ ਅਠਵਾਲ ਸਾਹਿਬ ਉੱਤੇ ਆਓ ਜਵਾਬ ਦਿਓ, ਤੇ ਤੁਸੀਂ ਮਨਸੂਰ ਸਾਹਿਬ ਦਾ ਨਾਂ ਲਿਆ ਜੀ, ਇਹਨਾਂ ਦੇ ਤੇ ਗੇਰ ਅੜਦੇ ਨੇ। ਉਹ ਕਿਉਂ ਐਵੇਂ ਮਾਰੀ ਜਾਂਦੇ ਹੋ ਅਠਵਾਲ ਸਾਹਿਬ? ਇਹ ਜਿਹੜੀ ਮੈਂ ਅੱਛਾ ਮੇਰੀ ਗੱਲ ਸੁਣੋ कर लो आप। ਇਹ ਜਿਹੜੀ ਇਹ ਵੀ ਮੈਂ ਲਿਖਿਆ है ये टिकटॉक लाइव ये सैनी साहब की बराड का गैर रतमी गैर सरकारी नतीजा है लिखिया सैनी साहब ਦਾ ਨਾਂ ਇਹਦੇ ਤੇ ਵੀ। सैनी साहब देखी तुम वीडियो? मैं $1000 नाम दे दांगा, खोते ना जान 10 दिन पूरे $1000 ਨਾਮ ਦੇ ਅੜਾਂਗਾ। ਜੇ ਕੋਈ ਵੀ ਵੜ ਗਿਆ ਨਾ ਇਹਨਾਂ ਜਾਂ ਖੰਜੀਰਾਂ ਚੋਂ, ਮੈਨੂੰ ਨੀਵੇਂ ਦਾ ਭਾਲਿਓ ਕੱਲਾ ਮੈਂ ਬੰਬਾਸਟਰ ਬੈਠਾ ਹੋਇਆ। ਇਹ ਚੜਦੇ ਨੇ ਜਾ ਕੇ ਆਪਣੀ ਧੂਣੀ ਦੇ ਲੈਂਦੇ ਨੇ, ਆਪਣੀ ਧੂਣੀ ਦੇ ਲੈਂਦੇ, ਇੱਧਰੋਂ ਚੁੱਕਣਗੇ, ਇੱਧਰ ਨੂੰ ਚੁੱਕਣਗੇ, ਉੱਧਰ। ਇੱਕ ਬੰਦਾ ਨਾ ਉੱਥੇ ਟਿਕੇ, ਬੰਬਾਸਟਰ ਕੱਲਾ ਹੀ ਉੱਥੇ ਅੱਜ ਬਸ਼ਰ ਦਾ ਗਿਆ 2 ਦਿਨ, ਉਹਦੀਆਂ ਟੰਗਾਂ ਖਿੱਚਣੀਆਂ ਸ਼ੁਰੂ ਕਰਦੇ ਪਲਾਟਾਂ 'ਚ ਬਹਿ ਕੇ। ਐਂ ਚੱਲਾ ਜਾਣਾ ਚੰਨ ਚੂਚਿਆ ਕਹਿਤਾ ਚੰਨ ਚੂਚਿਆ ਕਹਿਤਾ। ਤੁਸੀਂ ਸਾਰੇ ਚੂਤੀਆਂ ਨਹੀਂ, ਤੁਸੀਂ ਭੜਵੇ ਹੋ। ਉਹਨੇ ਤੁਹਾਨੂੰ ਘੱਟ ਗਿਆ, ਤੁਸੀਂ ਉਹ ਕੁੱਤੀ ਦੇ ਬੱਚਾ ਕਿਤੇ ਮਗਰ 18 ਕੁੱਤੇ ਲੱਗੇ ਹੁੰਦੇ ਨੇ, ਤੁਸੀਂ ਉਹਨਾਂ ਕੁੱਤੀਆਂ ਦੇ ਬੱਚੇ ਹੋ। ਉਹਨੇ ਤੁਹਾਨੂੰ ਚੂਤੀਆਂ ਤੁਹਾਨੂੰ ਉਹਨੇ ਘੱਟ ਆਖਿਆ। ਤੁਹਾਨੂੰ ਆਖਣਾ ਚਾਹੀਦਾ ਹੈ ਕਿ ਤੁਸੀਂ ਉਹਨਾਂ ਕੁੱਤੀਆਂ ਦੇ ਬੱਚੇ ਹੋ ਜਿਹਦੇ ਮਗਰ 18 20 ਕੁੱਤੇ ਟਾਗ ਕੋਈ ਭੈਣ ਚੋ ਡੱਬਾ, ਕੋਈ ਚੀਨਾ, ਕੋਈ ਕਾਲਾ, ਕੋਈ ਚਿੱਟਾ ਲੱਗਾ ਹੁੰਦਾ ਨਾ, ਤੁਸੀਂ ਉਸ ਕੁੱਤੀ ਦੇ ਬੱਚੇ ਹੋ। ਤੁਹਾਨੂੰ ਉਹਨੇ ਘੱਟ ਆਖਿਆ ਹੈ। ਜੇ ਕੋਈ ਬੰਦਾ ਜਾਂਦਾ ਤੇ ਉਹਦੇ ਕਹਿੰਦੇ ਇਹ ਜਾ ਕੇ ਚੜ ਜਾਂਦੇ ਨੇ ਉੱਤੇ। ਦਿਲ 'ਚ ਪਰੇਸ਼ਾਨ ਹੈ, ਕੋਈ ਭੈਣ ਚੋ ਖੰਘ ਦਾ ਮਰੀਜ਼ ਹੈ, ਕੋਈ ਭੈਣ ਚੋ ਲੱਕਵੇ ਦਾ ਮਰੀਜ਼ ਹੈ, ਜਾ ਕੇ ਫੁੰਡ 'ਚ ਟਿਕਟੋਕ ਇਹਨਾਂ ਦੀ ਪਤਾ ਨਹੀਂ ਕਿੰਨੇ। ਮੈਨੂੰ ਬੰਦਾ ਟਕਰਾ, ਮੈਂ ਉਹਨਾਂ ਦਾ ਸਿਰਾਂ ਚਿੱਟਾ ਮਾਰਾ ਜਿੰਨੇ ਨੇ ਇਹਨਾਂ ਬੰਦਿਆਂ ਨੂੰ ਟਿਕਟੋਕ ਡਾਊਨਲੋਡ ਕਰਕੇ ਦਿੱਤੀ। ਇਹ ਕੰਜਰ ਕਿੱਦਾਂ ਆ ਗਏ ਨੇ, ਇਹ ਜਿਹੜੇ ਆ ਚੰਦ ਖੋਤੇ ਨੇ ਨਾ, ਜੇ ਕਿੱਦਾਂ ਆ ਗਿਆ ਰਾਣੇ ਨਾਲ ਦੇ ਖੋਤੇ ਡਿਗਰੀਆਂ ਲੈ ਕੇ ਥੂ ਤੇਰੀ ਡਿਗਰੀ ਦੇ ਉੱਤੇ, ਤੇਰੀ ਇਹੋ ਜਿਹੀ ਸ਼ਕਲ ਦੇ ਉੱਤੇ ਭੈਣ ਚੋਦੋ ਗੁਸਤਾਖੀਆਂ ਸਾਰੀਆਂ WhatsApp ਕਰਵਾਉਂਦੇ ਨੇ। ਹਸੈਨੀ ਵੀ ਜਿਹੜਾ ਨਾ ਇਹ ਉਹਨੂੰ ਅਗਰ ਤੁਹਾਡੇ ਵਾਲੀ ਗੱਲ ਠੀਕ ਹੈ ਖੁੱਲਾ ਛੱਡਿਆ ਜਾਏ, ਦੱਲੇ ਨਾ ਭੜਵੇ ਜਾਣ। ਇੱਕ ਬੰਦਾ ਨਾ ਮੈਂ ਤੁਹਾਨੂੰ ਦੱਸਣ ਡਿਆ ਖੰਗੇ ਉੱਤੇ ਨਾ ਇਹ ਖਲੋਣ ਉੱਤੇ। ਅਬ ਮਾਸਟਰ ਕਹਿੰਦੇ ਪੜਿਆ ਲਿਖਿਆ ਬੰਦਾ ਜੇ ਏਡਾ ਕੋਈ ਮਾੜਾ ਬੰਦਾ ਨਹੀਂ, ਗੱਲ ਦੀ ਹਰ ਗੱਲ ਦੀ 2 ਮਹੀਨੇ ਦੀ ਗੱਲ ਅੱਗੇ ਲਿਆ ਕੱਢਦਾ ਕਿ ਤੂੰ ਫਲਾਣੀ ਨਹੀਂ ਦੱਲਿਆ ਕੀਤੀ। ਇਹ ਅੱਛਨੇ ਵਾਲੀ ਕਰਾਂ ਚੱਲਾ ਬੋਲ ਕੇ ਲੈ ਲੋ ਜਾ ਕੇ ਬਾਹਰ ਇਹ ਬਗੈਰਤ ਨੇ ਨਾ। ਇਹ WhatsApp ਖੀਰ ਦੁਖੀ ਹੋਇਆ ਮੈਂ, ਇੰਜ ਦੀ ਕਦੀ ਬਕਵਾਸ ਕੀਤੀ ਨਹੀਂ, ਪਰ ਇਹ ਬੜੇ ਬਿਮਾਰ ਹੈ। ਸੋਹਣੀ ਗੱਲ ਦਾ ਬਿਮਾਰ ਕੌਣ ਹੈ?
ਉਹ ਮਨਸੂਰ ਕੋਈ ਨਾ ਸਲੇਟੀ ਚ ਰੰਗ ਦੀ ਟਿੱਪੀ ਲਾਈ ਉਹਨੇ ਜਿਹੜਾ ਜਾ ਕੇ ਅਸਲਾਮ ਅਲੈਕੁਮ ਸਾਹਿਬ ਮੈਂ ਨਾਮ ਬੇਰਲੀ ਤਵਾਕ ਜਿਹੜਾ ਮੇਰੇ ਲਈ ਤਵਾਕ ਕਰ ਮੇਰਾ ਦਿਲ ਦੀ ਤਕਲੀਫ ਮੈਂ ਆਪਰੇਸ਼ਨ ਵਾਲੇ ਪੇਟਾਂ ਚ ਬੈਠਾ ਮਰ ਜਾ ਤੈਨੂੰ ਕਿਤੇ ਡਾਕਟਰ ਟੀਕਾ ਹੀ ਜ਼ਹਿਰ ਵਾਲਾ ਛੜੇ ਸਾਡੀ ਜਾਨ ਸੋਚੀ ਬਗਾਰਦਾ ਲੋ ਜੀ ਅਠਵਾਲ ਸਾਹਿਬ, ਇਹਦੇ 'ਚ ਕੋਈ ਮੇਰਾ ਲਫ਼ਜ਼ ਹੈ? ਇਹ ਤੇ ਸੈਣੀ ਸਾਹਿਬ ਦੀ ਬਰਾੜ ਦੇ ਬਾਰੇ ਤੁਹਾਡੇ ਆਪਣੇ ਅਹਿਮਦੀ ਭਰਾ ਵੀ ਤਬਸਰਾ ਕਰਦੇ ਨੇ, ਮੇਰਾ ਤਾਂ ਕੋਈ ਲੈਣ ਦੇਣ ਨਹੀਂ। ਪਰ ਮੈਂ ਆਨਾ ਸੀ ਕਿਤੇ ਅੱਗੇ ਜਾ ਕੇ ਰੋਈਏ ਅਠਵਾਲ ਸਾਹਿਬ। ਅਠਵਾਲ ਸਾਹਿਬ ਇਹ ਵੀ ਸੁਣਿਓ ਜਰਾ। ਮੈਂ ਕਿਹਾ ਕਿਹਦੀ ਆਵਾਜ਼ ਹੈ ਜਿਹੜੀ ਹੁਣ ਤੁਸੀਂ ਲਗਾਈ ਹੈ? उस कनाडा वाले बेगारत के बारे में, दाई उस अल्लाह दल्ले के बारे में, उस खंजीर के बारे में, नासिर भट्ट साहब दी बराड़ वो दल्ला, वो दल्ले, तवज्जो, बैठ जा, तवज्जो, वो दल्ले अंदर डॉक्टर दे पुत्रा, वो बादरी, वो सूरा, वो मुमताज का मंसूर साहब ये सुनी है सारी, ये कोई अहमदियों के खिलाफ बोल रहे ने? ਨਹੀਂ ਸੈਣੀ ਸਾਹਿਬ ਸੁਣ ਲਓ ਨਾ, ਜੇ ਉਹ ਵੀ नहीं ਸੁਣਾ वो ਰਹੇ सुनी ਨੇ, ਉਹਨਾਂ ਦੀ ਵੀ ਸੁਣ एक बार सुनी मेरे को अपने को रिकॉर्डिंग पे ही है और इतने कोई आदमी नहीं कहेगा जड़ा कहे वैसी है पहले नहीं कदे सुनी। मतलब जे ते फरमाइश है बाकियां दी सुनन दी ते बिस्मिल्लाह जरूर ਅਸੀਂ ਸੁਣਨੇ ਆ ਮੈਂ ਵੇਖ ਲੈਣਾ ਸਕਰੀਨ ਜਿਹੜਾ ਜਿਹੜਾ ਤੇਰੇ ਬਰਾੜ ਲਾਈ ਸੀ ਨਾ ਉਹ ਅਠਵਾਲ ਇੱਕ ਮਿੰਟ ਐਸਾ ਨਹੀਂ ਸਾਹਿਬ, ਜਿਹੜੀ ਇਸ ਤੋਂ ਪਹਿਲੇ ਵੀਡੀਓ ਚ ਆ ਰਹੀ ਸੀ, ਇਹ ਕਿਹਦੀ ਫਰਮਾਇਸ਼ ਸੀਗੀ? ਇਹੋ ਹੀ ਤਾਂ ਮੈਂ ਪੁੱਛਿਆ ਉਹਨਾਂ ਨੂੰ ਕਿ ਕਿਹਦੀ ਆਵਾਜ਼ ਹੈ ਇਹ? ਉਹਨਾਂ ਦੇ ਅਲਾਮਾ ਸਾਹਿਬ ਦੇ ਤੇ ਇਹਨਾਂ ਦੇ ਅਕਬਾਲ। ਮੈਂ ਜਵਾਬ ਦੇਣਾ ਅਸਲ ਦੇ ਵਿੱਚ ਨਹੀਂ ਸਾਡੀ ਸਾਹਿਬ, ਮੇਰੀ ਤੇ ਤੁਹਾਡੀ ਗੱਲ ਜਵਾਬ ਤਾਂ ਦੇਣ ਦਿਓ ਨਾ। ਮੈਂ ਸਾਡੀ ਮੇਰੇ ਬਾਰੇ ਉਹਨਾਂ ਨੂੰ ਨਹੀਂ ਪਤਾ ਮੈਂ ਕਿਉਂ ਚਲਾਈ ਹੈ, ਮੈਂ ਦੱਸਣਾ ਮੈਂ ਕਿਉਂ ਚਲਾਈ। ਨਹੀਂ ਮੇਰੀ ਸਾਡੀ ਸਾਹਿਬ ਨਾਲ ਗੱਲ ਅਠਵਾਲ ਸਾਹਿਬ ਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਤੂੰ ਮਨਸੂਰ ਸਾਹਿਬ ਨੂੰ ਤੂੰ ਆਖਿਆ ਕਿ ਉੱਥੇ ਪਤਾ ਨਹੀਂ ਇਹਨਾਂ ਦਾ ਗੇਰ ਰੜਦਾ। ਮੈਂ ਕਿਹਾ ਮੈਂ ਨਹੀਂ ਆਖਿਆ, ਤੁਹਾਡੇ ਆਪਣੇ ਅਹਿਮਦੀ ਭਰਾਵਾਂ ਨੇ ਆਖਿਆ, ਮੈਂ ਉਹ ਸਬੂਤ ਦਿੱਤਾ ਤਾਂ ਮੈਂ ਵੀਡੀਓ ਚਲਾਈ। ਹੁਣ ਗੱਲ ਅਮਨ ਨਦੀਰ ਸਾਹਿਬ, ਤੁਸੀਂ ਸਵੇਰੇ ਜਿਹੜੀ ਗੁੱਜਰ ਐਸਵੀਪੀ ਦੀ ਬਰਾੜ ਸੀ ਉਹਦੇ ਉੱਤੇ ਜਿਹੜੀ ਚਲਾਈ ਹੈ, ਉਹਦੇ ਤੇ ਸੈਣੀ ਸਾਹਿਬ ਦੀ ਬਰਾੜ ਦਾ ਉਹ ਵੀਡੀਓ ਉਹਨੇ ਚਲਾਈ ਹੈ ਯਾਰ। ਉੱਥੇ ਪਤਾ ਨਹੀਂ 8 ਘੰਟੇ ਬਰਾੜ ਲੱਗੀ ਰਹੀ। ਬੈਠਾ ਮਨਸੂਰ ਸਾਹਿਬ ਬੈਠੇ, ਤੁਸੀਂ ਕਿਹਾ ਜੀ ਇਹ ਵੇਖੋ ਤੁਹਾਡੇ ਮਨਸੂਰ ਸਾਹਿਬ ਦੇ ਗੇਰ ਅੜਨ ਦੇ ਨੇ। ਮੈਂ ਨਹੀਂ ਆਖਿਆ ਐਜ ਰਿਕਾਰਡਿੰਗ ਕੋਲ ਰਿਕਾਰਡਿੰਗ ਮੈਂ ਚਲੋ ਅੱਗੋਂ ਤੋਂ ਕਰ ਲਿਆ ਕਰਾਂਗਾ। ਨਹੀਂ ਅੱਜ ਅਗਰ ਇਹ ਗੱਲ ਉੱਥੇ ਹੋਈ ਹੈ ਤੇ ਤੁਸੀਂ ਰਿਕਾਰਡਿੰਗ ਪੇਸ਼ ਕਰੋ ਤੇ ਮੈਂ ਸੌਰੀ ਵੀ ਕਰ ਲਾਂਗਾ, ਮਾਜ਼ਰਤ ਕਰ ਲਾਂਗਾ। ਮੈਂ ਨਹੀਂ ਮੈਂ ਰਿਕਾਰਡਿੰਗਾਂ ਤੁਹਾਡੇ ਤਰ੍ਹਾਂ ਇਦਾਂ ਰਿਕਾਰਡਿੰਗਾਂ ਨਹੀਂ ਕਰਦਾ। ਹਾਂ ਅੱਗੋਂ ਤੋਂ ਮੈਂ ਮਤਲਬ ਕਰਿਆ ਕਰਾਂਗਾ। ਫਿਰ ਐਵੇਂ ਝੂਠਾ ਇਲਜ਼ਾਮ ਵੀ ਲਾਉਂਦੇ ਹੋ ਨਾ ਆਪਣਾ ਅਠਵਾਲ ਸਾਹਿਬ। ਮੈਂ ਨਹੀਂ ਇਹ ਗੱਲ ਕਹੀ। ਹਾਂ ਇਹਦੇ ਲਈ ਕਿਹੜਾ ਇਲਜ਼ਾਮ ਹੈ ਜੀ? ਤੁਸੀਂ ਮਤਲਬ ਹੋਰ ਕੋਈ ਰਿਕਾਰਡਿੰਗ ਚਲਾ ਇਹ ਤੁਹਾਡੇ ਆਪਣੇ ਅਹਿਮਦੀ ਭਰਾ ਨੇ ਗੱਲ ਕੀਤੀ, ਮੈਂ ਨਹੀਂ ਕੀਤੀ ਮਨਸੂਰ ਸਾਹਿਬ ਦੇ ਬਾਰੇ। ਮੈਂ ਤੁਹਾਡੀ ਵੀ ਹੈਂਡੀਕੈਪ ਮੈਂ ਤਾਂ ਨਹੀਂ ਉਹਨਾਂ ਨੂੰ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੈਨੂੰ ਪਤਾ ਹੈ ਮੇਰੀ ਗੱਲ ਸੁਣੋ ਅਠਵਾਲ ਸਾਹਿਬ, ਮੈਂ ਤੁਹਾਨੂੰ ਕੱਲ ਵੀ ਆਖਿਆ ਤੁਸੀਂ ਜਿਹੜੇ ਲਫ਼ਜ਼ ਅਦਾ ਕੀਤੇ ਨੇ ਉਹ ਮੈਂ ਤੁਹਾਨੂੰ ਕਹਿ ਰਿਹਾ। ਮੈਂ ਦੱਸਣਾ ਨਾ, ਮੈਂ ਕਿਸੇ ਦੀ ਵੀ ਹੈਂਡੀਕੈਪ ਦੇ ਬਾਰੇ ਗੱਲ ਨਹੀਂ ਕਰਦਾ। ਜੇ ਤੁਹਾਡੀ ਲੱਤ ਨਹੀਂ ਤੇ ਮੇਰੀ ਦਾ ਪਤਾ ਨਹੀਂ ਕੱਲ ਦਾ ਵਸਾ ਨਹੀਂ। ਜੇ ਕਿਸੇ ਦੀ ਜ਼ੁਬਾਨ ਨਹੀਂ, ਮੈਂ ਇੱਕ ਗੱਲ ਪਿਆ ਕਰਨਾ ਗੱਲ ਕਰੋ ਜਿੰਨਾ ਦੀ ਗੱਲ ਹੋਣੀ। ਲੱਤਾਂ ਬਾਹਾਂ ਜ਼ੁਬਾਨ ਇਹ ਸਭ ਰੱਬ ਦੀਆਂ ਦਿੱਤੀਆਂ ਨੇ, ਕਿਸੇ ਬੰਦੇ ਦਾ ਆਪਣਾ ਕੋਈ ਜ਼ਾਤੀ ਕਮਾਲ ਤੇ ਨਹੀਂ ਦੇ। ਅਠਵਾਲ ਸਾਹਿਬ ਇਹ ਦੱਸੋ ਕਿ ਤੁਸੀਂ ਇੱਕ ਉਹਨਾਂ ਤੇ ਇੱਕ ਇਲਜ਼ਾਮ ਲਾਇਆ ਜਿਹੜਾ ਤੁਸੀਂ ਪ੍ਰੂਫ ਨਹੀਂ ਕਰ ਸਕੇ, ਫਿਰ ਉਹਨਾਂ ਨੇ ਉਹ ਤੇ ਮੈਂ ਉਹਨਾਂ ਨਾਲ ਬਾਅਦ ਚ ਗੱਲ ਕਰਦਾ ਨਾ ਸੈਣੀ ਸਾਹਿਬ ਦੇ ਨਾਲ। ਉਹ ਦੂਸਰੀ ਤੁਸੀਂ ਉਹਨਾਂ ਤੇ ਇਲਜ਼ਾਮ ਕਿਉਂ ਲਾਇਆ ਜਦੋਂ ਤੁਹਾਡੇ ਕੋਲ ਇੱਕ ਚੀਜ਼ ਦਾ ਪ੍ਰੂਫ ਹੀ ਨਹੀਂ ਹੈ? ਉਹ ਇਹ ਚੀਜ਼ ਦਾ ਇਹੀ ਤੇ ਮੌਕਾ ਲੱਭਦੇ ਐਸੀ ਗੱਲ ਕਰੋ। ਜਿਹੜਾ ਇਹ ਨਹੀਂ ਏਡੀ ਗਰੁੱਪ ਦੀ ਉਹਨੇ ਲਾਈਵ ਲਾਈ ਸੀ, ਉਹਦੇ ਤੇ ਬਹਿ ਕੇ ਇਹਨਾਂ ਨੇ ਥੱਲੇ ਮੈਂ ਗਿਆ ਤੇ ਇਹਨਾਂ ਨੇ ਸੁਣਾਇਆ ਮੈਨੂੰ। ਠੀਕ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਕੁਝ ਹੋਇਆ, ਲੇਕਿਨ ਥੋੜਾ ਹੁੰਦਾ ਕਿ ਇੱਥੇ ਕੀ ਚੀਜ਼ ਹੈ, ਇੱਥੇ ਮਹਿਫਿਲ 'ਚ ਬੈਠੇ ਹੋ, ਤੁਹਾਨੂੰ ਚੀਜ਼ ਪ੍ਰੂਫ ਕਰਨੀ ਪੈਣੀ ਜਿਹੜੀ ਤੁਸੀਂ ਕਿਸੇ ਦੇ ਨਹੀਂ ਪ੍ਰੂਫ। ਮੈਂ ਜਦੋਂ ਕਿਹਾ ਜੀ ਉਹਨਾਂ ਨੇ ਮੈਨੂੰ ਕਿਹਾ ਤੇ ਤੁਸੀਂ ਮੇਰੇ ਤੇ ਇਤਬਾਰ ਕਰੋ। ਨਹੀਂ ਬਿਹਤਰ ਇਹ ਹੈ ਕਿ ਇਹ ਬੰਦੇ ਨੂੰ ਬੰਬਾਸਟਕ ਭਾਈ ਵਾਲੇ ਆ ਸਕਦੇ ਨੇ, ਉਹ ਆ ਗਏ ਨੇ ਤੇ ਉਹ ਆਪੇ ਵਾਲੇ ਆ ਲੈਣਗੇ। ਉਹ ਠੀਕ ਹੈ, ਉਹ ਕਰ ਦਿੰਦੇ ਉਹਨਾਂ ਦੇ ਹਵਾਲੇ। ਇਸ ਤੋਂ ਪਹਿਲਾਂ ਮੈਂ ਥੋੜੀ ਦੇਰ ਵਾਸਤੇ ਗਿਆ ਤੇ ਕੀ ਪੰਗਾ ਪੈ ਗਿਆ। ਉਹ ਆਮਦ ਮਸਾ ਕੋਈ ਆਏ ਨੇ ਪਿਆਂਦੇ ਨੇ ਜੀ, ਆਮ ਦੀ ਗਾਲਾਂ ਕੱਢਦੇ ਨੇ, ਫਿਰ ਵੀਡੀਓ ਆਈਆਂ ਨੇ। ਆਜੋ ਕੱਢਦੇ ਨੇ ਯਾਰ, ਮੁਸਲਮਾਨ ਤੇ ਮੈਂ ਇਹਨਾਂ ਨੂੰ ਪੁੱਛਿਆ ਗਾਲਾਂ ਦੀ ਤਸ਼ਰੀਹ ਦੱਸੋ, ਕੀ ਗਾਲਾਂ ਦੀ ਤਸ਼ਰੀਹ? ਨਹੀਂ ਮੈਂ ਪੁੱਛਣ ਲੱਗਾ ਸੀ ਸਾਨੀ ਸਾਹਿਬ ਨੂੰ ਪੁੱਛਣ ਲੱਗਾ ਸੀ। ਬੰਬਾਸਟਰ ਸਾਹਿਬ ਇਹਨਾਂ ਨੇ ਇੱਕ ਵੀਡੀਓ ਬਗੈਰ ਸਾਨੀ ਸਾਹਿਬ ਦੀ ਇਜਾਜ਼ਤ ਤੋਂ ਲਗਾਈ ਏ ਕਿ ਇੰਜ ਤੁਹਾਡੇ ਐਮ ਦੀ ਗੱਲ ਕਰਦੇ ਨੇ, ਤੇ ਮੈਂ ਇਹ ਸਾਨੀ ਉਹ ਜੋ ਮੈਂ ਇੱਕ ਵੀਡੀਓ ਮੈਂ ਲਾਈ ਏ
ਤੇ ਉਹ ਫੌਰਨ ਬੰਦ ਕਰ ਦਿੱਤੀ ਗਈ ਹੈ ਕਿ ਵੀ ਤੂੰ ਇਹ ਨਹੀਂ ਸੁਣਾਣੀ ਹੈ, ਸਾਡੇ ਕੋਲ ਆ ਚਲੋ ਰਹੀ ਹੈ। ਸ਼ੁਰੂ ਉਹਨੂੰ ਕਰ, ਇਹ ਬਹੁਤ ਅੱਛੀ ਗੱਲ। ਮੈਂ ਮਾਦਰਤ ਕਰਨਾ ਨਹੀਂ ਨਹੀਂ ਹੋ ਗਈ ਨਹੀਂ ਯਾਰ, ਮੈਂ ਮਾਦਰਤ ਮੇਰੀ ਮਾਦਰਤ ਕੰਪਲੀਟ ਕਰ ਲਓ ਨਾ। ਨਹੀਂ ਉਹ ਯਾਰ, ਮਾਦਰਤ ਨਹੀਂ ਸੈਣੀ ਉਹ ਮਨਸੂਰ ਸਾਹਿਬ ਮਾਦਰਤ ਵੀ ਕਬੂਲ ਕਰ ਲਓ। ਯਾਰ ਦੋਵੇਂ ਬੱਚੇ ਚੁੱਪ ਕਰ ਜਾਓ, ਇੱਕ ਮਿੰਟ ਬੱਚਿਓ। ਮੈਂ ਮਾਦਰਤ ਕਰਨਾ, ਤੁਸੀਂ ਉਹ ਵੀਡੀਓ ਲਾਓ ਜਿਹੜੀ ਗੈਰ ਅਹਿਮਦੀਆਂ ਦੇ ਮੁਤਲਕ ਕਰਦੇ ਨੇ, ਫਿਰ ਉਹ ਲਾਣਗੇ ਜਿਹੜੇ ਅਹਿਮਦੀ ਗੈਰ ਅਹਿਮਦੀਆਂ ਦੇ ਮੁਤਲਕ, ਤੇ ਵਾਰੀ ਲਾਉਂਦੇ ਜਾਓ। ਬਿਸਮਿਲ੍ਲਾ। ਕੋਈ ਇਤਰਾਜ਼ ਨਹੀਂ। ਤਿਆਰ ਲੜਿਆ ਕਰੋ ਲਾਣਗੇ ਮਨਸੂਰ ਸਾਹਿਬ ਨੂੰ, ਰੁਕੋ। ਇਹਨਾਂ ਨੂੰ ਆਖੋ ਵੀ ਲਾਓ ਤੁਸੀਂ ਮੌਲਾਨਾ ਖਾਦਮ ਰਿਜ਼ਵੀ ਦੀ, ਤੇ ਮੈਂ ਲਾਨਾ ਵਾ ਅਗਲੀ, ਮੇਰੇ ਕੋਲ ਖੱਬੇ ਹੱਥ ਪਈ ਫੜੀ ਪਈ ਹੈ। ਆਪਣਾ ਲਾਮਾ ਸਾਹਿਬ ਇਹ ਖਾਦਮ ਰਿਜ਼ਵੀ ਦੀ ਲਾਂਦੇ ਤੇ ਤੁਸੀਂ ਸਾਡੇ ਖਲੀਫਾ ਦੀ ਗਾਲਾਂ ਦੀ ਵੀਡੀਓ ਲਾ ਦਿਓ। ਹਾਂ ਲਾ ਦਿਆਂਗੇ ਹਾਂਜੀ, ਉਹਨਾਂ ਨੇ ਜਿਹੜੀਆਂ ਕੱਢੀਆਂ ਨੇ ਗਾਲਾਂ, ਉਹ ਦਿੱਲੇ ਉਹ ਪਾਦਰੀ, ਨਹੀਂ ਉਹ ਜ਼ਾਨੀ ਆਖਿਆ, ਜ਼ਾਨੀ ਜ਼ਾਨੀ ਆਹੋ ਲਾ ਦਿਓ ਲਾਓ ਉਹ ਲਾਂਦੇ। ਚਲੋ ਜੀ ਤੁਸੀਂ ਲਾਓ ਜੀ ਮਨਸੂਰ ਸਾਹਿਬ ਪਲੇ ਕਰੋ। ਮਨਸੂਰ ਸਾਹਿਬ ਪੂਰਾ ਅਮਨ ਨਜ਼ੀਰ ਪਹਿਲੇ ਲਾ ਦੋ, ਅਮਨ ਨਜ਼ੀਰ ਪਹਿਲੇ ਤੂੰ ਲਾ। ਮੈਂ ਆਪਣੇ ਹਿੱਸੇ ਦੀ ਚਲਾ ਦਿੱਤੀ ਹੈ, ਮੈਂ ਇਸ ਗੱਲੇ ਨਹੀਂ ਸੀ ਚਲਾਈ, ਨਹੀਂ ਲੇਕਿਨ ਮਨਸੂਰ ਸਾਹਿਬ ਅਸੀਂ ਤਾਂ ਆਪਣੀ ਓ ਵਾਰੀ ਯਾਰ ਰੋਲਾ ਪਾ ਕੇ ਉੱਚੀ ਆਵਾਜ਼ 'ਚ ਗੱਲ ਕੀਤੀ ਹੈ, ਬੰਦਾ ਸੱਚਾ ਹੋ ਜਾਂਦਾ ਹੈ। ਮੈਂ ਕਹਿੰਦਾ ਮੈਂ ਆਪਣੀ ਲਾ ਲਈ ਹੈ ਤੇ ਇਹਨੂੰ ਆਪਣੀ ਲਾਣੀ ਚ ਲਾ ਲਿਓ। ਉਹ ਤੂੰ ਪੜਾ ਪਾਉਗੀ। ਓ ਯਾਰ ਲਾ ਯਾਰ ਅਮਨ ਅਟਵਾਲ ਨਜ਼ੀਰ ਸਾਹਿਬ ਤੁਹਾਡੀ ਤੇ ਆਵਾਜ਼ ਹੀ ਨਹੀਂ, ਅਟਵਾਲ ਸਾਹਿਬ ਪਿੱਛੇ ਨਿਕਲਦੀ, ਤੁਸੀਂ ਦੇ ਪਿੱਛੇ ਐਵੇਂ ਹੀ ਜ਼ੋਰ ਤੇ ਅਮਨ ਨਜ਼ੀਰ ਲਾ ਯਾਰ ਆਡੀਓ ਲਾ ਗਾਲਾਂ ਦੀ ਆਡੀਓ ਮੈਂ ਲਾ ਦਿੱਤੀ ਏ, ਮੈਂ ਲਾ ਦਿੱਤੀ ਏ। ਮੇਰੇ ਖਲੀਫਾ ਦੀ ਹੁਣ ਤੁਹਾਡੀ ਵਾਰੀ ਹੈ, ਜੇ ਵੀਡੀਓ ਖੇਡਣਾ ਹੈ ਤੇ ਲਾ ਕੇ ਤੇ ਚੈੱਕ ਕਰ। ਨਹੀਂ ਸਾਡੇ ਖਲੀਫਾ ਦੀ ਲਾ ਗਾਲਾਂ ਦੀ ਆਡੀਓ ਲਾ, ਸ਼ਾਬਾਸ਼। ਉਹ ਲਾਂ ਦੇ, ਲੋੜ ਪਈ ਤੇ ਲਾਂ ਦੇ, ਅੱਛਾ ਲਾਂਦੇ ਲੋੜ ਪਈ ਤੇ ਲਾ ਦੇਾਂਗੇ। ਤਾਂ ਹੁਣ ਫਿਰ ਆਖੀ ਜਾ ਤੂੰ ਫਿਰ ਤੇ ਮੈਂ ਬਿਆਨ ਨਾ ਤੇ ਚਲੋ ਠੀਕ ਹੈ ਜੀ, ਗੱਲ ਮੁੱਕ ਗਈ ਸਾਰੀ, ਬਿਹਤਰੀਨ ਹੋ ਗਈ। ਹੁਸੈਨੀ ਸਾਹਿਬ ਤੁਹਾਡੇ ਕੋਲੋਂ ਮੇਰੇ ਕਿਸੇ ਖਲੀਫਾ ਦੀ ਗਾਲਾਂ ਦੀ ਆਡੀਓ ਹੈ ਤਾਂ ਤੁਸੀਂ ਲਾ ਦਿਓ। ਨਹੀਂ ਮੈਂ ਕੋਈ ਆਡੀਓ ਨਹੀਂ ਲਾਈ। ਨਹੀਂ ਲਾ ਦਿਓ, ਤੁਸੀਂ ਨਾਰਾਜ਼ ਹੁੰਦੇ ਹੋ ਨਾ, ਬੈਲੈਂਸ ਹੋ ਜਾਏ। ਨਹੀਂ ਮੈਂ ਸਿਰਫ ਉਹਨਾਂ ਦੀ ਕੋਈ ਨਹੀਂ, ਖਲੀਫਾ ਤੂੰ ਮਸੀਹ ਰਾਬੇ ਦੀ ਕੋ ਲਾ ਦਿਓ, ਪੁਰਾਣੀ ਗਾਲਾਂ ਦੀ ਉਹ ਵੀ ਲਾ ਦਿੰਦੇ ਆ। ਮੈਂ ਉਹਨਾਂ ਦੀ ਖਲੀਫਾ ਤੂੰ ਮਸੀਹ ਸਾਨੀ ਦੀ ਕੋ ਸਾਲਿਸ ਦੀ ਕੋਈ ਗਾਲਾਂ ਜਿਹੜੀ ਉਹਨਾਂ ਨੇ ਕੱਢੀਆਂ ਹੋਣ ਤੇ ਖਾਮਸ ਦੀ ਵੀ ਸਾਰੀਆਂ ਲਾਣੇ ਆ। ਵੀ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੀ ਦੇਖੋ ਜਮਾਤ ਅਹਿਮਦੀਆ ਤੋਂ ਜ਼ਿਆਦਾ ਫਾਲੋਇੰਗ ਹੈ ਉਹਨਾਂ ਦੀ, ਤੇ ਉਹਨਾਂ ਦੇ ਇਕੁਇਵਲੈਂਟ ਜਿਹੜੇ ਨੇ ਸਾਡੇ ਖੁਲਫਾ ਹੀ ਨੇ, ਤੇ ਉਹਨਾਂ ਦੀ ਗਾਲਾਂ ਦੀ ਤੁਸੀਂ ਲਾ ਦਿਓ ਜੀ ਆਡੀਓ। ਕੋਈ ਹੈ ਸਾਡਿਆਂ ਦੇ ਤੇ ਇਕੁਇਵਲੈਂਟ ਕੋਈ ਵੀ ਨਹੀਂ ਹੈ, ਪਰ ਇਕੁਇਵਲੈਂਟ ਨੇ ਮੇਰੇ ਤੇ ਖਿਆਲ ਹੈ ਵੱਡਾ ਦਰਜਾ ਉਹਨਾਂ ਦਾ। ਸਾਡੇ ਉਲਮਾ ਦੇ ਇਕੁਇਵਲੈਂਟ ਤੇ ਕੋਈ ਵੀ ਨਹੀਂ ਹੈ। ਆਪਣਾ ਹੁਸੈਨ ਸਾਹਿਬ ਗਾਲਾਂ ਦੇ ਚ ਕੋਈ ਸਾਨੀ ਨਹੀਂ ਉਹਨਾਂ ਦਾ, ਠੀਕ ਹੈ, ਮੰਨਣ ਵਾਲੀ ਗੱਲ ਹੈ। ਨਹੀਂ ਕਰੈਕਟਰ ਵਿੱਚ ਕੋਈ ਨਹੀਂ ਉਹਨਾਂ ਦਾ ਸਾਨੀ। ਹਾਂ ਕਰੈਕਟਰ ਉਹਨਾਂ ਦਾ ਬਹੁਤ ਅੱਛਾ ਹੈ, ਠੀਕ ਹੈ। ਜਿਨ੍ਹਾਂ ਦਾ ਕਰੈਕਟਰ ਅਸੀਂ ਵੇਖਿਆ ਨਾ, ਉਹਨਾਂ ਦੀ ਤੇ ਬਸ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਜਿਸੇ ਪਹਿਲ ਕਰੋ ਤੇ ਫਿਰ ਮੈਂ ਦੱਸਾਂਗਾ ਉਹਨਾਂ ਦਾ ਕਰੈਕਟਰ। ਹਾਂ ਖੁੱਲ ਕੇ ਕਰੋ, ਕੋਈ ਗੱਲ ਨਹੀਂ, ਦੱਸਾਂਗੇ, ਖੁੱਲ ਕੇ ਕਰਾਂਗੇ। ਅਸੀਂ ਪਹਿਲ ਕਰੀਏ ਨਾ, ਕਰੀਏ ਜਿਹੜਾ ਤੁਸੀਂ ਪਹਿਲੇ ਜ਼ਿਕਰ ਨਹੀਂ ਕਦੀ ਕੀਤਾ ਉਹਨੂੰ ਮਜ਼ੀਦ ਅਸੀਂ ਕਦੇ ਵੀ ਪਹਿਲ ਕਰਕੇ ਖੁਸ਼ ਨਹੀਂ ਹੁੰਦੇ। ਨਹੀਂ ਪਹਿਲ ਨਹੀਂ ਕਰਦੇ। ਲੇਕਿਨ ਜਦੋਂ ਕੋਈ ਬੰਦਾ ਨਾ ਹੋਵੇ ਨਾ ਤੇ ਪਿੱਛੋਂ ਗਾਲਾਂ ਨਹੀਂ ਕੱਢੀ ਦੀਆਂ। ਤੁਸੀਂ ਬੰਦੇ ਨੂੰ ਇਹ ਵੇਖਣਾ ਚਾਹੀਦਾ ਹੈ ਵੀ ਇਹ ਬਰਾੜ ਹੋਰ ਵੀ ਬੰਦੇ ਪੇ ਸੁਣਦੇ ਹੋਣਦੇ ਤੇ ਆਰਾਮ ਨਾਲ ਚੱਜ ਨਾਲ ਗੱਲ ਕਰ ਲਈਏ। ਅਸੀਂ ਆਪਣੀਆਂ ਖੂਬੀਆਂ ਬਿਆਨ ਕਰ ਲਈਏ, ਅਸੀਂ ਆਪਣੀਆਂ ਖੂਬੀਆਂ ਬਿਆਨ ਕਰ ਲਈਏ। ਅਸੀਂ ਕੋਈ ਮੁਸਲਮਾਨ ਆ, ਜਲਸਾ ਆਲਮੀ ਜਲਸਾ ਆਲਮੀ ਮਜ਼ਾਹਬ ਦਾ ਕਰਕੇ ਤੇ ਆਪਣੀਆਂ ਖੂਬੀਆਂ ਬਿਆਨ ਕਰ ਲਈਏ ਕਿ ਸਿਰਫ ਦੂਜਿਆਂ ਨੂੰ ਹੀ ਇੱਥੇ ਗਾਲਾਂ ਕੱਢਣ ਆਉਂਦੇ ਹੋ। ਇਹ ਫਲਾਣੇ ਨੇ ਇਹ ਕੀਤਾ, ਫਲਾਣੇ ਨੇ ਉਹ ਕੀਤਾ। ਸੀਰਤ ਨਬੀ ਦਾ ਜਲਸਾ ਕਰਦੇ ਰਹਿੰਦੇ ਹੋ ਤੇ ਦਰੂਦ ਸ਼ਰੀਫ ਪੜ੍ਹਦੇ ਰਹਿੰਦੇ ਹੋ, ਤੁਸੀਂ ਵੀ ਤੇ ਇਹੀ ਕੁਝ ਕਰਦੇ ਹੋ। ਤੁਸੀਂ ਵੀ ਆਪਣੀਆਂ ਬਰਾਡਾਂ ਤੇ ਜੋ ਕੋਈ ਸਾਰਾ ਦਿਨ ਕਰਦੇ ਹੋ ਉਹ ਤੁਹਾਨੂੰ ਵੀ ਪਤਾ ਸਾਰੇ। ਤੁਹਾਡੀਆਂ ਬਰਾਡਾਂ ਤੇ ਇਹੋ ਕੁਝ ਹੁੰਦਾ, ਸਾਡੀਆਂ ਬਰਾਡਾਂ ਤੇ ਵੀ ਇਹੋ ਕੁਝ ਹੁੰਦਾ। ਇੱਥੇ ਹੁਸੈਨੀ ਸਾਹਿਬ ਦੀ ਬਰਾਡ ਤੇ ਅਗਰ ਦੋਏ ਫਰੀਕ ਬਹਿੰਦੇ ਨੇ ਤੇ ਚੱਜ ਨਾਲ ਬਹਿਣਾ ਚਾਹੀਦਾ ਹੈ ਤੇ ਪਹਿਲ ਨਹੀਂ ਕਰਨੀ ਚਾਹੀਦੀ। ਬਸ ਇੰਨਾ ਮੈਂ ਕਹਿ ਰਿਹਾ। कोई अच्छी तरह पालो। ए लो आ गए ने इफ्तिखार अहमद साहब ते इन्हां दा सलाम कबूल कर लो, हो सकदा खुद ही तुहानू पहचान। सलाम तो मना कीता इन्हां ने करन तो मिर्जा साहब ने मेरे मुकफ्फर बम्बास्टिक साहब नु मैं मुबास्टर साहब नु सलाम करना। आपस में किदू जन कर लेना। बम्बास्टिक अस्सलाम वालेकुम मुबास्टर साहब, की हाल चाल जे?
ਸਾਨੂੰ ਕਰਨ ਤੋਂ ਤੁਹਾਨੂੰ ਮਨਾ ਕੀਤਾ ਨਾ ਮਿਰਜ਼ਾ ਸਾਹਿਬ ਨੇ ਕਿ ਜਿਹੜਾ ਮੇਰਾ ਮੁਕੱਫਰ ਹੈ ਉਹਨੂੰ ਸਲਾਮ ਨਹੀਂ ਕਹਿਣਾ। ਹਾਂ ਨਾ ਮਾਸਟਰ ਸਾਹਿਬ ਤੁਹਾਨੂੰ ਪਹੁੰਚਿਆ ਉਹਨਾਂ ਦਾ ਸਲਾਮ। ਵਿਰਕ ਸਾਹਿਬ ਨੂੰ ਉੱਤੇ ਲੋ। ਵਿਰਕ ਸਾਹਿਬ ਕਹਿੰਦੇ ਨੇ ਕਿ ਤੁਸੀਂ ਜਿਹੜੀ ਰੱਦੇ ਕਾਦੀਆਨੀਅਤ ਕਰਦੇ ਹੋ, ਤੇ ਵਿਰਕ ਸਾਹਿਬ ਕੀ ਕਰਨਾ ਚਾਹੀਦਾ ਸਾਨੂੰ? ਆ ਕੇ ਦੱਸੋ ਸਾਨੂੰ, ਜ਼ਰਾ ਨਸੀਹਤ ਕਰੋ, ਚੰਗੀਆਂ ਚੰਗੀਆਂ ਗੱਲਾਂ ਦੱਸੋ ਸਾਨੂੰ। ਅਸੀਂ ਰੱਦੇ ਕਾਦੀਆਨੀਅਤ ਨਾ ਕਰੀਏ ਤੇ ਆਪਣੀਆਂ ਬਰਾਡਾਂ ਦੇ ਬਹਿ ਕੇ ਕੀ ਕਰੀਏ? ਦੱਸੋ ਆ ਕੇ। ਇਹ ਵਿਰਕ ਸਾਹਿਬ ਕੀ ਕਹਿਣਾ ਚਾਹੁੰਦੇ ਨੇ? भाई सी हम नहीं इससे कम बातें हैं तो विरक साहब ਅਸੀਂ यही करना है ना। मुखालिफ ਦਾ ਰੱਦ ਹੀ ਕਰਦਾ ਹੈ ਬੰਦਾ। ਦੋਏ ਬੇਸਿਕਲੀ ਰੱਦ ਹੀ ਕਰ ਰਹੇ ਹੁੰਦੇ ਨੇ ਇੱਕ ਦੂਸਰੇ ਦਾ। ਤੁਸੀਂ ਇਖਤਿਆਰ ਕੀਤਾ ਹੈ, ਜਦੋਂ ਕੋਈ ਤੁਸੀਂ ਦਾਵਾ ਕਰਦੇ ਹੋ ਤੇ ਜਾਂ ਕੋਈ ਉਹਨੂੰ ਕਬੂਲ ਕਰਦਾ ਹੈ ਜਾਂ ਰੱਦ ਕਰ ਦਿੰਦਾ ਹੈ। ਬਿਲਕੁਲ ਬਿਲਕੁਲ। ਤੇ ਦਾਵਾ ਕਰਨ ਵਾਲਾ ਦਾਵਾ ਕਹਿਲਾਂਦਾ, ਉਹ ਦਾਵਾ ਅੱਛਾ ਹੈ ਜਾਂ ਬੁਰਾ, ਉਹ ਦਾਵਾ ਹੀ ਕਹਿਲਾਏਗਾ। ਤੇ ਜਿਹੜਾ ਉਹਦੀ ਤਰਦੀਦ ਕਰੇਗਾ ਉਹ ਰੱਦ ਹੋਏਗਾ। ਉੱਤੇ ਆ ਕੇ ਆਖੋ ਆਪਣਾ ਵਿਰਕ ਸਾਹਿਬ ਇਹ ਦਲੀਲ ਉੱਤੇ ਆ ਕੇ ਦਿਓ ਨਾ, ਇਨਵਾਈਟ ਅਸ ਟੂਵਰਡਸ ਯੋਰ ਇਸਲਾਮ। ਇਹ ਉੱਤੇ ਆ ਕੇ ਦਲੀਲ ਦਿਓ ਨਾ, ਤੇ ਟੂਵਰਡ ਦੇ ਅੱਗੇ ਐਸ ਪਾ ਲਓ ਤਾਂ ਕਿ ਟੂਵਰਡਸ ਹੋ ਜਾਏ ਸਿੱਧਾ। ਠੀਕ ਹੈ, ਤੁਸੀਂ ਅਮਰੀਕਾ ਹੁੰਦੇ ਹੋ, ਪਰ ਇਹ ਉੱਤੇ ਆ ਕੇ ਗੱਲ ਦੱਸੋ ਨਾ ਵੀ ਸਾਨੂੰ ਇਸਲਾਮ ਦੀ ਤਰਫ ਤੁਹਾਨੂੰ ਦਾਵਤ ਦੇਣੀ ਚਾਹੀਦੀ ਹੈ ਤੇ ਤੁਹਾਡੇ ਮਜ਼ਹਬ ਦੀ ਗਲਤੀ ਬਿਆਨ ਨਹੀਂ ਕਰਨੀ ਚਾਹੀਦੀ। ਇਹ ਅਸੂਲ ਹੈ। ਜੇ ਇਹ ਅਸੂਲ ਹੈ ਤੇ ਸਾਨੂੰ ਦੱਸੋ ਇਹ ਅਸੂਲ ਕਿੱਥੋਂ ਲਿਆ ਜੇ, ਅਸੀਂ ਵੀ ਉੱਥੇ ਜਾ ਕੇ ਢੂੰਢੀਏ। ਜੇ ਇਹ ਅਸੂਲ ਉੱਥੇ ਮਕਬੂਲ ਹੋਵੇ ਤਾਂ ਸਹੀ ਹੈ ਗੱਲ। ਕਿਸੇ ਦੂਜੇ ਦੀ ਗਲਤੀ ਨਹੀਂ ਬਿਆਨ ਕਰਨੀ ਚਾਹੀਦੀ, ਸਿਰਫ ਆਪਣਾ ਮਜ਼ਹਬ ਬਿਆਨ ਕਰਨਾ ਚਾਹੀਦਾ। ਸਾਡੇ ਮਜ਼ਹਬ 'ਚ ਆ ਜਾਓ, ਸਾਡੇ ਮਜ਼ਹਬ 'ਚ ਆ ਜਾਓ, ਲਾਹੌਰ ਵਾਲੇ ਲਾਹੌਰ ਵਾਲੇ ਲਾਹੌਰ ਵਾਲੇ। ਇਹ ਕੀ ਹੈ? ਮਿਰਜ਼ਾ ਸਾਹਿਬ ਤੇ ਕਹਿੰਦੇ ਨੇ ਕਿ ਜਦ ਤੱਕ ਤੁਸੀਂ ਦੂਸਰੇ ਮਜ਼ਹਬ ਦਾ ਰੱਦ ਨਹੀਂ ਕਰਦੇ, ਉਹਦੀ ਗਲਤੀ ਬਿਆਨ ਨਹੀਂ ਕਰਦੇ, ਈਵਨ ਉਹਨੂੰ ਤੱਤੇ ਤਵੇ ਤੇ ਨਹੀਂ ਚਾੜਦੇ, ਮਫਹੂਮਨ ਮੈਂ ਗੱਲ ਕਰ ਰਿਹਾ, ਉਹਨੂੰ ਜਦ ਤੱਕ ਤੁਸੀਂ ਤੱਤੇ ਤਵੇ ਤੇ ਨਹੀਂ ਬਾਂਦੇ, ਤੁਸੀਂ ਆਪਣਾ ਮਜ਼ਹਬ ਤੇ ਬਿਆਨ ਹੀ ਨਹੀਂ ਕਰ ਸਕਦੇ। ਆਪਣਾ ਮਜ਼ਹਬ ਬਿਆਨ ਕਰਨ ਵਾਸਤੇ ਪਹਿਲਾਂ ਦੂਸਰੇ ਦਾ ਰੱਦ ਕਰੋ। ਇਸਲਾਮ ਨੇ ਵੀ ਆਖਿਆ ਲਾ ਇਲਾ ਪਹਿਲੇ ਆਖੋ, ਇल्लल्लाह ਬਾਅਦ ਚ ਆਖੋ। ਪਹਿਲਾਂ ਦੂਜੇ ਦੀ ਨਫੀ ਕਰੋ ਬਾਤਲ ਦੀ, ਫਿਰ ਇਸਬਾਤ ਪੇਸ਼ ਕਰੋ। ਸਾਨੂੰ ਤੇ ਇਹ ਹੀ ਪਤਾ ਹੈ। ਜੇ ਤੁਹਾਡੇ ਕੋਲ ਕੋਈ ਨਵੀਂ ਗੱਲ ਹੈ ਵਿਰਕ ਸਾਹਿਬ ਤੇ ਆ ਕੇ ਸਮਝਾਓ ਸਾਨੂੰ, ਚੰਗੀਆਂ ਚੰਗੀਆਂ ਨਸੀਹਤਾਂ ਕਰੋ। ਤਬਲੀਗ ਸਾਨੂੰ ਕਿੰਝ ਕਰਨੀ ਚਾਹੀਦੀ ਹੈ? ਸਾਫੇ ਅੰਬੀਆ ਸਾਹਿਬ ਤਸ਼ਰੀਫ ਲੈ ਆਏ ਨੇ। ਹਾਂਜੀ, ਇਹ ਜਿਹੜੀ ਉਹ ਕਰਦੇ ਹੋ ਨਾ। वालेकुम सलाम, क्या हाल है बाजी? तबीयत कैसी है? शुक्र अल्हम्दुलिल्लाह, आप सबकी दुआएं हैं माशाल्लाह। पता नहीं आपके मुतल्लिक लोग कहते हैं कि आप कहीं और ब्रॉड पे बहुत सारी बातें करती हैं, बयान देती हैं। यहाँ तो आपने कभी कोई बयान दिया नहीं। यहाँ तो आपके चंद जुमले एक दो लफ्ज़ ही होते हैं, वो भी बड़े माकूल और मुख्तसर से। तो मैं आपके मुतल्लिक जो लोग नकलें उतारते या आपके मुतल्लिक बातें करते हैं उनको मैं मना कर रहा था कि ये मुनासिब नहीं, वो तो ऐसी बात नहीं कहती, तो उनके मुतल्लिक ऐसा ना करो, ऐसा ना कहो, ज़ेर बहस ना लाओ। जी, एक मुकदमा चल रहा है स्वीडन की अदालत में, जमात का वकील उधर पेश हुआ है, तो उन्होंने कहा कि हम इनको जमात में वापस ले लेते हैं अगर ये माफ़ी मांग लें। तो पता नहीं अब इन्होंने क्या रद्दा बनाया। ये किस बात की माफ़ी मांगी? ये जो इन्होंने जमात पे केस किया हुआ है कि मुझे क्यों निकाला जमात से ना, तो ये तो वो इन्होंने नहीं, केस माफ़ी किया तो हुआ होती है है, सीजन की अदालत में। माफ़ी तो होती है जुर्म की। इन्होंने तो शिकायत की है कि मुझे निकाल दिया, एक शिकायत करना कि मुझे निकाल दिया, ये हाँ जी, वो इसकी माफ़ी मांगनी चाहिए। अब केस चल रहा है ना पब्लिक में, वो ठीक है, वो hearing तो हो हो रही गया है ना, ना उसकी। केस चल रहा है। मेरा मकसद ये है कि इनका क्या जुर्म है जिसकी ये माफ़ी मांगे, वो जब क्या है? जज ने पूछा कि आपने इन्हें क्यों निकाला, तो हमारे जो वकील थे उन्होंने कहा कि इनको वापस ले लेते हैं हम, बस ये एक शर्त है कि ये लिख के दे दें कि मुझे माफ़ किया जाए
किस और बात मैं पे, यही तो चाहता पूछ हूँ- रहा हूँ कि किस बात, किस चीज को माफ किया जाए। इनका जो इखराज किया ना, तो वो ये इनका इखराज किया तो वो तो माफी का इनका लेटर कसूर तो नहीं, वो तो लिखे ना। उनका कसूर है जिन्होंने इखराज किया। तो मैं पूछना चाहता हूँ कि चले अदालत ने आपके हक में फैसला दे दिया है, यार तो कुछ कोई माफी- पटवाल साहब खुदा दा कोई खौफ माफी का करो। उधर से कोई लेटर आया, आपकी माफी मंजूर होगी या कि नहीं होगी? वो माफी या मांगेंगे आपने क्यों? कोई वो क्यों माफी माफी का लेटर लिखा है कि नहीं लिखा? क्यों माफी ये ना सैनी साहब सिर्फ पूछ रहा हूँ इनसे, ये बता दें तो बेहतर माफी होगा। तो वो आदमी मांगता है जिसने कोई कसूर किया यहाँ हो, फिर बता दें उसमें कि कोई केस हर्ज की नहीं माफी प्रोसीडिंग मांगने क्या है, में। कहाँ तक गया केस? अठवाल साहब मोटी गल है, पहले उसनों तो समझ लो, मोटी गल है। माफी कौन मंगता है? जिन्हें कोई कसूर किया हुंदा है। जी जी, वो अपने वो माफी मंगना बड़ी अच्छी गल है, बड़ी इज्जत की गल है। अगर कोई कसूर किया होवे तो जिन्हें कसूर ना किया होवे वो काहदी माफी मंगे? नहीं सैनी साहब, तुसी गल मतलब कि तुसी ते माशाअल्लाह बहुत इलम वाली शख्सियत जे, बहुत सियाणे जे। ਜਿਹੜਾ ਸਾਡਾ ਨਿਜ਼ਾਮ ਹੈ मैं ਉਹਦੇ जो ਵਿੱਚ गल ਅਗਰ पूछी ਕਿਸੇ ਉਹਦੀ ਦਾ- ਬਜਾਏ ਤੁਸੀਂ ਮੇਰੀ ਸ਼ਖਸੀਅਤ ਦੇ ਉੱਤੇ ਤਕਰੀਰ ਕਰ ਨਹੀਂ, ਮੈਂ ਤੇ ਆਪਣੇ ਨਿਜ਼ਾਮ ਦੇ ਬਾਰੇ ਦੱਸਣਾ, ਮੈਂ ਮਤਲਬ ਕਿ ਇੱਧਰ ਉੱਧਰ ਤੇ ਨਹੀਂ ਗੱਲ ਕਰਨੀ। ਜਾਂ ਸਾਡੇ ਜਮਾਤ ਦੇ ਕੋਲ ਐਡਾ ਟਾਈਮ ਤੇ ਨਹੀਂ ਅਸੀਂ ਅਦਾਲਤ ਮੈਂ ਤੇ ਸਿਰਫ ਇਤਨਾ, ਮੈਂ ਅਠਵਾਲ ਸਾਹਿਬ ਸਿਰਫ ਇਤਨਾ ਪੁੱਛਿਆ ਹੈ ਮੈਂ ਤੇ ਕਿ ਕਿਸੇ ਸੈਣੀ ਸਾਹਿਬ ਨੂੰ ਇਹ ਗੱਲ ਕਰਨੀ ਹੈ ਕਿ ਜਿਹੜਾ ਬੰਦਾ ਇੱਥੇ ਸਾਡੀ ਤੁਸੀਂ ਜਮਾਤ ਚੋਂ ਦੇਖੋ ਨਾ, ਮੈਨੂੰ ਹੁਣ ਜਿਹੜਾ ਤੁਸੀਂ ਇਖਰਾਜ ਕਹਿ ਦਿਓ ਹੁੰਦਾ ਕਿ ਤੂੰ ਮਾਫੀ ਮੰਗ ਲੈ, ਤੇ ਮੈਨੂੰ ਇਹ ਤੇ ਹੱਕ ਗੱਲ ਹੈ ਤਾਂ ਮੈਂ ਉਹਨਾਂ ਪੁੱਛਾਂ ਦਾ ਤੁਹਾਨੂੰ ਵੀ ਮੈਂ ਕਾਹਦੀ ਮਾਫੀ ਮੰਗਾ? ਕੀ ਜਿੱਥੇ ਮੈਂ ਕੀਤਾ? ਬੈਲਜੀਅਮ ਚ ਰਹਿੰਦਾ, ਇੱਥੋਂ ਜਦੋਂ ਕਿਸੇ ਦਾ ਖਰਾਜ ਹੁੰਦਾ ਹਾਂਜੀ ਤੇ ਉਹ ਅਖਰਾਜ ਤੋਂ ਬਾਅਦ ਉਹ ਕੁਛ ਅਰਸੇ ਬਾਅਦ ਉਹਦਾ ਅਗਰ ਉਹ ਹਜ਼ੂਰ ਨੂੰ ਕੋਈ ਲੈਟਰ ਲਿਖਦਾ ਮਾਫੀਨਾਮਾ, ਅਗਰ ਮਾਫੀ ਹੋ ਜਾਂਦੀ ਹੈ ਤੇ ਉਹ ਫਿਰ ਉਹ ਮਤਲਬ ਕਿ ਉਹਨੂੰ ਇਜਾਜ਼ਤ ਹੋ ਜਾਂਦੀ ਮਤਲਬ ਹੈ। ਅਗਰ ਤੇ letter ਕੋਈ ਉਹਨੇ ਹਜ਼ੂਰ ਲਿਖਣਾ ਦਾ- ਹੁੰਦਾ ਬੰਦੇ ਨੇ, ਮੈਨੂੰ ਸਿਰਫ ਇਤਨੀ ਹਜ਼ੂਰ ਗੱਲ ਨੇ ਖੁਦ ਸਮਝਾ ਥੋੜ੍ਹਾ ਦਿਓ, ਮਾਫੀਨਾਮਾ ਭੇਜ ਦੇਣਾ ਉਹਨੂੰ। ਮੈਨੂੰ ਇਤਨੀ ਗੱਲ ਸਮਝਾ ਦਿਓ ਕਿ ਜਿਹਨੇ ਕੋਈ ਕਸੂਰ ਕੀਤਾ ਹੋਵੇ ਸਾਹਿਬ ਦਾ, ਉਹ ਸਾਹਿਬ ਕੋਲ ਮਾਫੀ ਮੰਗੇ ਤੇ ਬਹੁਤ ਅੱਛੀ ਗੱਲ ਹੈ, ਉਹਨੂੰ ਐਸੇ ਹੀ ਕਰਨਾ ਚਾਹੀਦਾ ਹੈ। ਇਹ ਠੀਕ ਹੈ ਤੁਹਾਡੀ ਗੱਲ। ਤੇ ਜਿਹਨੇ ਕਸੂਰ ਨਾ ਕੀਤਾ ਹੋਵੇ ਉਹ ਕਾਹਦੀ ਮਾਫੀ ਮੰਗੇ? ਅੱਛਾ ਜੀ, ਸੈਣੀ ਸਾਹਿਬ ਅਗਰ ਕਸੂਰ ਨਾ ਕੀਤਾ ਹੈ ਤੇ ਅਦਾਲਤ ਦੇ ਵਿੱਚ ਕੀ ਉਹ ਆਪਣੀ ਪ੍ਰੋਸੀਡਿੰਗ ਲੈ ਕੇ ਜਾਏਗਾ? ਅਦਾਲਤ ਮੈਂ ਦੀ ਕੋਈ ਜੋ- ਕਸੂਰ ਨਹੀਂ ਕੀਤਾ ਤੇ ਮੈਨੂੰ ਵਿਆਹ ਕਿਹਾ ਗਿਆ, ਉਹਦਾ ਜਵਾਬ ਮੈਨੂੰ ਇਹ ਕਿਉਂ ਹੈ, ਜਮਾਤ ਚੋਂ ਕੱਢਿਆ ਗਿਆ? ਉਹਦਾ ਜਵਾਬ ਇਹ ਹੈ, ਇਹ ਗੱਲ ਠੀਕ ਹੈ ਨਾ, ਅਗਰ ਜਮਾਤ ਕੇ ਅਸੀਂ ਨਹੀਂ ਕੱਢਿਆ ਤੇ ਕੇਸ ਖਾਰਜ ਹੋ ਜਾਏਗਾ। ਇਹ ਹੈ ਸਵਾਲ। ਹਾਂਜੀ, ਤੇ ਜਿਹੜਾ ਜਮਾਤ ਨੇ ਕਿਹਾ ਜੀ ਅਸੀਂ ਇਹਨਾਂ ਨੂੰ ਵਾਪਸ ਲੈਨੇ ਆ, ਮੈਂ ਤੇ ਇਹਨਾਂ ਨੇ ਕੀ ਵਾਪਸ ਸੋਚਿਆ? ਲੈਣੇ ਆ ਤੇ ਵਾਪਸ ਲੈਣੇ ਆ ਤੇ ਮਾਫੀ ਕਾਹਦੀ? ਵਾਪਸ ਜਮਾਤ ਚ ਰਹਿੰਦੇ ਆ ਨਾ। ਮੈਂ ਅੱਜ ਕਹਿੰਦਾ ਲੈ ਲੈਣ ਜਮਾਤ ਵਿੱਚ ਵਾਪਸ, ਕਹਿ ਦੇਣ ਕਿ ਅਸੀਂ ਖਤਮ ਕਰ ਦਿੱਤਾ ਹੈ, ਇਹ ਸਾਡੀ ਜਮਾਤ ਵਿੱਚ ਹੀ ਨੇ, ਅਸੀਂ ਇਹਨਾਂ ਨੂੰ ਕੋਈ ਨਹੀਂ ਕੱਢਿਆ, ਇਹ ਜਵਾਬ ਦੇ ਦੇਣ, ਠੀਕ ਹੋ ਕੋਈ ਗਿਆ। ਇਹਨਾਂ ਨੇ ਅੱਗੋਂ ਇਹਨਾਂ ਦੇ ਵੀ ਰਾਏ ਲੈਣੀ, ਇਹਨਾਂ ਨੇ ਅੱਗੋਂ ਕੀ ਕਿਹਾ ਕਿ ਮੈਂ ਜਮਾਤ ਚ ਵਾਪਸ ਆਉਣਾ ਕਿ ਨਹੀਂ ਆਉਣਾ, ਕਿ ਹਜੇ ਤੱਕ ਮੈਂ ਮਤਲਬ ਅੱਜ ਕਹਿੰਦਾ ਅਗਰ ਉਹ ਇਹਨਾਂ ਨੂੰ ਕਹਿਣ ਕਿ ਜਮਾਤ ਚ ਕਦੇ ਨਹੀਂ ਕੱਢੇ ਗਏ, ਇਹ ਮੌਜੂਦ ਨੇ, ਉਹਨੂੰ ਨਲੀਫਾਈ ਸਮਝਿਆ ਜਾਏ, ਉਹਨੂੰ ਨਲ ਐਂਡ ਵਾਈਡ ਸਮਝਿਆ ਜਾਏ ਕਿ ਉਹ ਐਸਾ ਕੁਛ ਨਹੀਂ ਹੈ, ਤੇ ਠੀਕ ਹੈ। ਫਿਰ ਉੱਥੇ 4 ਔਰ 5 ਜੁਲਾਈ ਦੀ ਦਰਮਿਆਨੀ ਸ਼ਬ ਵਿੱਚ ਜਿਹੜਾ ਮਾਰਸ਼ਲ ਲੱਗਾ ਉੱਥੇ ਆ ਜਾਏਗੀ ਗੱਲ। ਤੇ ਜੇ ਉਹ ਨਹੀਂ ਤੇ ਮਾਫੀ ਮੰਗਣ ਦਾ ਕਿਸੇ ਆਦਮੀ ਦਾ ਕਿਸੇ ਨੂੰ ਮਾਫੀ ਮੰਗਣ ਦੀ ਖਾਹਿਸ਼ ਇਨਸਾਨ ਦੇ ਆਪਣੇ ਦਿਲ 'ਚ ਪੈਦਾ ਹੋਣੀ ਚਾਹੀਦੀ ਹੈ ਕਿ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਤੇ ਮੈਂ ਇਹਦੀ ਮਾਫੀ ਮੰਗਾ। ਇਹ ਠੀਕ ਹੈ ਗੱਲ, ਇਹ ਬਹੁਤ ਅੱਛਾ ਜਜ਼ਬਾ ਹੈ, नेक जज्बा है, ऐसा करने वाला अल्लाह ताला दे हुज़ूर अच्छा है। लेकिन कोई दूसरा बंदा कहे कि तू माफ़ी मांगते हो, ਉਹਨੂੰ ਪੁੱਛਦਾ ਵੀ ਮੈਂ ਕਾਹਦੀ ਮਾਫੀ ਮੰਗਾ, ਕੀ ਕਸੂਰ ਕੀਤਾ, ਤੇ ਉਹ ਦੱਸੇ ਭਾਈ ਇਹ ਕਸੂਰ ਕੀਤਾ, ਫਿਰ ਠੀਕ, ਫਿਰ ਮੰਗ ਲਏਗਾ ਮਾਫੀ। ਤੇ ਜੇ ਉਹ ਜਿਹੜਾ ਕਹਿੰਦਾ ਪਿਆ ਮਾਫੀ ਮੰਗੋ, ਉਹਨੂੰ ਪੁੱਛੀਏ ਕਸੂਰ ਕੀ, ਕਹਿੰਦਾ ਇਹਦਾ ਤਾਂ ਮੈਨੂੰ ਵੀ ਨਹੀਂ ਪਤਾ। ਚੰਗਾ ਹੋਇਆ ਸਗੋਂ ਤੁਸੀਂ ਪੁੱਛਿਆ, ਤੇ ਇਹਦੇ ਤੇ ਵੀ ਹੁਣ ਇਨਕੁਆਇਰੀ ਕਰਨੀ ਆ ਵੀ ਕਾਹਦਾ। ਨਹੀਂ, ਉਹ ਇਨਕਸ਼ਾਫ ਕੀਤਾ ਅੱਜ ਰਾਜਾ ਜਵੇਦ ਸਾਹਿਬ ਨੇ ਨਾ। ਯਾਰ ਇਕਬਾਲ ਸਾਹਿਬ, ਬਹੁਤ ਲੰਬੀ ਬਰਾੜ ਲੱਗੀ, ਗੈਰ ਖਲਕੀ ਗੱਲ ਹੈ ਕਿ ਬੰਦਾ ਸਾਹਮਣੇ ਬੈਠੇ ਹੋਵੇ। ਤੁਹਾਡੇ ਰਾਜਾ ਜਵੇਦ ਸਾਹਿਬ ਕਹਿ ਗਏ ਨੇ, ਮੈਨੂੰ ਗੱਲ ਤੇ ਕਰ ਲੈਣ ਦਿਓ ਇਕਬਾਲ ਸਾਹਿਬ। ਉਹ ਰਾਜਾ ਜਵੇਦ ਸਾਹਿਬ ਨੇ ਕਿਹਾ ਜੀ ਉੱਥੇ ਮੈਂ ਕੱਲ, ਯਾਰ ਜਦੋਂ ਇਨਸਾਨ ਸਾਹਮਣੇ ਬੈਠਿਆ, ਤੁਸੀਂ ਇਨਸਾਨ ਨਾਲ ਗੱਲ ਕਰਨਾ ਤੱਕ ਸਮਝਦੇ ਹੋ। ਪੁੱਛ ਲਓ ਉਹਨਾਂ ਨੂੰ ਵੀ, ਤੁਹਾਨੂੰ ਦੱਸਿਆ ਗਿਆ ਨਿਜ਼ਾਮ ਕਿ ਜਦੋਂ ਕੱਢਿਆ ਗਿਆ। ਪੁੱਛਣਿਆ ਸੈਣੀ ਸਾਹਿਬ ਆਂਦੇ ਨੇ ਕਿ ਨਹੀਂ ਉਹਨਾਂ ਨੂੰ ਕੱਢਿਆ ਹੀ ਨਹੀਂ। ਉਹਨਾਂ ਨੂੰ ਪੁੱਛੋ ਵੱਲਾ ਵੀ ਤੁਹਾਨੂੰ ਕੱਢਿਆ ਤੇ ਕਿਉਂ ਕੱਢਿਆ, ਕੋਈ ਦੱਸਿਆ ਨੇ ਤੁਹਾਨੂੰ, ਨਹੀਂ ਦੱਸਿਆ, ਤੁਸੀਂ ਕਿਉਂ ਕੇਸ ਕੀਤਾ, ਪੁੱਛ ਲਓ ਨਾ। ਦੱਸ ਦਿਓ, ਸਿਰਫ ਇਹ ਹੀ ਆਂਦੇ ਨੇ ਕਿ ਮੁਝੇ ਕਿਉਂ ਨਿਕਾਲਾ ਨਾ। ਹਾਂ, ਨਵਾਜ਼ ਸ਼ਰੀਫ ਨੇ ਨਾਰਾ ਲਾਇਆ ਸੀ। ਅੱਛਾ, ਤੇ ਉਹਨਾਂ ਨੂੰ ਪੁੱਛ ਲੈਣੇ ਆ ਨਾ। ਅਦਾਲਤ ਚ ਲਾ ਗਈਆਂ ਨੇ, ਅਗਰ ਇਹਨਾਂ ਨੂੰ ਨਹੀਂ ਕੋਈ ਮਤਲਬ ਅਦਾਲਤ ਚ ਉਹਨਾਂ ਇਹ ਕੇਸ ਕੀਤਾ ਹੈ ਕਿ ਮੈਨੂੰ ਕਿਉਂ ਬਈ ਤੁਸੀਂ ਨਿਜ਼ਾਮ ਚ ਕੱਢਿਆ। ਉਹ ਅਦਾਲਤ ਚ ਕਿਉਂ ਲਾ ਗਏ ਨੇ ਕੇਸ? ਆਹੋ, ਪਰ ਇਕਬਾਲ ਸਾਹਿਬ ਜਦੋਂ ਰਜਿਸਟਰਡ ਹੈ ਉਹ, ਮਤਲਬ ਕਿ ਅਦਾਲਤ ਤੋਂ ਕੀ ਕਰੇਗੀ? ਅਦਾਲਤ ਕੀ ਅਗਰ
ਅਗਰ ਅਠਵਾਲ ਸਾਹਿਬ ਬੰਦਾ ਨਾ ਮੌਜੂਦ ਹੋਵੇ ਕਿਆ ਸਰਾਈਆਂ ਤੇ ਫਿਰ ਬੰਦਾ ਕਰ, ਜਦੋਂ ਅਗਲਾ ਬੰਦਾ ਸਾਹਮਣੇ ਬੈਠਿਆ ਤੁਸੀਂ 15 ਮਿੰਟ ਦੀ ਗੱਲ ਤੇ ਕਰਦੇ ਉਹਨਾਂ ਨੂੰ ਪੁੱਛ ਲਓ ਕਿ ਉਹ ਕੀ ਜਵਾਬ ਦੇ ਕੇ ਆਏ ਨੇ ਅੱਜ। ਆ ਰਾਜ ਸਾਹਿਬ ਨੂੰ ਮੈਨੂੰ ਨਹੀਂ ਪਤਾ ਉਹਨਾਂ ਕੀ ਜਵਾਬ ਦਿੱਤਾ, ਲੇਕਿਨ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਪਤਾ ਹੈ, ਪਰ ਜਿਹੜਾ ਮਦਈ ਖੁਦ ਨੂੰ ਪਤਾ ਹੈ ਤੇ ਉਹਦੇ ਨਾਲ ਉਹਨਾਂ ਨੇ ਉਹ ਸਾਰੇ ਡਾਕੂਮੈਂਟ ਲੈ ਕੇ ਆਉਣੇ ਨੇ, ਫਿਰ ਬਹਿਸ ਹੋਣੀ ਹੈ ਬੰਬਾਸਟਿਕ ਭਾਈ ਦੀ ਤੇ ਰਾਜਾ ਸਾਹਿਬ ਦੀ। ਚੰਗੀ ਗੱਲ ਹੈ, ਉਹ ਤੇ ਬਹਿਸ ਹੋਣੀ ਚਾਹੀਦੀ ਹੈ, ਲੇਕਿਨ ਇਹ ਕਿ ਸਫੀਆ ਸਿਸਟਰ ਇੱਥੇ ਮੌਜੂਦ ਨੇ ਤੇ ਉਹਨਾਂ ਨੂੰ ਤੁਸੀਂ ਜੇ ਲੋੜ ਪਈ ਤੇ ਪੁੱਛ ਲਵਿਆ ਜੇ ਬਈ ਤੁਹਾਨੂੰ ਜਮਾਤ ਚੋਂ ਕੱਢਿਆ ਹੈ ਤੇ ਤੁਹਾਨੂੰ ਦੱਸਿਆ ਗਿਆ, ਨੋਟੀਫਾਈ ਕੀਤਾ ਗਿਆ ਸੀ ਕੋਈ ਤੁਹਾਨੂੰ ਇਸ ਜੁਰਮ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਾਂ ਨਹੀਂ, ਉਹਨਾਂ ਨੂੰ ਪੁੱਛ ਲਓ ਜੀ। ਜਿਹੜਾ ਜਮਾਤੀ ਫੈਸਲਾ ਉਹਦੇ ਉੱਤੇ ਅਸੀਂ ਨਾ ਕੋਈ ਰਾਏ ਦੇ ਸਕਦੇ ਹਾਂ ਲੈ ਸਕਦੇ ਹਾਂ। ਤੇ ਫਿਰ ਗੱਲ ਕਿਉਂ ਇਸ ਮੌਜੂ ਤੇ ਗੱਲ ਕਿਉਂ ਕਰਦੇ ਜਦੋਂ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੀਆਂ ਨੇ ਤੇ ਦੇ ਦੇਣ, ਨਹੀਂ ਜਦੋਂ ਤੁਸੀਂ ਖੌਫ ਜ਼ਦਾ ਹੋ, ਤੁਹਾਨੂੰ ਪਤਾ ਹੈ ਕਿ ਨਿਜ਼ਾਮ ਦੇ ਉੱਤੇ ਗੱਲ ਕਰਨੀ ਮਨਾ ਕੀਤੀ ਹੈ, ਤੁਹਾਡੇ ਖਲੀਫਾ ਸਾਹਿਬ ਨੇ ਪਹਿਲੀ ਤਕਰੀਰ ਵਿੱਚ ਤੇ ਉਹ ਇਹਨਾਂ ਦਾ ਅਖਰਾਜ ਹੋ ਗਿਆ ਨਾ, ਨਿਜ਼ਾਮ ਨੇ ਤੇ ਕਰਤਾ ਇਹਨਾਂ ਦਾ ਅਖਰਾਜ, ਉਹ ਉਹਨਾਂ ਦਾ ਤੇ ਹੋ ਗਿਆ, ਤੁਹਾਡਾ ਤੇ ਨਹੀਂ ਨਾ ਹੋਇਆ, ਤੁਸੀਂ ਆਪਣਾ ਨਾ ਖਰਾਬ ਹੋਵਿਓ, ਤੁਸੀਂ ਟਿਕਟਾਕ ਤੇ ਗੱਲਾਂ ਕਰਕੇ ਆਪਣਾ ਨਾ ਖਰਾਬ ਹੋਵਿਓ। ਨਹੀਂ ਟਿਕਟੋਕ ਦੇ ਗੱਲਾਂ ਕਰਨ ਨਾਲ ਅੱਲਾਹ ਦੇ ਫਜ਼ਲ ਨਾਲ ਕਿਸੇ ਦਾ ਖਰਾਜ ਇਹਨਾਂ ਦਾ ਟਿਕਟਾਕ ਦੀ ਵਜ੍ਹਾ ਤੋਂ ਹੀ ਹੋਇਆ, ਟਿਕਟਾਕ ਨਾ ਹੁੰਦੀ ਤੇ ਨਹੀਂ, ਇਹ ਤੇ ਬੱਚਿਆਂ ਨੂੰ ਗਲਤ ਤਾਲੀਮਾਤ ਦਿੰਦੀਆਂ, ਗਲਤ ਗੱਲ ਹੈ ਬਿਲਕੁਲ। ਤਾਂ ਹੀ ਮੈਂ ਕਹਿੰਦਾ ਝੂਠ ਨਾ ਮਾਰੋ ਨਾ, ਗਲਤ ਬਿਆਨੀ ਨਾ ਕਰੋ। ਇਹਨਾਂ ਨੂੰ ਦੱਸਿਆ ਗਿਆ ਨਹੀਂ ਅਖਰਾਜ ਜਿਹੜਾ ਉਹ ਇੰਜ ਨਹੀਂ ਅੱਛਾ ਪੁੱਛ ਲੈਣੇ ਅੱਛਾ ਪੁੱਛ ਲੈਣੇ ਆ ਅਠਵਾਲ ਸਾਹਿਬ, ਅਖਰਾਜ ਹੋਣ ਲਈ ਬੜੀ ਦੇਰ ਲੱਗਦੀ ਹੈ। ਇੱਕ ਮਿੰਟ ਅਠਵਾਲ ਸਾਹਿਬ, ਆਮਨ ਨਜ਼ੀਰ ਸਾਹਿਬ, ਅਠਵਾਲ ਸਾਹਿਬ ਮੋਹਤਰਮ ਗੱਲ ਮੈਂ ਕਿਹਾ इजाजत देंदे हो, गल निखेड़ लीजिए जी। करो जी इजाजत है, म्यूट ला। सफिया सिस्टर, आपका इखराज बच्चों को पढ़ाने की वजह से हुआ है कि आप बच्चों को पढ़ाती थी तो मिसगाइड करती थी उनको, या टिकटॉक के किसी वाक़े की वजह से हुआ है? थोड़ी सी रोशनी डाल दे क्विकली। टिकटॉक के वाक़े, बच्चों को पढ़ाते हुए आपने कोई ऐसी सरगर्मी तो नहीं अपनाई, अपने हम ख्याल लोगों को तो नहीं तलाश किया स्टूडेंट्स में से कि आपको बताया गया हो कि आपको इस वजह से निकाला जा रहा है क्योंकि आप बच्चों में गुमराही फैला रही हैं? नहीं, खुद में जमात ने जो रीज़न दी है उसमें ऐसी कोई बात नहीं की है। लो जी अठवाल साहब, गल तो क्लीयर हो गई है। अगर ਇਹ ਜਿਹੜੀ ਗੱਲ ਤੁਹਾਡੇ ਬੰਬਾਸਟਿਕ ਸਾਹਿਬ ਨੇ ਕੀਤੀ ਹੈ, ਜੋ ਗੱਲ ਹੁੰਦੀ ਤੇ ਕੋਰਟ ਵਿੱਚ ਜਮਾਤ ਤੁਹਾਡੀ ਨੂੰ ਇਹੀ ਮੌਕਫ ਦੇਣਾ ਚਾਹੀਦਾ ਕਿ ਭਈ ਅਸੀਂ ਤਾਂ ਉਹਨਾਂ ਨੂੰ ਜਮਾਤ ਚੋਂ ਕੱਢਿਆ ਹੈ ਕਿ ਉਹਨਾਂ ਨੇ ਜਮਾਤ ਦੇ ਖਿਲਾਫ ਇਹ ਸਾਜ਼ਿਸ਼ ਕੀਤੀ ਹੈ, ਜਦਕਿ ਉਹਨਾਂ ਨੇ ਪੇਸ਼ ਇਹ ਕੀਤੀ ਹੈ ਦਲੀਲ ਕਿ ਉਹਨਾਂ ਟਿਕਟਾਕ ਦੇ ਉੱਤੇ। ਅਮਨ ਨਜ਼ੀਰ ਸਾਹਿਬ, ਤੁਸੀਂ ਆਨੇ ਜਨਾ 13 ਜੋ ਨਿਜ਼ਾਮ ਦਾ ਮਸਲਾ ਹੈ ਜਾਂ ਸਫੀਆ ਦਾ ਮਸਲਾ, ਪਿੱਛੋਂ ਇਹ ਫੋਨ ਆਇਆ ਮਸਲਾ ਹੈ, ਤੁਸੀਂ ਕੌਣ ਹੁੰਦੇ ਨੇ ਪੁੱਛਣ ਨਾਲ? ਇਹ ਹੁਣ ਫੋਨ ਆਇਆ ਪਿੱਛੋਂ, ਇਹ ਹੁਣ ਫੋਨ ਕਰਕੇ ਦੱਸਿਆ ਨੇ? ਨਹੀਂ ਫੋਨ ਨਹੀਂ ਆਇਆ, ਇਹ ਬੜੇ ਬੰਦੇ ਮੇਰੇ ਮੱਤਾਂ ਦੇਣ ਵਾਲੇ ਆਂਦੇ ਨੇ, ਮੱਤਾਂ ਵਾਲੇ ਮੈਨੂੰ ਮੱਤਾਂ ਦਿੰਦੇ, ਇਹਨਾਂ ਮੱਤਾਂ ਵਾਲਿਆਂ ਮੇਰੀ ਮੱਤ ਮਾਰੀ। ਮਤਲਬ ਕਿ ਉਹਨਾਂ ਦਾ ਮਤਲਬ ਉਹਨਾਂ ਦਾ ਨਿਜ਼ਾਮ ਨਾਲ ਤਲਕ, ਨਿਜ਼ਾਮ ਨੇ ਉਹਨਾਂ ਨੂੰ ਫਰਕ ਕਰਦਾ, ਉਹ ਨਿਜ਼ਾਮ ਨੂੰ ਪੁੱਛਣ ਨਾ ਪੁੱਛਣ, ਉਹ ਨਿਜ਼ਾਮ ਦੇ ਖਿਲਾਫ ਅਦਾਲਤ ਵਿੱਚ ਤੁਰ ਗਏ ਨੇ। ਅਸੀਂ ਆਪ ਜੀ ਉਹਨਾਂ ਨੂੰ ਪੁੱਛ ਸਕਦੇ ਹਾਂ, ਤੁਸੀਂ ਕਿਉਂ ਅਦਾਲਤ? ਤੁਸੀਂ ਪੁੱਛਣਾ ਚਾਹੋ ਤੇ ਪੁੱਛ ਸਕਦੇ ਹੋ, ਪਰ ਤੁਸੀਂ ਮੇਰੀ ਗੱਲ ਸੁਣੋ। ਮਤਲਬ ਮਾਮੇ ਖਾਂ ਬਣਾਂਡੇ ਜੇ ਕਿ ਉਹ ਨਿਜ਼ਾਮ ਨੇ ਤੁਹਾਨੂੰ ਇੰਜ ਕਰਤਾ। ਇਹ ਵੇਖੋ ਨਾ ਅਠਵਾਲ ਸਾਹਿਬ, ਇਹੋ ਜਿਹਾ ਲਫ਼ਜ਼, ਗੱਲ ਦਾ ਵੀ ਜਵਾਬ ਨਹੀਂ ਦਿੱਤਾ। ਇਹੋ ਜਿਹਾ ਲਫ਼ਜ਼ ਮੈਂ ਵੀ, ਮੈਨੂੰ ਵੀ ਉਹ ਮਾਮਿਆਂ ਦਾ ਪਤਾ ਹੈ, ਜਿਹੜਿਆਂ ਮਾਮਿਆਂ ਦਾ ਮੈਂ ਨਾਂ ਲੈਣਾ ਨਾ, ਜਿਹੜਿਆਂ ਮਾਮਿਆਂ ਦਾ ਅਠਵਾਲ ਸਾਹਿਬ ਜਿਹੜਿਆਂ ਮਾਮਿਆਂ ਦਾ ਮੈਂ ਨਾਂ ਲੈਣਾ ਨਾ, ਉਹ ਮੀਰ ਮੁਹੰਮਦ ਇਸਮਾਈਲ ਉਹਨਾਂ ਦਾ ਨਾਂ ਹੈ, ਤੇ ਇਸ ਗੱਲੇ ਮਾਮਿਆਂ ਤੱਕ ਨਾ ਜਾਓ, ਚਾਚਿਆਂ ਤੱਕ ਹੀ ਰਹੋ। ਨਹੀਂ ਉਹ ਫਿਰ ਉਹ ਫਿਰ ਤੁਹਾਨੂੰ ਪਤਾ ਕਿ ਅਹਿਮਦ ਅਜ਼ਹਰ ਬਰੇਲਵੀ ਦੇ ਫਤਵੇ ਵੀ ਇੱਥੇ ਪੜ੍ਹ ਸਕਦਾ। ਠੀਕ ਹੈ, ਉਹ ਤਾਂ ਪੜੋਗੇ ਤੇ ਅੱਛੀ ਗੱਲ ਹੈ, ਟਾਈਮ ਲਾ ਲੈਣੇ, ਮੈਂ ਇੰਤਜ਼ਾਰ ਕਰਾਂ, ਤੁਸੀਂ ਪੜ੍ਹ ਲਓ, ਮੌਲਾਨਾ ਸੁਣਾਓ, ਟਾਈਮ ਲਾ ਕੇ ਫਤਵਾ ਪੜੋ। ਮੈਂ ਤੇ ਚਾਹਨਾ ਹੀ ਜਿਹੜਾ ਨਾ ਸੀਕਰ ਨੇ ਉਹ ਫਿਰ ਮਾਦ ਅੱਲਾ ਜਿਹੜਾ ਨਾ ਪਤਾ ਤਾਂ ਉਹ ਮੈਂ ਕਹਿੰਦਾ ਜੋ ਕੋਈ ਤੁਸੀਂ ਕਹਿਣਾ ਨਾ ਅਠਵਾਲ ਸਾਹਿਬ, ਜੋ ਕੋਈ ਤੁਸੀਂ ਗੱਲ ਕਹਿਣੀ ਹੈ ਤੁਸੀਂ ਕਹਿ ਲਓ ਆਪਣੇ ਟਾਈਮ 'ਚ। ਸੀਕਰ ਨੇ ਫਿਰ ਜਿੱਥੇ ਦੇ ਦੇਣਾ ਨਾ ਮਾਦ ਅਠਵਾਲ ਸਾਹਿਬ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਮੈਂ ਕਿਹਾ ਫਿਰ ਬਰਦਾਸ਼ਤ ਨਹੀਂ ਹੋਣਾ। ਓ ਹੈਲੋ ਸੂਰਾਂ ਦੇ ਸੂਰੋ, ਅਹਿਮਦ ਅਜ਼ਹਰ ਬਰੇਲਵੀ ਦੇ ਫਤਵੇ ਦੇ ਮੁਤਾਬਕ ਵੇਖ ਲਓ ਬੰਦੇ ਉਹ ਗਵਾਹ, 125 ਬੰਦਿਆਂ ਗਵਾਹ ਰਵੇ, ਮੈਂ ਜਵਾਬ ਨਹੀਂ ਦਿੱਤਾ ਦਿੰਦਾ, ਉਹ ਸੂਰ ਨੇ। ਇਹ ਵੇਖ ਲਓ ਸਾਰੇ ਗਵਾਹ ਰਵੋ, ਮੈਂ ਕੋਈ ਲਫ਼ਜ਼ ਤੇ ਨਹੀਂ ਬੁਰਾ ਆਖਿਆ ਅਠਵਾਲ ਸਾਹਿਬ ਨੂੰ। ਇਹਨਾਂ ਨੂੰ ਪਿੱਛੋਂ ਫੋਨ ਕਰਕੇ ਆਖਿਆ ਗਿਆ ਕਿ ਗਾਲਾਂ ਕੱਢ। ਅਠਵਾਲ ਸਾਹਿਬ ਤੁਸੀਂ ਵੈਸੇ ਬਹੁਤ ਸਮਝਦਾਰ ਹੋਵੋਗੇ, ਲੇਕਿਨ ਇਹ ਇੱਥੇ ਜੇ ਨਹੀਂ ਹੋ ਪੜਿਆ, ਕੰਮ ਖਰਾਬ ਜੇ, ਪਾਣੀ ਡੂੰਘਾ ਜੇ,
चले ਨਹੀਂ ਇਮਰਾਨ ਨਜ਼ੀਰ ਸਾਹਿਬ ਮੇਰੀ ਅਮਨ ਨਜ਼ੀਰ ਸਾਹਿਬ ਨੇਚਰ ਨਹੀਂ। ਮੈਂ ਸਪੀਕਰਾਂ ਨੂੰ ਲਾ ਫਿਰ ਕੇ ਤੁਸੀਂ ਤੇ ਕਿਉਂ- ਫਿਰ ਜਦੋਂ ਮੈਂ ਕੰਮ ਸ਼ੁਰੂ ਕੀਤਾ ਨਾ मैं कदों स्पीकर ਤੇ ਫਿਰ ਇੱਥੇ नहीं स्पीकर का ਸਪੀਕਰ ਹੀ ਚੱਲਣੇ ਨੇ। ਨਹੀਂ ਸਪੀਕਰ ਕਾ ਨੂੰ ਲਾਣੇ ਨੇ। ਮੈਂ ਤਾਂ ਮਿਊਟ ਕਰ ਲਿਆ। ਮੈਂ ਕਿਹਾ ਤੁਸੀਂ ਗਾਲਾਂ ਕੱਢਣ ਲੱਗ ਪਏ ਹੋ, ਸੂਰ ਸਿਊਰ ਰੱਖਣ ਲੱਗ ਪਏ। ਮੈਂ ਚੁੱਪ ਕਰਕੇ, ਮੈਂ ਤਾਂ ਬੋਲਿਆ ਹੀ ਨਹੀਂ ਆ। ਮੈਂ ਥੋੜਾ ਕਿਹਾ ਉਹ ਤੇ ਅਮਰ ਦਾ ਬੇਬੀ ਜਾਂਦਾ ਮੈਂ ਕਦੋਂ ਕਿਹਾ। ਨਹੀਂ ਅਹਿਮਦ ਰਜ਼ਾ ਬਰੇਲਵੀ ਸਾਹਿਬ ਜੋ ਆਂਦੇ ਨੇ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਹੈ, ਤੇ ਸ਼ੇਖ ਅਬਦੁਰਰਹਿਮਾਨ ਮਿਸਰੀ ਸਾਹਿਬ ਵੀ ਜੋ ਆਂਦੇ ਨੇ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਨਾ। ਸਾਰੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ। ਅੱਛਾ ਤੁਸੀਂ ਗੱਲ ਕਰ ਲਓ ਜੋ ਸਫੀਆ ਸਾਹਿਬਾਂ ਨੇ ਪੁੱਛਣਾ ਹੁਣ ਅਸੀਂ ਤੇ ਕੀ ਬੋਲਦੇ। ਅੱਛਾ ਇਜਾਜ਼ਤ ਹੈ। ਕੋਈ ਨਿਜ਼ਾਮ ਤੇ ਗੱਲ ਨਾ ਕਰਿਓ, ਉਹਨਾਂ ਦੀ ਜ਼ਾਤ ਤੇ ਕਰਿਓ ਜਿਹੜੀ ਵੀ ਕਰਨੀ। ਮੈਂ ਸਿਰਫ ਇਹੀ ਗੱਲ ਕਲੀਅਰ ਕਰਨੀ ਹੈ। ਮੈਂ ਵੀ ਅੱਗੇ ਇਹ ਗੱਲ ਸੁਣੀ ਹੈ ਕਿ ਉੱਥੇ ਤੁਹਾਡੇ ਜਮੀਲ ਸਾਹਿਬ ਇਹਨਾਂ ਨੂੰ ਦੱਸਦੇ ਸੀ ਫਿਰ ਰਾਜਾ ਜਵੇਦ ਸਾਹਿਬ ਨੂੰ ਕਿ ਇਹਨਾਂ ਦਾ ਖਰਾਜ ਤਾਂ ਕੀਤਾ ਗਿਆ ਕਿ ਇਹ ਪੜ੍ਹਾਉਂਦੇ ਸਨ ਬੱਚਿਆਂ ਨੂੰ, ਲੜਕੀਆਂ ਨੂੰ, ਔਰਤਾਂ ਨੂੰ, ਆਈ ਡੋਂਟ ਨੋ, ਬੱਚਿਆਂ ਨੂੰ, ਸਟੂਡੈਂਟਾਂ ਨੂੰ ਪੜ੍ਹਾਉਂਦੇ ਸੀ। ਤੇ ਉੱਥੋਂ ਕੋਈ ਰਿਪੋਰਟ ਹੋਈ ਹੈ ਤੇ ਉੱਥੋਂ ਕੋਈ ਸ਼ਿਕਾਇਤ ਗਈ ਹੈ ਤੇ ਉਹ ਇਹ ਉਹਨਾਂ ਦੇ ਵਿੱਚ ਕੋਈ ਗਲਤਫਹਿਮੀ ਫੈਲਾ ਰਹੇ ਸਨ। ਇਸ ਤਰ੍ਹਾਂ ਦੀ ਗੱਲ ਉਹ ਕਰ ਰਹੇ ਸੀ ਜਮੀਲ, ਜਿਹੜੀ ਕਿ ਗੱਲ ਸੁਣ ਕੇ ਮੈਨੂੰ ਅਫਸੋਸ ਵੀ ਲੱਗਾ ਤੇ ਮੈਨੂੰ ਯਕੀਨ ਹੈ ਕਿ ਉਹ ਹੈ ਵੀ ਗਲਤ ਗੱਲ। ਉਹ ਹੁਣ ਤੁਹਾਡੇ ਸਾਹਮਣੇ ਹੀ ਗੱਲ ਪੁੱਛ ਲਈ ਹੈ ਤੇ ਉਹਨਾਂ ਦੱਸਿਆ ਕਿ ਮੈਨੂੰ ਜਿਹੜਾ ਜਮਾਤ ਨੇ ਜਵਾਬ, ਜ਼ਾਹਿਰ ਹੈ ਉਹਨਾਂ ਕੇਸ ਹੀ ਅਦਾਲਤ 'ਚ ਇਸੇ ਗੱਲ ਵਾਸਤੇ ਕੀਤਾ ਹੈ ਕਿ ਬਈ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਜਮਾਤ ਉੱਥੋਂ ਕੱਢਿਆ, ਖਰਾਜ ਕਿਉਂ ਕੀਤਾ। ਜਮਾਤ ਨੇ ਜਿਹੜਾ ਓਫੀਸ਼ੀਅਲ ਜਵਾਬ ਦਿੱਤਾ ਉਹ ਇਹ ਨਹੀਂ ਦਿੱਤਾ ਕਿ ਬਈ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਸੋ ਤੇ ਤੁਸੀਂ ਉੱਥੇ ਕੋਈ ਸਾਡੇ ਖਿਲਾਫ ਸਾਜ਼ਿਸ਼ ਕੀਤੀ, ਬਲਕਿ ਉਹਨਾਂ ਨੇ ਆਖਿਆ ਤੁਸੀਂ ਟਿਕਟਾਕ ਦੇ ਉੱਤੇ ਜਿਹੜੀ ਸਰਗਰਮੀ ਹੈ ਉਹ ਵੀ ਅਗਰ ਰੋਸ਼ਨੀ ਪਾਉਣਾ ਚਾਹੋ ਤਾਂ ਦੱਸ ਸਕਦੇ ਹੋ ਤੇ ਸਿਸਟਰ ਦੱਸ ਦਿਓ ਵੀ ਟਿਕਟਾਕ ਤੇ ਤੁਸੀਂ ਕਿਹੜਾ ਸੇਬੇ ਵਾਲਾ ਬੰਬ ਚਲਾਇਆ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਆਖਿਆ ਕਿ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਸਾਡਾ ਕਰਤਾ ਹੈ। ਅਗਰ ਉਹਦੇ ਤੇ ਵੀ ਰੋਸ਼ਨੀ ਪਾਉਣਾ ਚਾਹੋ ਤਾਂ ਪਾ ਦਿਓ ਥੋੜੀ ਜਿਹੀ। सफिया सिस्टर मौजूद हो? जी जी मैं मौजूद हूँ। तो अमर भाई ये जो भी बात आप बता रहे थे ना, अगर इसका मुझे रिकॉर्डिंग मिल जाए तो मैं कोर्ट के थ्रू जमात से पूछ लेती हूँ कि ये बात जो है फैलाई जा रही है और सिस्टमेटिकली फैलाई जा रही है, तो जमात इसका जवाब दे दे। जबकि हमारी हेयरिंग में जमात के रिप्रेजेंटेटिव ने जज के सामने बैठकर मेरी बहुत तारीफ़ की थी, मेरी फैमिली की भी तारीफ़ की थी, और यहाँ पर ये लोग जो है वो आम लोगों में ये बात फैला रहे हैं। तो ये तो कोई मसला नहीं है, मैं तो कल मंडे को ही पूछ लूँगी। बस ये बता दें कि ये इनको ये बातें पहुँचा कौन गया। राजा जवेद साहब आपके साथ ये बात हो रही थी, जमील साहब यही बात कर रहे थे, आपने कोई रिकॉर्डिंग की है या मिल सकती है रिकॉर्डिंग उस जगह की जो बात है? ये भी बता दें वो तो इतना। मैंने कहा जमील साहब को ये खबर किसने दी है? ਰਿਕਾਰਡਿੰਗ ਮੈਂ ਪੂਰੀ ਲਾਈਵ ਦੀ ਰਿਕਾਰਡਿੰਗ ਹੈ ਅਲਮਾ ਸਾਹਿਬ, ਕੋਈ ਮਸਲਾ ਤੁਹਾਡੀ ਬਰਾੜ ਸੀ ਆ ਬਰਾੜ ਹੀ ਸੱਚ ਅਠਵਾਲ ਦੀ ਸੀ, ਅਠਵਾਲ ਸਾਹਿਬ ਦੀ ਸੀ ਬਰਾੜ ਮੇਰੀ। ਹਾਂ ਬਿਲਕੁਲ ਬਿਲਕੁਲ ਅਠਵਾਲ ਸਾਹਿਬ ਉਹਨਾਂ ਹਿੱਸਾ ਕੱਢ ਕੇ ਦੇ ਦਿਓਗੇ ਜੀ ਸਭ ਕੁਝ ਤੁਹਾਨੂੰ ਦੇ ਦਾਂਗੇ, YouTube ਤੇ ਚੜੀ ਹੋਣੀ ਬਲਕਿ ਚੜ ਜਾਣੀ ਅੱਜ ਜਾਂ ਕੱਲ। ਉਹ ਚੈਨਲ ਦਾ ਮੈਨੂੰ ਲਿੰਕ ਫਿਰ ਸੈਂਡ ਕਰ ਦਿਓ। ਚਲੋ ਠੀਕ ਹੈ, ਅੱਛੀ ਗੱਲ ਹੈ। हाँ जी अस्सलाम वालेकुम। एक मिनट अंकल सफ़िया आपा, आज प्रोग्राम में आपने मेरा नाम ऊपर लगाया हुआ था, मुझे समझ नहीं थी आ रही कि वो क्या वजह है, वो थोड़ा बता सकती हैं? जी वो ऑर्गेनाइजर्स जो है ना प्रोग्राम के, उनकी डीपी लगाई थी। प्रोग्राम के ऑर्गेनाइजर्स, उसमें मेरी भी लगाई हुई थी आपने डीपी जो है ऊपर जो बैठे हुए थे ना, जब इमरान कालू बैठे हुए थे तो वो आपको मुखातिब करके मुबारकबाद दे रहे थे, तो उसमें किस चीज़ की मुबारकबाद शामिल थे? इधर हुसैनी साहब की ब्रॉड के ऊपर वो मुबारकबाद दे रहे थे ना सबको कि मुबारकबाद दे रहे थे, ऑर्गेनाइज कर रहे हैं, प्रोग्राम ऑर्गेनाइज हो रहा है। इसकी बैकग्राउंड क्या है? बस नहीं ना होगी तो इसकी थोड़ी बैकग्राउंड समझा दें ज़रा। ये सुनते क्या? हाँ जी मैंने कहा वो सुनी नहीं होगी आपने बात जो कल हुई है यहाँ पर सनी साहब की बराड़ पर। मुझे तो पूरी बैकग्राउंड ही नहीं पता कि हो क्या रहा है, लेकिन आज उन्होंने सब्जी आपा ने मेरा ऊपर लगाई थी डीपी, थोड़ा एक्सप्लेन कर दें। मजा आ जाएगा नीचे। नहीं तो इजाजत देती है तो मैं वो लगा देती हूँ। आप मुझे वैसे ही अपने वर्ड में एक्सप्लेन कर दें। हुसैन साहब मौजूद हो? उसी का नीचे मैसेज पढ़ लें, आपको अंदाजा हो जाएगा प्रोग्राम का। नहीं आप मुझे बता दें, यहाँ पे कोई ऐसी बात है जो बताने वाली नहीं है।
ਹੁਸੈਨੀ ਸਾਹਿਬ ਇਹਨੂੰ ਮਿਊਟ ਕਰੋ, ਗਾਲਾਂ ਥੱਲੇ ਕੱਢਣ ਲੱਗਿਆ ਕੋਈ ਲਾਂਤੀ। ਦੇਖੋ ਕਿੰਨੀਆਂ ਗੰਦੀਆਂ, ਵੇਖੋ ਇਹਨਾਂ ਨੂੰ ਯਾਰ। ਟੁੱਟਸਿਕਰ ਆਪ ਹੀ ਮਨਾ ਕਰਦੇ, ਤੁਹਾਡੀ ਜਮਾਤ ਦਾ ਬੰਦਾ। ਵੇਖੋ आप तो मैं अपनी जो बात कर रहा हूँ, मैं वो मुझे तो ਆਪਣੀ ਦਾ ਹੋਰੀ ਨੂੰ ਹੋਰੀ ਦਾ, ਬਾਬੇ ਨੂੰ ਡੰਗੋਰੀ ਦਾ। ਜਮਾਤ ਦਾ ਨਹੀਂ ਇਹ ਚਲੋ ਮੁਸਲਮਾਨ ਇਹਦੇ ਤੇ ਲਾਨ ਪਾ ਦਿਓ ਫਿਰ, ਇਹ ਜਿੱਥੇ ਦਾ ਵੀ ਆਇਆ। एमडी तो गाली नहीं निकालते जो। ਇਹ ਗੱਲ ਠੀਕ। अच्छा, ਇਹ ਗੱਲ ठीक। अच्छा सफिया आपा, वो मुझे थोड़ा सा बता दें। आप तो पूरा प्रोग्राम कर रही थी और डिस्क्राइब भी कर रही थी सारी चीज़ों को, तो आप इधर डिस्क्राइब करने में क्या है? मुझे उसका सही तरह समझ नहीं आई। नहीं, मैं प्रोग्राम कर रही थी, सर मौजूद हो? वीडियो लगा दूंगी। वहाँ पर मैंने कहीं पर भी वो चीज़ें डिस्क्राइब नहीं की जो जवाद साहब और इमरान कालू और ये सारे कर रहे हैं। पता नहीं किस वजह से आप मुझे इतनी मुश्किल में डाल रही हैं कि प्रोग्राम देखूं, ये देखूं, कमेंट्स देखूं, वो देखूं, जैसे कोई आप जो प्रेजेंट कर रही थी अपनी ब्रॉड पे, वो कोई फखरिया बात नहीं है या समथिंग लाइक दैट। क्योंकि आप तो बड़ी जोशो खरोश से आप प्रेजेंट कर रही थी अपनी ब्रॉड पे, आप इधर आप मुझे बता नहीं रही। उधर आके पूछ लेना था यार, ये कौन सी बात, उधर क्यों नहीं आए? खतरा था। उधर भी मैं पूछ रहा था। वो कॉल डाली आपने? कॉल नहीं उठाई आपकी? उधर कॉल नहीं डाली क्योंकि वहाँ पे लोग बैठे हुए थे जो हर वक्त गालीबाजी करते हैं। और वो अली अकबर गालीबाज है? अली अकबर बैठा हुआ था, वो गालीबाज नहीं, है? सफिया आपा की ब्रॉड की बात कर रहे हैं। हाँ, सफिया आपा की ब्रॉड पे मैंने भी देखा, एक अली अकबर था, एक लड़की थी और एक और जमात का बंदा था। नहीं, वो नहीं थे, कोई और लोग थे। लेकिन ये दिस इज बिसाइड द पॉइंट। मैं सिर्फ ये कह रहा हूँ कि मुझे बता दें। मैंने अपनी पूरी ब्रॉड के ऊपर वो बात रिपीट नहीं की थी, मैं आपको वो सुनवा देती हूँ अगर मुझे हुसैनी भाई इजाजत देते हैं तो। आपने पूरी ब्रॉड लगाई थी, उसको सारा डिस्क्राइब कर रहे थे, तो इधर डिस्क्राइब करने में क्या है? तो मेरी ऊपर डीपी लगी हुई और मुझे समझ नहीं आ रही कि क्यों लगी हुई। शुक्र है टूथसिकर ਤੁਹਾਡੀ भी फोटो किसे लाई है जिंदगी पहली बार। मैं इस वक्त मैं तो इस वक्त वो हो ना कि इस इश्तियाक में बैठा हुआ हूँ कि आखिर मामला क्या है, मतलब कोई समझ नहीं आ रहा। मशहूर हो गए हो आप, मशहूर हो गए हो, आपने एमपीए बन जाना, एमएनए बन जाना अगली बारी। मशहूर क्या है वो तो, उस बात को तो छोड़े ना, वो तो डीपी तो जगह जगह लगाई होती है आप लोगों ने। जिसका इश्तिहार छप जाए, जिसका इश्तिहार छप जाए। तस्वीर भी बनाई हुई है। हाँ, तस्वीर तो आपकी एक दिन कैमरा खुल गया था तो वो लेकिन मैं तो पूछ रहा हूँ कि मामला क्या है? सेरेमनी होने जा रही है, इसमें जो है वो सफिया जो है ना मोहतरमा, जो स्वीडन वाली हैं, शायद जानते होंगे लोगों को, तो उन्होंने शरीयत के मुताबिक एक नामहरम रिश्ते को महरम रिश्ते में बदलने की जो है ना वो ख्वाहिश ज़ाहिर की है, क्योंकि उन्होंने सीकर को कहा कि वो उनके बेटे हैं, तो इस्लाम में कोई मुंह बोले बेटे का रिश्ता नहीं होता। तो अब क्योंकि वो नामहरम है, वो तो हदीस है कि दूध पिलाओ। जी जी जी, तो वो हदीस मुबारक है, वो जो बंदा बार बार रफ्तारी जड़ी है ना, स्पीड ड्राइव्स बट किल। अच्छा, मैं ये गुफ्तगू सुनी आपने टूथसिकर? ये ऐलान किया ये ऐसा कि ये गुफ्तगू चल रही है, मेरा ख्याल है कोई सीकर की तरफ से आगाज हुआ है, उसने इस तरह के इल्जाम कोई बात रही है। ये तो जो इमरान कालू तो शरीयत की बात कर रहा है, लेकिन मुझे पूरी बात का पता नहीं है। मेरा इसमें क्या मेरी समझ नहीं आ रही। देखो शरीयत दी गल अगर ਤੁਹਾਡੇ ਘਰ ਕੋਈ ਬੰਦਾ करे, सफिया आपा से बात करने दें, आप क्या बीच में अजनबी टपक करते हैं? ਉਹ ਸਵਾਲ ਤੇ ਕੀਤਾ ਵੀ ਇਹ ਵੀਡੀਓ ਤੁਹਾਡੀ ਤੁਸੀਂ ਮੌਜੂਦ ਹੋ ਦੇ ਵਿੱਚ। आमिर नज़ीर अंकल मुझे बात करने थे सफिया आपा से। वो आपकी फोटो लगाने की वजह बता रहा हूँ ना। मैं ये पूछ रहा हूँ कि ये जो भी आपकी सीकर के साथ और जवाद साहिब और इमरान कालू वाला जो भी मामला चल रहा है, वो मुझे तो नहीं ना पता उसकी पूरी डिटेल्स का, तो उसमें मुझे थोड़ा डिस्क्राइब कर दें पूरी तरह के क्या मामला है और मेरा बीच में क्या थोड़ा डिस्क्राइब कर दें मुझे सफिया आपा। हाँ जी, कर दिया डिस्क्राइब, दोबारा सुना दूं? ओहो, मुझे मेरा रोल डिस्क्राइब करें ना। सुनाइए कि उस इमरान जो खुशखबरी आपका रुकने सुनी वो सफिया आपा बड़ी मुश्किल में आपने डाला हुआ है, या आप पता नहीं किसी वजह से मुश्किल में पड़ी हुई हैं, आप बता नहीं पा रही। कभी प्रोग्राम देखो, कभी कमेंट्स देखो, कभी ये देखो।
कभी ऐसा लगता है जैसे कोई फखरिया बात नहीं है जो आपकी तरफ से हुई है, जो आप उधर कर रही थी और इधर नहीं आप इसका जिक्र करना चाहती? बोल रहे थे, मैं दोबारा लगाती हूँ। नहीं मैं करना चाहती हूँ, लेकिन आप 1 मिनट म्यूट लगा कर आप मुझे वैसे डिस्क्राइब कर दें ना, आप मुझे डिटेल से डिस्क्राइब कर दें अपने अल्फाज में। तो ठीक है आवाज ब्रेक हो रही, आवाज नहीं आ रही है सफिया। तो हमें आवाज नहीं आ रही थी। आवाज नहीं आ रही, आवाज ब्रेक हो रही है, सिग्नल का कोई इशू है शायद, थोड़ी बहुत आई है, ना आने के बराबर। हाँ मैं थोड़ा साइड पे होकर बैठी हुई हूँ। सफिया आप अपने अल्फाज में क्यों डिस्क्राइब कर देती हैं? आपने पूरी ब्रॉड लगाई हुई थी, ऐसा तो मुझे समझ नहीं ना आएगी। अब 2 लोगों के दरमियान बातचीत हो रही है, मुझे मेरा क्या उससे लेना देना? आप डिस्क्राइब कर दें पूरी तरह, अच्छी तरह समझा दें सारे मामले को, फिर मेरा रोल बता दें। इस वीडियो में आपका ही नाम लिया जा रहा है यार, ट्रुथ सीकर। नाम लिया जा रहा है तो किससे क्या हो गया? नाम लिया जा रहा है तो आपने माइक म्यूट कर लिया। बार बीच में आमिर नजीर साहब आप आ जाते हैं, मैं आपको मुझे बात करने दें। मैं सिर्फ ये पूछ रहा हूँ कि नाम लिया जाता है। हाँ जी हाँ जी बताएं। हाँ जी, मैं ये पूछ रहा हूँ कि सारा मुझे डिस्क्राइब कर दें और इसमें ये भी बता दें कि मेरा क्या रोल है, ताकि मुझे समझ तो आए ना कि ये सारा क्या इसकी बैकग्राउंड है। जी हुसैनी साहब की ब्रॉड है, आप इमरान कालू के साथ बैठे हुए हैं 7 वाली सीट पे। आ गई आवाज? अच्छा, तो उस वक्त तो बिलाल भी बैठा हुआ था। ठीक है, बिलाल तो वो एमडी नहीं है ना? अच्छा, मैं अहमदी हूँ, मैं ब्रॉड में बैठा हुआ हूँ साथ, मेरा नाम किसी ने ले लिया, तो इससे क्या हुआ? कुछ भी नहीं हुआ। मैंने क्या कहा कुछ हुआ है? तो आप कुछ बात करने लगे थे तो इमरान कालू ने कहा, आप डिस्क्राइब तो करें ना प्लीज। हाँ जी जी बताएं। यहाँ तक समझ आ गई कि आप कोई बात करने लगे थे तो इमरान कालू ने कहा रुक जाओ, तो आपने अपना माइक म्यूट कर लिया। अब अगर इमरान कालू ने जो खुशखबरी दी, जिस सेरेमनी का ऐलान किया, वो अगर ऐलान अच्छा था तो आप खामोश रहे। अगर आपको लगता कि ये बिलो दी बेल्ट बात कर रहे हैं वो, तो आप फौरन माइक खोलते जिस तरह अभी कर रहे हैं अपने लिए, तो आप बताते। आप समझ आ गई मेरी बात? लेकिन वो आपका या सीकर का या इमरान कालू का मामला है। सीकर ने आके से क्या कहा, क्या नहीं कहा, उसकी क्या बैकग्राउंड है। मैं वहाँ पे अगर बैठा हुआ हूँ तो ये मेरा जो है गुनाह हो गया। जी मैं तो कई दफा आमिर नजीर इस वक्त जो है साहब कई बातें कह रहे होते हैं तो मैं अगर बैठा होता हूँ, उसका मतलब है जो आमिर नजीर कह रहे हैं वो ठीक कह रहे हैं। या कई दफा जब आमिर नजीर कोई बात कर रहे हैं तो मैं भी वहाँ पे, मुझे भी आमिर नजीर साहब कहते हैं रुक जाओ, तो मैं भी रुक जाता हूँ। इमरान कालू की बात आपको गलत लगी? मुझे तो पूरी बैकग्राउंड ही नहीं पता। आप किसी और का मामला मुझसे क्यों पूछ रही हैं? वो तो उनसे जाके पूछे ना, वो तो सीकर का और उनका मामला है। मेरा इससे क्या लेना देना है? मेरा ख्याल में इससे ज्यादा डिटेल में नहीं समझा सकती। आप स्ट्रगल कर रही हैं, आपको डिस्क्राइब ही नहीं करना आ रहा, तो आप पता नहीं कैसे केस लड़ी होंगी जमात के साथ। ये मसला अब आपके केस पे आ गया है। नहीं, मुझे डिस्क्राइब तो करते हैं। हाँ जी, एपिसोड वो टोटो में बात कर रही है, पूरी तरह डिस्क्राइब ही नहीं कर रही। जो बात आपने पूछनी है पूछे उनसे, तो मैं उनकी मदद करता हूँ। नहीं, आप मदद ना करें, सफिया आपा साहिबा को बताना चाहिए ना। वो उन्होंने वो नहीं कर पा रही, तो फिर कोशिश करते हैं। चले ठीक है, चले छोड़ दें। चले सफिया, वो बस ऐसी उन्होंने लगा दी थी, उनको पता ही नहीं, उनको पता ही नहीं चल रहा कि वो डिस्क्राइब कैसे करें। चले छोड़ दें। चले, उनको कुछ पता नहीं तो आपने छोड़ दिया, तो अच्छा किया आपने, अच्छा ही कर दिया। अगर तो डिस्क्राइब कर सकती हैं तो कर दें, वरना ठीक है। चलो, क्या चीज डिस्क्राइब करानी है?
मैं उनसे पूछ रहा हूँ ना सफिया आपा से, आपसे मैं तो नहीं वही पूछा। पूछ रहा हूँ कि वो क्या चीज डिस्क्राइब कराने के लिए कह रहे हैं, बाकी भी तो सुन रहे हैं ना, पता लगे क्या चीज डिस्क्राइब कराने। जी वो सफिया आपा मैं अगर हुसैनी मुझसे साहब पूछेंगे से तो मदद ले मेरा रहा हूँ, मतलब है जी, मैं आपको नहीं समझा पा रही, तो मैं चले हुसैनी भाई से चले, मदद ले रही हूँ। ये तो एम्बुलेंस आ गई ना, ये तो एम्बुलेंस आ गई ना सफिया आपा, ये तो कोई बात ना हुई। एम्बुलेंस तो आती है नहीं क्योंकि पता मैंने है। आपने तो बड़ी 3 दफा समझाया है। जोशो खरोश से, आपने तो बड़ी जोशो खरोश से आपने ब्रॉड लगाई थी और इधर आप डिस्क्राइब ही नहीं कर पा रही। नहीं, क्या चीज डिस्क्राइब करनी है वो पता तो चले, ये तो वो सफिया आपा को मैं बता रहा हूँ, आपको ਸੈਣੀ नहीं ਸਾਹਿਬ पता। ਤੁਹਾਡੀ ਬਰਾੜ आप ਦੀ बीच में- ਰਿਕਾਰਡਿੰਗ ਤੁਹਾਡੀ सफिया- ਬਰਾੜ ਦੀ ਰਿਕਾਰਡਿੰਗ सफिया 2 आपा से ਵਾਰੀ ਉਹਨਾਂ बात हो ਪਲੇ जाती है, ਕੀਤੀ। कभी 1 आपने नबी ਮਿੰਟ साहब टपक पड़ते हैं, कभी यार चुप कभी कर जा, सैनी आधा साहब- घंटा हो गया गल तुसा पीण पा के बैठे हो। सैनी साहब आपकी ब्राड की रिकॉर्डिंग है, चीखा मारी जाते हो ना, वो सुन लें, आप सुन लें, वो सफिया से रिप्ले करती हैं, इनको मैं समझा दें प्रोग्राम कुछ। सुन लूं, मैं ब्रॉड सुन लूं, मैं ये सुन अच्छा लूं, सैनी मैं वो साहब को सुन लूं। सुनने दें, उनकी ब्राड की रिकॉर्डिंग उनको सुने जी, सुनाएं जी। ये लगाएं। सही है, पूछ रहे हैं कि सही शहजादे लोग हैं वैसे, बिल्कुल शहजादे लोग हो आप, सैनी साहब से बात कोई कर बात लूं। आप लोग डिस्क्राइब ही नहीं कर सकते। मैंने पूछा है क्या डिस्क्राइब करना है, तो वो तो बताया नहीं। हाँ जी, वो मुझे पूछ रहे थे कि मेरा इसमें क्या रोल है, तो मैंने कहा कि जब इमरान कालू ने आके खुशखबरी दी थी और या। सेरेमनी का ऐलान किया था, तो या। ये कोई बात कर रहे थे, इमरान कालू ने इनको रोक कर वो ऐलान किया सेरेमनी का। तो अगर वो गलत बात थी, बिलो दी बेल्ट बात थी, तो जिस तरह से हुसैनी भाई तड़प के बोल पड़े थे या हुसैनी भाई ने जवाब दिया था, तो ये भी माइक खोल लेते। नहीं, मीन्स के सैनी साहब ने कब जवाब दिया था? उन्होंने भी बड़ी देर इमरान चलिए। कालू बात करता रहा, सैनी साहब ने तो नहीं उतारा। चले हुसैनी भाई पे मैं लगाती हूँ। हाँ तो वो आप हुसैनी इजाजत साहब है? से पूछे ना, वो आप हुसैनी साहब मैं से भी हुसैनी पूछे, साहब से बात कर रही थी। आप बिलाल से भी पूछे, वो भी बैठा हुआ था। मुझे तो समझ नहीं मैं आ रही कि हुसैनी साहब से मुझ भी पे बात क्यों आ कर रही हैं रही आप? थी। इनसे हुसैनी साहब से बात कर सफिया बाजी इनसे ना पूछ, इनसे कुछ ना पूछे, इन पर नहीं बोझ पूछ ना रही, मैं तो डालें। आपसे बात कर रही थी। हाँ बेशक आप मेरे साथ बात करें, इनके ऊपर बोझ हाँ, ना हुसैनी डालें, साहब से बात करें, गैर लेकिन मामूली बोझ लेकिन ना इंसाफ डालें इन पर। इंसाफ से ये बात भी करें। है। और हाँ जी। और हुसैनी साहब ने साहब यही इनके मौका दिया ऊपर था। बोझ अगर डाला जाए ना तो इनको पानी में बैठना आता है, वो बोझ खुर जाता है, आपको पता है। चलो चलो हम जने ना सड़ियां मारना शुरू करते हो। बोझ इतनी उतारना उम्र हो आता है गई ना, है, ट्रुथ सीकर को बोझ उतार लेता है। ट्रुथ सीकर बड़ा होशियार समझदार आदमी। अच्छे भले बुजुर्ग हो गए हैं, बात डिस्क्राइब करनी आती नहीं, बस ऐਵੇਂ ही रोला इल्जाम अगर बोझ आप पर पड़ा, अगर आप पर बोझ पड़ा तो आप उतारना जानते हैं ना बोझ को। यार क्या शुरू हो गए यार। पानी में बैठ जाते हो, बोझ खुर जाता है। मुश्किल है। आप लोगों को बात करनी नहीं आती वैसे, ऑनेस्टली आप लोगों को बात करनी नहीं आती। मेरा ख्याल ये है तो नामा सवाल साहब आपने जी। दरखास्त करके लो देना, तो गाल शुरू हो करने गए। से ना लगी है। ये मुझसे तकरीबन 25 साल बड़े हैं सारे, ठीक है, और देखें ये सारे तीनों कट्टे शुरू हो गए मेरे खिलाफ। हाँ, ये समझाओ समझाओ जरा, नसीहत करो अच्छी अच्छी। मैं क्या जो बात आपने बड़ी अच्छी कही है कि इनको बात नहीं करनी आती, मैंने तो तस्लीम कर लिया है, और मुझे आप समझाएं किस तरह बात की जाती है। मैंने भी तस्लीम कर लिया। मैं भी अपने वाल पाई जाओ। जी, तीन एम्बुलेंस बन गई है। जो बात आपने बताई है मैंने अपने हक में तस्लीम कर ली। आप सही कहते हैं, वाकई मुझे बात करनी नहीं मैंने आपको तो कहा ही नहीं, है। आपको नहीं कहा मैंने। अच्छा, मुझे नहीं कहा, ठीक है, चलो फिर मैं बात खत्म होगी। और किसको कहा है वो भी देख लें, जिसको कहा है वो पूछ लें फिर। वो तो मुझे अब इजाजत नहीं ना दे रहे आप बात करने की, तो वो तो मैं भी मानता हूँ, मैं भी मान गया हूँ ट्रुथ सीकर साहब कि मुझे बात करनी नहीं आती, तो आप बताएं कैसे बात करनी चाहिए, समझाएं जरा। असल में बात ये सिंपल सी है कि आप लोग ना कोई आर्गूमेंट्स अच्छी तरीके से नहीं प्रेजेंट कर सकते। आप लोग बस इल्जामबाजी करते हैं, टॉन्ट्स करते हैं। फिर अक्सर जब आप ये कर रहे होते हैं ना, आप लोगों ने किया भी ये होता है कि अहमदी अगर कोई बात करने भी लगे तो उसको फौरन उतार दिया। आप लोग एक जो होता है ना कि इक्वल अपॉर्चुनिटी दोनों साइड को दी जाए, वो भी नहीं देते। वो बीच में बंदे बिठाए होते हैं गालियां देने वाले, वो बात भी नहीं करने देते। लेकिन अगर कोई जायज़ बात हो ना, कभी मैंने नहीं देखा कि कुछ सही तरीके से जायज़ तरीके से बंदा बात करे, कोई बात अपनी समझाए। तो ये मुझे हमेशा प्रॉब्लम रही है आप लोगों से। मतलब मैंने स्ट्रेट फॉरवर्ड आके सफिया आपा से पूछा है, मुझे वो डिस्क्राइब ही नहीं कर रही। कभी वो प्रोग्राम देख लो, आप उधर बैठे हुए थे, वही उनका सबसे ज्यादा तो कसूर मेरा कसूर है। एक मिनट, बात कंप्लीट नहीं हुई, बात कंप्लीट नहीं हुई भाई, बात कंप्लीट नहीं हुई। सबसे पहले सफिया आपा ने जाके जो कि मैं बैठा हुआ था, सबसे ज्यादा तो ये बात अगर जाती है तो फिर जो ब्रॉड का ओनर है
जिसने इमरान कालू को उठाया, इतनी देर बात करने दी, वो उस पे जाती है, पता नहीं फिर मेरे पे क्यों, मतलब मुझे आई डोंट गेट इट। वहां पे वो लोग भी बैठे हुए हैं, मतलब सिंपल डिस्क्रिप्शन नहीं दे पा रही। मैंने क्या समझा इमरान नहीं पा खान रही। के सिलसिले में मेरी क्या गलती है प्रोसीकर साहब, मुझे क्या करना चाहिए और क्या नहीं करना चाहिए वो बताएं। जी मेरी बात होगी जी, मैंने अब ये बात नहीं अब आप की। मेरा जिक्र भी दरमियान में ले आए हैं ना दोबारा, मैंने तो माफी मांग ली थी, वो बता दिया था कि मुझे बात नहीं करनी आती, उसमें तो आपने कहा कि मुझे नहीं कहा। अब मैंने आपको आपने नहीं कहा कहा। हैं? आपको नहीं कहा। अब आपने इमरान खान को लेने और उसकी बात करने या सुनने के मतलब मुझे कोई नसीहत की है, वो क्या है? तो मैंने आपको नहीं की। हाँ जी, अच्छा वो, आपको नहीं की मैंने। अच्छा वो भी मैंने मेरे मतलब नहीं है, ठीक है। सफिया आपा को जवाब दिया, वो आई थिंक ही इज ट्राइंग टू फाइंड अ वे आउट ऑफ दिस। अब वो बात नहीं कर रही। मैं जाना 10 मिनट रह गए ना, मैं जाना ट्रुथ सीकर साहब, मैंने समझ आई है, नहीं मुझे समझ आ गई है कि आपने सारा नक्श मेरे में निकाला है, मुझे बात करनी नहीं आती। मैं अरबी पढ़ते पढ़ते मैंने बड़ा मौका दिया मुझे, मैं अरबी में बात करते करते बीच में उर्दू पंजाबी बोल जाता हूँ। इन्ना नहनो नज़ल इन्ना यानी इन्ना यानी इन्ना नहनो नज़ल न जिक्र, मैं ये कर जाता हूँ कि कुरान की आयत में उर्दू पंजाबी बोल जाता हूँ, ये मेरा कसूर है यार। अच्छा भाई, मैं अरबी के अंदर उर्दू डाल देता हूँ, ये मेरी गलती। अच्छा मैं जा रहा हूँ, आप पीछे से जो भी हमें यानी इन्ना वही करना आता है, बात तो करनी आपको नहीं आती, ये मेरा कसूर है ना। अल्लाह हाफ़िज़, अस्सलाम वालेकुम। मतलब अरबी के अंदर उर्दू में बोल जाता हूँ। मैं कहना सारियां गल्लां वादे करके चले, थोड़े वक्त एप्रीशिएट करो अलामा साहब जी, ਸਾਡੇ ਟਰੁੱਥ ਸੀਕਰ ਸਾਹਿਬ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਮੁਖਤਸਰ ਵਕਤ ਵਿੱਚ ਜਾਮੇ ਤੌਰ ਤੇ ਸਾਰੇ ਮਜ਼ਾਮੀਨ ਦੇ ਉੱਤੇ ਬਹਿਸ ਕਰਕੇ, ਕਿਉਂਕਿ ਉਹਨਾਂ ਨੂੰ ਜਲਦੀ ਜ਼ਰੂਰੀ ਕੰਮ ਵਾਸਤੇ ਜਾਣਾ ਹੈ, ਉਹ ਤਸ਼ਰੀਫ ਲੈ ਗਏ ਨੇ, ਲੇਕਿਨ ਇਹ ਤੁਸੀਂ ਐਪਰੀਸ਼ੀਏਟ ਕਰੋਗੇ ਕਿ ਨਹੀਂ ਕਿ ਉਹਨਾਂ ਨੇ ਸਾਰੇ ਇਸ਼ੂਜ਼ ਨੂੰ ਜਾ ਬਜਾ ਮਿਨ ਜੁਮਲਾ ਉਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ ਤੇ ਉਹਦੇ ਤੇ ਬਹਿਸ ਕੀਤੀ ਹੈ ਜੀ। ਅੱਛਾ ਸਰ, ਆਮਨ ਨਜ਼ੀਰ ਸਾਹਿਬ ਤੁਸੀਂ ਫਰਮਾ ਰਹੇ ਸੀ, ਆਮਨ ਨਜ਼ੀਰ ਸਾਹਿਬ ਤੁਸੀਂ ਫਰਮਾ ਰਹੇ ਸੀ ਕਿ ਮੈਂ ਆਪਣੀ ਬਰਾੜ ਤੇ ਬਹਿ ਕੇ ਅਹਿਮਦੀਆਂ ਦੇ ਖਿਲਾਫ ਗੱਲ ਨਾ ਕਰਾਂ ਤੇ ਕਿਹਦੇ ਖਿਲਾਫ ਕਰਾਂ। ਉਹ ਮੈਂ ਜਵਾਬ ਦੇਣਾ ਵਾ ਕਿ ਦਿਓਬੰਦੀਆਂ ਦੇ ਖਿਲਾਫ ਕਰੋ, ਜਿਹੜੇ ਤੁਹਾਨੂੰ ਕਾਫਰ ਮੁਰਤਦ ਜ਼ਿੰਦੀ ਕਹਿੰਦੇ ਨੇ। ਕੱਲ ਉਸ ਮੌਲਵੀ ਉਸਮਾਨ ਸਾਹਿਬ ਨਾਲ ਮੇਰੀ ਗੱਲ ਹੋਈ ਆ, ਉਹਨਾਂ ਨੇ ਮੈਨੂੰ ਰਾਤ ਨੂੰ ਕਿਹਾ ਵਾ ਕਿ ਸੁਣ ਲੈਣੀ ਤੇ ਫਿਰ ਬਾਅਦ ਚ ਮੈਂ ਸੁਣਾਂਗਾ, ਬਾਅਦ ਚ ਫਿਰ ਤੁਸੀਂ ਸੁਣ ਲੈਣੀ, ਘਬਰਾਣਾ ਨਹੀਂ ਹੈ, ਕਰੋ ਜੀ ਗੱਲ। ਸੁਣੋ ਨਾ, ਪਹਿਲੇ ਮੇਰਾ ਤਾਂ ਸਵਾਲ ਸੁਣ ਲਓ। ਅੱਛਾ, ਉਹ ਮੌਲਵੀ ਉਸਮਾਨ ਸਾਹਿਬ ਫਰਮਾ ਰਹੇ ਸੀ ਕੱਲ ਕਿ ਅਨ ਕਰੀਬ ਅਸੀਂ ਦਿਓਬੰਦੀਆਂ ਦੇ ਖਿਲਾਫ ਹੀ ਕੌਮੀ ਅਸੈਂਬਲੀ ਦੇ ਵਿੱਚ ਜਾਵਾਂਗੇ ਕਿ ਅਹਿਮਦੀਆਂ ਮੰਗਾਂ ਉਹਨਾਂ ਨੂੰ ਗੈਰ ਮੁਸਲਮ ਕਰਾਰ ਦਵਾਵਾਂਗੇ। ਇਹ ਕੱਲ ਮੌਲਵੀ ਉਸਮਾਨ ਨੇ ਮੈਨੂੰ ਕਿਹਾ ਵਾ, ਤੇ ਤੁਸੀਂ ਪਹਿਲਾਂ ਉਹਨਾਂ ਦੇ ਨਾਲ ਮਿਲ ਕੇ ਤੇ ਦਿਓਬੰਦੀਆਂ ਦੇ ਖਿਲਾਫ ਜਾਓ, ਉੱਥੇ ਕੋਈ ਤਬਲੀਗ ਕਰੋ ਤੇ ਫਿਰ ਮਤਲਬ ਸਾਡੇ ਖਿਲਾਫ ਗੱਲ ਕਰੋ। ਤੁਸੀਂ ਕਹਿੰਦੇ ਕਿ ਮੈਂ ਕਿਹਦੇ ਖਿਲਾਫ ਗੱਲ ਕਰਾਂ? ਦਿਓਬੰਦੀਆਂ ਦੇ ਖਿਲਾਫ ਕਰੋ, ਜਿਹੜੇ ਤੁਹਾਨੂੰ ਉਹ ਤੁਹਾਡੇ ਭਾਈ ਨੇ। ਇਸਲਾਮ ਦੇ ਵਿੱਚ ਵੀ ਇਹ ਵਾ ਕਿ ਪਹਿਲਾਂ ਆਪਣੇ ਭਾਈਆਂ ਦੀ ਤਰਬੀਅਤ ਕਰੋ, ਉਹ ਤੁਹਾਡੇ ਭਾਈ ਨੇ, ਉਹਨਾਂ ਨੂੰ ਪਹਿਲਾਂ ਮੁਸਲਮਾਨ ਕਰੋ, ਕਿਉਂਕਿ ਤੁਹਾਨੂੰ ਕਾਫਰ, ਜ਼ੰਦੀਕ ਤੇ ਮੁਰਤਦ ਕਹਿੰਦੇ ਨੇ। ਠੀਕ, ਹੁਣ ਇਜਾਜ਼ਤ ਹੈ ਮੈਂ ਜਵਾਬ ਦੇ ਲਾਂ? ਜੀ ਜੀ। ਇਹ ਤੁਸੀਂ ਹੁਣ ਮਿਊਟ ਲਾ ਲਓ, ਜਿਸ ਤਰ੍ਹਾਂ ਮੈਂ ਮਿਊਟ ਲਾ ਕੇ ਤੁਹਾਡੀ ਗੱਲ ਸੁਣ। ਇਹ ਤੁਸੀਂ ਦੱਸ ਦਿੱਤਾ ਹੈ ਕਿ ਉਹ ਮੇਰੇ ਭਾਈ ਨੇ ਤੇ ਭਾਈਆਂ ਦੇ ਖਿਲਾਫ ਨਹੀਂ ਜਾਈਦਾ। ਇਹ ਮੈਨੂੰ ਵੀ ਪਤਾ ਹੈ ਕਿ ਜਿਹੜੇ ਬੰਦੇ ਭਾਈ ਅਮਨ ਉਹ ਭਾਈਆਂ ਦੇ ਖਿਲਾਫ ਨਹੀਂ ਜਾਂਦੇ। ਵੇਖੋ ਤੁਹਾਡੇ ਭਾਈ ਸਨ ਲੋਰੀ, ਉਹ ਤੁਹਾਨੂੰ ਮੁਰਤਦ, ਜ਼ਿੰਦੀਕ, ਕਾਫਰ, ਦਜਾਲ, ਕਜ਼ਾਬ ਵੀ ਕਰਾਰ ਦਿੰਦੇ ਸਨ, ਬਲਕਿ ਤੁਹਾਡੇ ਖਲੀਫਾ ਦੇ ਉੱਤੇ ਬੜੇ ਬੜੇ ਗੰਦੇ ਇਲਜ਼ਾਮਾਤ ਵੀ ਲਾਉਂਦੇ ਸਨ, ਤੇ ਬਲਕਿ ਖੁਦ ਮਿਰਜ਼ਾ ਸਾਹਿਬ ਦੇ ਉੱਤੇ ਇਲਜ਼ਾਮ ਲਾਉਂਦੇ ਸਨ। ਇੱਕ ਖਤ ਬਰੰਗ ਆਇਆ ਜਿਹਦੇ 'ਚ ਲਿਖਿਆ ਸੀ ਕਿ ਜਨਾਬ ਇਹ ਖਲੀਫਾ ਸਾਹਿਬ ਤੋਂ ਤਾਂ ਸਾਨੂੰ ਘੱਟ ਇਤਰਾਜ਼ ਏ, ਇਹ ਤੇ ਜਿਹੜੇ ਨੇ ਨਾ ਮਿਰਜ਼ਾ ਸਾਹਿਬ ਤੇ ਘੱਟ ਇਤਰਾਜ਼ ਹੈ ਕਿਉਂਕਿ ਉਹ ਤੇ ਵਲੀ ਅੱਲਾ ਹੈ, ਤੇ ਕਦੇ ਕਦੇ ਜ਼ਨਾ ਕਰਦੇ, ਲੇਕਿਨ ਖਲੀਫਾ ਸਾਹਿਬ ਤੇ ਬਹੁਤ ਇਤਰਾਜ਼ ਹੈ ਕਿ ਰੋਜ਼ ਜ਼ਨਾ ਕਰਦੇ ਨੇ। ਦੇਖੋ ਨਾ, ਲੇਕਿਨ ਤੁਸੀਂ ਉਹਨਾਂ ਦੇ ਖਿਲਾਫ ਨਹੀਂ ਗਏ, ਕਿਉਂ? ਭਰਾਵਾਂ ਦੇ ਖਿਲਾਫ ਨਹੀਂ ਜਾਈਦਾ। ਇਹ ਤੁਹਾਡੇ ਕੋਲੋਂ ਹੀ ਸਿੱਖਿਆ ਮੈਂ ਰਹੀਲ ਸਾਹਿਬ ਕਿ ਜਿਹੜੇ ਆਪਣੇ ਭਰਾ ਨੇ ਉਹ ਮੁਰਤਦ, ਜ਼ਿੰਦੀਕ, ਕਾਫਰ ਆਖਣ ਜਾਂ ਜ਼ਨਾ ਦੇ ਇਲਜ਼ਾਮ ਲਾਵਣ ਜਾਂ ਜੋ ਵੀ ਕਰਨ, ਜ਼ਾਹਿਰ ਭਰਾ ਭਰਾ ਹੀ ਹੁੰਦੇ ਨੇ, ਤੇ ਭਰਾਵਾਂ ਦੇ ਖਿਲਾਫ ਨਹੀਂ ਜਾਈਦਾ। ਤੇ ਰਹੀਲ ਸਾਹਿਬ ਜਿਸ ਤਰ੍ਹਾਂ ਤੁਸੀਂ ਨਹੀਂ ਜਾਂਦੇ, ਮੇਰੀ ਗੱਲ ਮੁਕੰਮਲ ਹੋ ਲੈਣ ਦਿਓ ਨਾ, ਮੇਰੀ ਗੱਲ ਤਾਂ ਮੁਕੰਮਲ ਹੋ ਲੈਣ ਦਿਓ। ਤੁਸੀਂ ਸਵਾਲ ਨਹੀਂ ਸਮਝੇ। ਮੈਂ ਕਦੋਂ ਸਵਾਲ
ਮੈਂ ਸਮਝ ਗਿਆ ਕਿ ਆਪਣੇ ਭਰਾਵਾਂ ਦੀ ਪਹਿਲੇ ਤਰਬੀਅਤ ਕਰੋ ਤੁਸੀਂ ਹਾਂ ਤਰਬੀਅਤ ਠੀਕ ਤਰਬੀਅਤ ਚਲੋ ਤਰਬੀਅਤ ਦੀ ਗੱਲ ਕਰ ਲੈ ਠੀਕ ਹੋ ਗਿਆ ਵਿੱਚ ਹੀ ਆ ਜਾਏਗਾ ਤਰਬੀਅਤ ਦਾ ਮਿਊਟ ਲਾ ਲਓ ਮੈਂ ਕਿਹਾ ਕਿ ਇਹ ਤੁਸੀਂ ਇਹ ਗੱਲ ਦੱਸੀਏ ਕਿ ਨਾ ਉਹਨਾਂ ਦੇ ਖਿਲਾਫ ਜਾਣਾ ਨਾ ਉਹਨਾਂ ਦੀ ਤਰਬੀਅਤ ਕਰਨੀ ਜੇ ਤਰਬੀਅਤ ਕਰਨੀ ਹੁੰਦੀ ਤੇ मिर्जा साहब आंदे सन कि जिसने मेरे हाथ पर बैत की वो सहाबे रसूलुल्लाह में दाखिल हो गया खुतबा लामिया मिर्जा साहब ने लिखा हुण शेख अब्दुररहमान मिसरी ते मिर्जा साहब दे हत्थे बैत कीती सी लेकिन तुहाडे खलीफा दे उत्ते ज़ना दे इल्जाम लांदे सी शेख अब्दुररहमान मिसरी साहब लेकिन उन्हां दी तरबियत किसी ने नहीं की ना मिर्जा साहब कर सके ना तुहाडे खलीफा सानी साहब कर सके ना कहना कि 5 मिनट मेरे को जवाब सुन के अच्छा यार वारी ना रहील साहब इंज तरी ने करीदा यार मैं ये अर्ज पे करना कि ये तुहाडे कोल मैं गल सीखी है कि ना अपने दे खिलाफ जाना है बराड़ लानी है तो ना अपने दी तरबियत करनी बल्कि उन्होंने उन्होंने दे हाल ते छोड़ देना है जिस तरह के तुहाडे काबिल सवाल ही गलत समझे हो अच्छा ये नहीं सही समझा मैं कदों अच्छा मेरी रिकॉर्डिंग सुन लो त्रीजी वारी समझाओ की सवाल तुहाडा सवाल मैं ਤੁਹਾਨੂੰ ਕਦੋਂ ਨਹੀਂ ਮੈਂ ਤੁਹਾਨੂੰ ਕਦੋਂ ਕਿਹਾ ਕਿ ਆਪਣੇ ਭਰਾਵਾਂ ਦੇ ਖਿਲਾਫ ਨਹੀਂ ਜਾਣਾ ਮੈਂ ਤੁਹਾਨੂੰ ਇਹ ਕਹਿਣ ਡਿਆ ਵਾਂ ਕਿ ਤੁਸੀਂ ਮੁਖਤਸਰ ਸਮਰੀ ਸੁਣੋ ਮੈਂ ਤੁਹਾਨੂੰ ਇਹ ਕਹਿਣ ਡਿਆ ਹੋਇਆ ਤੁਸੀਂ ਹੁਣ ਜ਼ਨਾ ਜ਼ਨੂ ਤੇ ਜਾਓਗੇ ਤਾਂ ਫਿਰ ਮੈਂ ਬਹੁਤ ਕੁਝ ਕਹਿ ਦਾਂਗਾ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਤੁਸੀਂ ਕਹਣਾ ਮੇਰੇ ਕੋਲ 3 ਮਿੰਟ ਰਹਿ ਗਏ ਨੇ ਇਸ ਵਾਸਤੇ ਜ਼ਨਾ ਜ਼ਨੂ ਦੀ ਗੱਲ ਨਾ ਕਰੋ मैं सिर्फ ये कर रहा कि मुसलमान की गल करो साहब बात सुने अल्लामा साहब छोटी सी बात है बात सुने आप एक बंदे ने गल करनी कि दोवां ने गल करनी यार नहीं मैनू गल करन मैं तो छोटी सी बात है रेल साहब गल पे कर देना एक मुनाफिक का जो खत पेश कर रहे हैं उसमें लिखा है वलीउल्लाह और वलीउल्लाह में हजरत अबू बकर हजरत उस्मान हजरत उमर नहीं वो आपके वलियों की बात कर रहा है वो आपके वलियों की बात कर रहे हैं वो भाई मैं नहीं कर रहा वो आपके खलीफा ने किया जो कुछ किया है क्योंकि आपके खलीफा ने खत छापा है मैंने तो नहीं छापा खत मैंने लिखा है या मैंने छापा है अच्छा मेरी अच्छा वो यार आपके घर की बात है आपके घर की बात है आपके घर की बात है वली भी आपके हैं और खलीफे भी आपके हैं और मसीह मऊद भी आपके मेरा इससे क्या लेना देना भाईजान देखें आपने वलीउल्लाह बोला है ना तो वो मैंने नहीं बोला खत में लिखा है यार वो खत में लिखा है चाचा जी वो खत में लिखा है ना और चाचा तेरे मिर्जा साहब को उन्होंने वलीउल्लाह कहा मेरा क्या कसूर है इसमें मैं तो उनको वलीउल्लाह नहीं मानता ਜਿਹੜਾ ਮੈਂ ਸਵਾਲ ਕੀਤਾ ਸੀ ਤੁਸੀਂ ਉਹ ਯਾਰ ਉਹਨੂੰ ਸੋੜ ਨਾ ਆਂਦਾ ਮੈਂ ਤਪਦੀ ਚਲਵਾਣੀਆਂ ਨੇ ਮੈਂ ਤੇ ਦੇਣ ਨੂੰ ਤਿਆਰ ਹਾਂ ਜਵਾਬ ਇੱਕ ਬੰਦਾ ਸਵਾਲ ਕਰ ਲਓ ਤੇ ਲੈ ਲਓ ਜਵਾਬ ਉਹ ਸਵਾਲ ਮੇਰਾ ਇਹ ਸੀ ਕਿ ਤੁਸੀਂ ਮੈਂ ਦੁਬਾਰਾ ਦੁਹਰਾ ਦਿੰਦਾ ਸਵਾਲ ਮੇਰਾ ਇਹ ਸੀ ਅਗਰ ਤੁਸੀਂ ਹੁਣ ਖਤਾਂ ਵੱਲ ਗਏ ਨਾ ਇੱਕ ਤੇ ਗੱਲ ਇਹ ਵਾ ਕਿ ਤੁਸੀਂ ਕਹਿ ਦਿੰਦੇ ਕਿ ਲਾਹੌਰੀ ਆਂਦੇ ਨੇ ਤੁਹਾਨੂੰ ਕਿਹਾ ਇਹ ਤੇ ਤੁਹਾਡੀ ਥਿਊਰੀ ਆ ਮੂੰਹ ਦੀ ਗੱਲ ਆ ਤੁਹਾਡੀ ਪ੍ਰੈਕਟੀਕਲ ਇਹ ਵਾ ਕਿ ਇੱਥੇ ਇੱਕ ਵੀ ਬਰਾੜ ਨਹੀਂ ਲੱਗਦੀ ਲਾਹੌਰੀ ਦੇ ਤੇ ਅਹਿਮਦੀਆਂ ਦੀ ਇੱਕ ਵੀ ਬਰਾੜ ਨਹੀਂ ਲੱਗਦੀ ਜਿੱਦੇ ਪਾਸੇ ਕੋਈ ਲਾਹੌਰੀ ਬੈਠੇ ਹੋਣ 4-5 ਤੇ ਇਧਰ ਖਿਲਾਫਤ ਦੇ ਅਹਿਮਦੀ ਬੈਠੇ ਹੋਣ ਕੋਈ ਬਰਾੜ ਨਹੀਂ ਲੱਗਦੀ ਇਹ ਤੇ ਝੂਠ ਤੁਹਾਡਾ ਬਿਲਕੁਲ ਸਾਬਤ ਹੋ ਗਿਆ ਲੋਕੀ ਜਿੰਨਾ ਸੱਚਾਈ ਦੀ ਰਮਕ ਹੋ ਗਈ ਉਹ ਦੇਖ ਲੈਣਗੇ ਤੇ ਬਾਕੀ ਦਿਓਬੰਦੀਆਂ ਦੀ ਤੇ ਬਰੇਲਵੀਆਂ ਦੀ ਬਰਾੜ ਲੱਗਦੀ ਇੱਕ ਦੂਸਰੇ ਨੂੰ ਕੁੱਤਾ ਸੂਰ ਭੈਣ ਚੋਦ ਤੇ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਔਰ ਇੱਕ ਦੂਸਰੇ ਨੂੰ ਕਹਿੰਦੇ ਨੇ ਕਿ ਜ਼ੰਦੀਕ ਹੈ ਮੁਰਤਾਦ ਹੈ ਤੇ ਬਾਕੀ ਤੁਸੀਂ ਅਗਰ ਕਹੋਗੇ ਨਾ ਕਿ ਤਾਰਕ ਚੌਹਾਨ ਨੇ ਤੁਹਾਨੂੰ ਕਿਹਾ ਵਾ ਤਾਰਕ ਚੌਹਾਨ ਨੇ ਤੇ ਤਾਰਕ ਚੌਹਾਨ 12 ਬੰਦੇ ਨੇ ਤੇ ਦਿਓਬੰਦ ਕਰੋੜਾਂ ਦੇ ਵਿੱਚ ਕਹਿ ਰਹੇ ਨੇ ਕਰੋੜਾਂ ਦੇ ਵਿੱਚ ਕਰੋੜਾਂ 'ਚ ਕਹਿ ਰਹੇ ਨੇ ਇਹ ਮੇਰੀ ਗੱਲ ਆ ਤੇ ਤੁਸੀਂ ਹੁਣ ਇਹ ਜਿਹੜਾ ਖਤ ਖੁਤਾ ਲਗੇ ਨਾ ਤੇ ਮੈਂ ਬਰੇਲਵੀ ਦਾ ਤੇ ਉਹ ਵਾਲੇ ਹਦੀਸ ਤੇ ਮੌਲਵੀ ਦਾ ਖੁਤਬਾ ਇੱਥੇ ਸੁਣਾ ਦੇਣਾ ਫਿਰ ਨਾ ਕਹਿਣਾ ठीक ਹੁਣ मैं गल कर लेना म्यूट कर लो करो म्यूट लाओ ना गुजारिश ये है रहील साहब कि पहली तो गल ये कि वो ਜਿਹੜੇ ਨੇ ਨਾ ਲਾਹੌਰੀ ਉਹ ਵੀ ਉਹਨਾਂ ਹੀ ਕੰਮ ਤੇ ਕਰਦੇ ਨੇ ਜਿੰਨਾ ਤੁਸੀਂ ਤੁਹਾਡੀ ਤਰਫੋਂ ਅਨਸਰ ਰਜ਼ਾ ਸਾਹਿਬ ਸ਼ਿਗਰੀ ਸਾਹਿਬ ਦੇ ਚੈਨਲ ਤੇ ਹੋ ਕੇ ਆਏ ਨੇ ਤੇ ਉਹਨਾਂ ਦੀ ਤਰਫੋਂ ਜਿਹੜੇ ਉਹਨਾਂ ਦੇ ਐਨ ਨੇ ਜ਼ਿੰਮੇਦਾਰ ਅਹੁਦੇਦਾਰ ਉਹ ਹੋ ਕੇ ਆਏ ਨੇ ਅਮਰ ਅਜ਼ੀਜ਼ ਸਾਹਿਬ ਹੋ ਕੇ ਆਏ ਨੇ ਮੈਂ ਉਹਨਾਂ ਨੂੰ ਦੇਖਿਆ 2 ਦਫਾ ਸ਼ਾਇਦ ਹੋ ਕੇ ਆਏ ਨੇ ਤੇ ਉਹ ਵੀ ਉਹਨਾਂ ਹੀ ਕੰਮ ਤੇ ਕਰਦੇ ਨੇ ਟਿਕਟਾਕ ਦੇ ਉੱਤੇ ਜਿੱਥੋਂ ਤੱਕ ਗੱਲ ਹੈ अगर वो टिकटॉक के उत्ते बराडा नहीं ला रहे या वो सोशल मीडिया को अच्छा नहीं समझते तो तुसां जिहड़ी टिकटॉक तो खट्टी खट्टी वो भी लोगों तक ली तुहाडी जिहड़ी कारकरदगी टिकटॉक दी वो भी तो लोगों तक ली है ना ਇਹਦੇ ਨਾਲ ਤੁਹਾਡੇ ਨਾਲ ਮੇਰੀ ਗੱਲ ਮੈਨੂੰ ਗੱਲ ਮੁਕੰਮਲ ਕਰ ਲੈਣ ਦਿਓ ਤੁਹਾਡੀ ਗੱਲ ਮੈਂ ਚੁੱਪ ਕਰਕੇ ਸੁਣੀ ਰੇਲ ਸਾਹਿਬ ਤੇ ਤੁਹਾਡੀ ਕਾਰਕਰਦਗੀ ਜਿਹੜੀ ਟਿਕਟਾਕ ਦੀ ਹੈ ਨਾ ਉਹਨੂੰ ਵੇਖ ਕੇ ਮੇਰੇ ਹਾਲੇ ਲਾਹੌਰੀਆਂ ਤੇ ਚਾਹੀਦਾ ਕਿ ਉਹ ਟਿਕਟਾਕ ਵੱਲ ਮੂੰਹ ਵੀ ਨਾ ਕਰਨ ਜੋ ਕੁ ਤੁਸੀਂ ਆਪਣੇ ਖਲੀਫਾ ਨੇ ਕਰਵਾ ਲਿਆ ਰਹੀ ਗੱਲ ਹੈ ਕਿ ਜੀ ਉਹ ਉਹਨਾਂ ਨੇ ਤੁਸੀਂ ਗੜੀ ਭੈਣ ਦੀ ਗੰਦੀ ਗਾਲ ਕੱਢ ਕੇ ਦੱਸਿਆ ਕਿ ਉਹ ਇੰਜ ਪੇ ਕਿਤੇ ਜਿਹਨੂੰ ਕਹਿੰਦੇ ਨੇ ਮੈਂ ਕਹਿੰਦਾ अच्छा सुना लिया जे मैं मेरे को भी रिकॉर्डिंग मौजूद है म्यूट लाओ विच गल दे नहीं बोलीदा है तुसी रिकॉर्डिंग सुनाओ तो मेरे को भी रिकॉर्डिंग मौजूद है जिहदे तारक चौहान साहब कहते हैं कि मिर्जा साहब के सारे मुंडे हरामजादे ने
ਇੱਕ ਵੀ ਨਹੀਂ ਹਲਾਲਦਾ ਉਹਨਾਂ ਚ, ਸਿਵਾਏ ਉਹ ਛੋਟੇ, ਕਹਿੰਦੇ ਨੇ ਛੋਟਾ ਬੱਚਾ ਹੈ। ਇਹ ਜਿਹੜੇ ਵੱਡੇ ਨੇ ਸਾਰੇ ਹਰਾਮ ਦੇ ਨੇ, ਉਹਦੀ ਵਜ੍ਹਾ ਇਹ ਵੇ। ਉਹ ਯਾਰ ਇੱਕ ਮਿੰਟ ਸਬਰ, ਜਿਸ ਵੇਲੇ ਉਹਨੇ ਉਹਨਾਂ ਦਾ ਨਾਂ ਲਾ ਕੇ ਗਾਲ ਕੱਢੀ, ਉਸ ਵੇਲੇ ਨਹੀਂ ਦਰਦ ਹੋਈ? ਜਿਸ ਵੇਲੇ ਰਹੀਲ ਨੇ ਗਾਲ ਕੱਢੀ ਹੈ ਭੈਣ ਦੀ, ਉਹ ਯਾਰ ਜਿਸ ਵੇਲੇ ਰਹੀਲ ਨੇ ਗਾਲ ਕੱਢੀ ਉਸ ਵੇਲੇ ਦਰਦ ਨਹੀਂ ਤੈਨੂੰ ਹੋਈ? ਹੁਣ ਕਿਉਂ ਦਰਦ ਹੋਣ ਲੱਗੀ ਏ? ਮੈਂ ਪਿਆਨਾ, ਅਗਰ ਚੌਹਾਨ ਸਾਹਿਬ ਦੀ ਗੱਲ ਮੈਂ ਦੁਹਰਾ ਦਿੱਤੀ ਹੈ, ਉਹ ਚੌਹਾਨ ਸਾਹਿਬ ਨੇ ਅਗਰ ਆਖਿਆ ਕਿ ਮਿਰਜ਼ਾ ਸਾਹਿਬ ਦੇ ਮੁੰਡੇ ਹਰਾਮ ਦੇ ਨੇ, ਮਿਰਜ਼ਾ ਸਾਹਿਬ ਦੇ ਸਾਰੇ ਮੁੰਡੇ ਹਰਾਮ ਦੇ ਨੇ, ਇੱਕ ਬੰਦੇ ਦੀ ਕੋਈ ਯਾਰ ਮਿਰਜ਼ਾ ਸਾਹਿਬ ਦੇ ਅਗਰ ਸਾਰੇ ਮੁੰਡੇ ਹਰਾਮ ਦੇ ਦੱਸੇ ਨੇ ਚੌਹਾਨ ਸਾਹਿਬ ਨੇ, ਉਹਦੇ ਚ ਮੇਰਾ ਕੀ ਕਸੂਰ ਹੈ? ਓਏ ਟਰੁੱਥ ਰਹੀਲ ਇੱਕ ਮਿੰਟ ਰੋਲਾ ਨਾ ਪਾਈ ਯਾਰ, ਔਰ ਰੋਲਾ ਨਾ ਪਾ, ਹੌਸਲਾ ਕਰ। ਹੁਣ ਸਬਰ ਦਾ ਪਿਆਲਾ ਪੀ, ਹੁਣ ਸਬਰ ਦਾ ਪਿਆਲਾ ਪੀ, ਮੇਰੀ ਗੱਲ ਸੁਣ। ਇਹ ਮਿਰਜ਼ਾ ਸਾਹਿਬ ਦਾ ਫਤਵਾ ਹੈ ਜਿਹੜਾ ਚੌਹਾਨ ਸਾਹਿਬ ने बताया है, क्योंकि मिर्जा साहब कहते हैं हराम जादे की ये निशानी है कि वो कभी सीधी राह इख्तियार नहीं करता। वो आने ना इन्हें वड्डे भरा ने सीधी राह इख्तियार की है, ना निक्के ने ना त्रीजे ने, बशीरा वड्डा निक्का शरीफा कहते हैं ना त्रवां ने सीधी राह नहीं इख्तियार की। चौहान साहब ने किया, मैं एक भी लफ्ज अपने को नहीं बोलिया भाई, मेरी गल सुन। चौहान साहब फरमाते हैं कि मिर्जा साहब के तीनों बच्चे हराम जादे हैं। चौहान साहब कहते हैं चीਕਾਂ ਕਿਉਂ ਮਾਰਨ ਲੱਗ ਪਏ? ਉਹ ਚੌਹਾਨ ਸਾਹਿਬ ਨੇ ਯਾਰ ਮੈਨੂੰ ਦੱਸਿਆ ਕਿ ਮਿਰਜ਼ਾ ਸਾਹਿਬ ਦੇ ਸਾਰੇ ਮੁੰਡੇ ਹਰਾਮ ਦੇ ਨੇ, ਕਿਉਂਕਿ ਸਿੱਧੀ ਰਾਹ ਇਖਤਿਆਰ ਨਹੀਂ ਸੀ ਕਰਦੇ। ਉਹਨਾਂ ਨੇ ਸਿੱਧੀ ਰਾਹ ਇਖਤਿਆਰ ਕਰਨ ਵਾਸਤੇ ਜ਼ਰੂਰੀ ਸੀ, ਸਿੱਧੀ ਰਾਹ ਇਖਤਿਆਰ ਕਰਨੇ के लिए ਜ਼ਰੂਰੀ था। ਓਏ ਗੱਲ ਸੁਣ ਲਓ, ਓਏ ਗੱਲ ਸੁਣੋ, ਸਬਰ ਦਾ ਪਿਆਲਾ ਪੀਓ। ਓਏ ਅਗਰ ਚੌਹਾਨ ਸਾਹਿਬ ਨੇ ਮਿਰਜ਼ਾ ਸਾਹਿਬ ਦੇ ਸਾਰੇ ਮੁੰਡੇ ਹਰਾਮ ਜ਼ਾਦੇ ਕਰਾਰ ਦੇ ਦਿੱਤੇ ਨੇ, ਮੈਨੂੰ ਉਹ ਮੇਰਾ ਕੀ ਕਸੂਰ ਹੈ? मेरा की कसूर है? मिर्जा साहब दे मुंडे हराम दे, ਉਹ ਚੌਹਾਨ ਸਾਹਿਬ ਨੇ ਕਰਾਰ ਦਿੱਤੇ ਨੇ। ਉਹ ਕੋਲੇ ਦੇ ਪੁੱਤਰੋ ਤੁਸੀਂ ਕਿਉਂ ਪਹਿਲ ਕਰ? ਗੱਲਬਾਤ ਹੁਣ ਰੌਲੇ 'ਚ ਹੀ ਪੈ ਗਈ ਹੈ, ਕੋਈ ਸੁਝਾਈ ਨਹੀਂ ਦਿੰਦਾ ਵੀ ਕੀ ਹੋ ਰਿਹਾ, ਤੇ ਗੱਲ ਤੋਂ ਜ਼ਿਆਦਾ ਬਿਹਤਰ ਇਹੋ ਹੀ ਹੁੰਦੀ ਹੈ। ਅਸਲਾਮ जी ਕੀ ਹਾਲ ਹੈ ਅਲੀ ਅਕਬਰ ਸਾਹਿਬ? ਅਭੀ ਤੱਕ ਕਿਸ ਤਰ੍ਹਾਂ ਨੇ साहब भाईजान? ठीक ठाक अंकल जी। जी ਤੁਸੀਂ ਬੜੇ ਦਿਨਾਂ ਬਾਅਦ ਮੈਂ ਵੀ ਥੱਲੇ ਜਾ ਪੈਣਾ ਸੀ ਨਾਲ ਹੀ ਉਹਨਾਂ ਸਾਰਿਆਂ ਦੇ। ਤੁਸੀਂ ਬੜੇ ਦਿਨਾਂ ਬਾਅਦ ਤਸ਼ਰੀਫ ਲਿਆਉਂਦੇ ਹੋ, ਕਿੱਧਰ ਹੁੰਦੇ ਹੋ? मैं हुसैन साहब आया सी परसों तरसों आया सी, मैं आके चुप करके बैठे रहना, फिर बता दे ताड़े मशीना गर्म हो जांदियां ने, फिर थल्ले जा पैने। हां जी, हां कुछ ना कुछ थोड़ा बहुत आए हुंदे ने, बाकी मुजाहिदीन भी आए हुंदे ने, वो फिर आपस हत्थी पैंदे ने। मैं उत्थे की बोलना हुंदा? नहीं होते अलामा साहब ते भी कहंदे ने भी गल वारी वारी नाल कर लो। एम दी बच्चे आए हुंदे ने ते आके कहंदे ने कुछ करके दिखा देंगे। हां ये ते गल है, ये तो गल है। शैतान की हुकूमत को दुनिया से बिठा देंगे, हर सिमत पुकारेंगे दुनिया में मसीह आया। हाँ जी, परसों तरसों में हाजिर होया सी तुहाडी खिदमत विच, लेकिन वो फिर उत्थे मुकाबला बड़ा गर्म लग गया। उस तो पहले एक दिन आया सी, वो स्पीकर बड़े वड्डे वड्डे ना खरीदे हुए ने, पता नहीं कित्थों ले आने स्पीकर इन्हां ने। जा एक चीज होंदी है सीकर ते असी सारे ही हाँ, लेकिन स्पीकर भी असी आए हाँ, मतलब स्पीक जो करते हुए स्पीकर भी हाँ तो स्पीकर भी हाँ, लेकिन ट्रुथ सीकर एक कोई नहीं। ट्रुथ सीकर बड़े कमाल दे बंदे ने, पर थोड़े जे वक्त बड़ी कामल गुफ्तगू करते ने। वक्त थोड़ा होंदा तो करके तो फिर जल्दी फिर अपने काम ते भी चले जाते, गल नूं वादे कर जाते हैं। ये तुसीं सीरियस गल कर रहे हो कि मजाक कर रहे हो? ये सीरियस गल कर रहे हो? सीरियस ना देख लो तुसीं इन्हां दी गुफ्तगू सुनोगे तुहानूं खुद अंदाजा होएगा। बहुत खूबसूरत कलाम करते हैं, मैं तो सुनता रहना जिस वक्त भी कलाम करते हैं, मैं गौर नाल सुनना हमेशा। आए ने तो दसणगे जरूरी गल्लां समझाणगे। गल यह है कि अगर इंसान खामोशी नाल सुने ना तो बहुत कोई लर्न कर सकता है। और जो कोई सियाना आदमी बोलता हो, जिस तरह साडे ट्रुथ सीकर साहब भी बड़ी अच्छी गल्लां समझाते ने, ते तुसीं भी दस्सिया करो, तुसीं ते हाफिज़ कुरान हो ना? मैं सारे दिन आया सी ते हाज़िर दो दफ़ा तुहाडे कोल। मेन जिहड़ी मेरी यादाश्तां ने, एक बारी मेरे नाल भाई बैठे ने कश्मीरी साहब, इन्हां नूं जंग लग गई सी, ते एक दफ़ा तुसीं तिलावत सुनी सी, वो तिलावत सुनाई सी तुहानूं, शायद तुहानूं याद होएगा। नहीं मैनूं नहीं याद तुहाडी तिलावत। तुसीं अगर तिलावत सुनाओ तो बहुत ही अच्छा होएगा, जरूर सुनाओ।
ਤੇ ਮੈਂ ਅੱਜ ਤੇ ਫਿਰ ਕੱਲ ਆ ਕੇ ਸੁਣਾ ਦਾਂਗਾ। ਉਸ ਦਿਨ ਮੈਂ ਸੁਣਾਈ ਸੀ, ਤੁਹਾਨੂੰ ਯਾਦ ਹੋਣੀ ਚਾਹੀਦੀ। ਮੈਂ ਤਾਂ ਬੜੇ ਲੋਕਾਂ ਤਾਰੀਫ ਕੀਤੀ ਸੀ ਸਰ। ਨਹੀਂ, ਬੜਾ ਖੁਸ਼ੀ ਹੋਏਗੀ ਅਗਰ ਤੁਸੀਂ ਸੁਣਾਓਗੇ, दोबारा सुना दें। अच्छा लगेगा जरूर। आपको शायद याद होगा, सुनाई थी कि दफा बाद में सुना देंगे। इधर ही है, कहाँ जा रहे हैं सब? हुसैनी साहब इधर ही हैं। ठीक है, ठीक है। अस्सलाम वालेकुम हुसैनी साहब। वालेकुम सलाम जी वरहमतुल्लाह। हुसैनी साहब आज मेरा सलाम विच ही अड़ गया, बंदा मेरा हाल मसरूफ हो ਤੁਸੀਂ गया। ਖੁਦ Yes, Zainab है. Yes. ही समरी राइट? नहीं, Zainab है. आप जो देना आपको दिन अस्सलाम वालेकुम। Zainab. जब राणा साहब आ गए बड़े दिनों बाद 30 सेकंड निकल लिया ਰਾਣਾ ਸਾਹਿਬ ਦਾ ਆਉਣ ਨਾਲ ਇਹ ਹੁੰਦਾ ਹੈ ਕਿ जी कश्मीरी साहब अस्सलाम वालेकुम। वालेकुम सलाम राणा साहब। 30 सेकंड याद कर करके राणा साहब आपके। जी जी अल्लाह थैंक यू। Zainab. क्या हाल है? Why do you do that? साहब He also likes me. आप बहुत कम आजकल मसरूफ है लगता है काम में। Paying her to get to Dada. ब्रेक लेना भी बहुत जरूरी है ना यहाँ के टॉक्सिक माहौल से, Mom. नहीं राणा वरना साहब क्या इंसान का अपना अंदर जहर आलूद हो जाता है। हमारा तो टाइम ही पास नहीं होता बगैर ब्राड के। Zainab. So नहीं, guess आप what? तो और चीज है ना, आपकी तो You क्या बात know, Yaya has हम तो एग्रीमेंट है ना हुसैनी साहब के साथ पक्के। little जी, जी। thing, but they're pink ones. ओके You want to call? Here. You want to see Yaya's room? No, she already got it. हाँ जी Oh, you want to see? No, I already. जी जी राणा साहब के एआई ने आजकल बड़ी धूम मचाई हुई है। हाँ जी एआई ने बड़ी धूम मचाई हुई है, वो फातिह मसीह पे बड़ी वो अच्छा वो क्या पुराने पाक की रूस एआई की वीडियो बन रही है आजकल। अच्छा अच्छा वो सुनाए फिर, क्या बात है? मैं आपको भेज देता हूँ अगर आप वो सुना दें। हाँ हाँ नहीं अभी मैं सुना नहीं सकता, मेरे पास फोन नहीं है, मैं असल में चले कोई नहीं, फिर बाद में सफर में हूँ, भेज दें मैं सुना उसको कर लूँगा सुनाऊँ। हाँ मैं आपको बाद में भेज दूंगा। हाँ हाँ मैं सुनाऊँगा ज़रूर। और वफात मसीह अगर साबित हो जाए, हाँ जी, वफात मसीह अज़रू हदीस है या अज़रू कुरान शरीफ है? अज़रू कुरान ही वो कहते हैं। अच्छा अज़रू कुरान है। तो ईसा अलैहिस्सलाम का आना या ना आना भी अज़रू कुरान ये भी साबित हो जाए तो सारा काम ठीक हो जाए। हाँ वो नहीं है। हाँ जी वो नहीं अगर उनकी वफात अज़रू कुरान साबित हो जाए और उनका आना ना आना भी कुरान शरीफ से साबित हो जाए तो बस मामला फिर तो दो दो रोटियां नाले चोपड़ियां नाले दो दो सारियां गल्लां कुरान शरीफ नूं अगर इज्जत देनी है ते वो ये तो नहीं है कि साडा एक मसला तो उसमें एक मसला है ना छोटा सा, वो क्या है? छोटा सा प्रॉब्लम है। जी जी अल्लाह मियां ने जो आसमानी किताबें नाजल की, कुरान पाक या बशमूल सारी किताबें, उसमें ये नहीं उन्होंने प्रोविजन की कि कल को राणा राशिद क्या कहेगा, कश्मीरी साहब हुसैनी साहब क्या कहेंगे। अल्लाह ताला ने अपनी हिकमत से जो बेहतर समझा, जिस अंदाज में समझा उसको बयान किया। जी बिल्कुल ऐसा ही है, सही तो हम फरमाया। ये नहीं कह सकते कि इस तरह इसको होना चाहिए। नहीं हाँ, हम कब कह रहे हैं नस कैसा मौजूद है, हम नस ऐसा मौजूद है। नहीं नहीं मैं यही तो अर्ज कर रहा हूँ कि अगर नस मौजूद है कि ईसा अलैहिस्सलाम नाज़िल होंगे तो ठीक है, बड़ी अच्छी बात है। देखें मेरी बात सुने, आजमाइश मकसूद होती है लोगों की, मैं अर्ज कर यही तो रहा हूँ आजमाइश होती है। राणा साहब मान ली ना बात आपकी, हमें कोई हक नहीं कि हम फॉर्मेट दें किसी चीज़ का कि ऐसा लिखा होना चाहिए। बाकी ये बात बिल्कुल ठीक है आपकी, मुझे आपसे रजामंद हूँ, ऐसा ही है। ठीक है। और कुरान करीम में ये भी नहीं लिखा हुआ कि ईसा अलैहिस्सलाम फौत हो गए हैं, वो भी आप इस्तेमाल करते हैं उससे, तो बड़ी अच्छी बात है, सही इस्तेमाल करते हैं। लिखा हुआ है? नहीं लिखा हुआ है। नहीं ये नहीं लिखा हुआ फौत हो गए हैं। अच्छा ये नहीं लिखा हुआ, ना ये लिखा हुआ है कि वो जिंदा है, ना ये लिखा हुआ है फौत हो गए हैं, क्योंकि कुरान करीम लोगों की वफात और हयात के अंदराज नहीं करता, उसका और है। लेकिन उसमें से ये बात अखज़ की जा सकती है बड़ी आसानी से कि ईसा अलैहिस्सलाम फौत हो गए हैं, ये ठीक है बात। इसी को नस कहते हैं, और वो नस एक नस नहीं है, बहुत सारी नसें हैं जिससे वफात साबित होती है। सिर्फ उनकी नस से आप नस नहीं सकते ना। मैं वही कह रहा हूँ ना, नस को लेके ही नसना होता है ना।
हाँ जी। तो वो ठीक है, नस का मतलब नसना ले लें या जो भी मतलब लेना है। हुसैन साहब इन्हें एक बात तो ये ने बता दी है कि वफात मसीह हो गई है, मैं कोई बात आप नहीं कर रहा, मैं हुसैन तो ये दूसरी तरफ एआई की बात नहीं लेते कि रसूलुल्लाह के बाद कोई नबी नहीं आ सकता। हाँ जी, उसी एआई से ये भी बात पूछे ना कि क्या कोई शख्स जिल्ली बरूजी होने का दावा कर सकता है रसूलुल्लाह के बाद, तो देखें आपको एआई क्या जवाब 2 देता है। मिनट के लिए आना होता, मेरा दिमाग नहीं, खराब हो वो गया, प्लीज। वो बात एक अलहदा है, वो मजमून है। हम सिर्फ मैं नहीं वीकेंड वाले दिन अपना दिमाग खराब नहीं कर ईसा अलैहिस्सलाम की वफात पर और ईसा अलैहिस्सलाम के नज़ूर पर बात कर रहे हैं। वफात, हम ख़त्म नबूवत पे बात नहीं कर रहे, दोनों को मिक्स ना करें। बात यह है कि ईसा अलैहिस्सलाम की वफात के मतलब रहनुमाई किससे लेनी है, हदीस से या कुरान शरीफ से? हमें जानना ही क्यों है कि हजरत ईसा फौत हो गए हैं या जिंदा हैं? हाँ जी, हमने इस बात को क्यों जानना है कि हजरत ईसा जिंदा हैं या फौत हो गए हैं? हाँ, तो अगर ये नहीं जानना तो फिर कोई और भी बात जानने की जरूरत नहीं, सारी बातें फिर फारग होगी, ठीक हो गया। नहीं, अगर कोई शख्स इस बात को जान लेता है कि हजरत ईसा जिंदा हैं या फौत हो गए, उससे उसकी जिंदगी में क्या फर्क पड़ता है? तो किसी भी बात पे कोई फर्क नहीं पड़ता, वो तो आपकी बात सही है। कोई भी पैदा हो जाए, फौत हो जाए, आ जाए, ना आए, जो मर्जी हो, कुछ भी फर्क नहीं पड़ता, उससे क्या फर्क पड़ता? ये बात, ये जो आपने फार्मूला बताया, ये भी बड़ा अच्छा है कि किसी भी बात के कहने से, मैंने ना किसी को कहने नहीं से, इस्तेमाल किया मानने से, साहब। ना मानने से कोई फर्क नहीं पड़ता। ये जो फार्मूला है, मैंने किसी की बात नहीं की, मैंने कहा है कि वफात मसीह या हयात मसीह का जो अकीदा है, हाँ, अगर कोई शख्स पूरी जिंदगी मानता रहे कि हजरत ईसा जिंदा हैं, ठीक है, और अगर कोई शख्स माने कि पूरी जिंदगी हजरत ईसा फौत हो गए हैं, उससे उसकी जिंदगी पर क्या फर्क पड़ेगा? और कौन सी बात है जिससे जिंदगी में फर्क पड़ता है? और बहुत सारी बातें हैं। कोई शख्स अगर जो है वालिदैन के साथ एहसान नहीं करता, ठीक है, वालिदैन के उसकी जिंदगी पे फर्क पड़ता है। अगर कोई शख्स जो है वो यतीम का माल ना हक तरीके से खाता है, उससे भी फर्क पड़ता है। अगर कोई शख्स मुफलिसी के डर से जो है वो अपने बच्चों का कत्ल कर देता है, उससे भी फर्क पड़ता है। ठीक हो गया। अगर कोई शख्स जो है वो किस्त के साथ जो है इंसाफ नहीं करता, उससे भी फर्क पड़ता है। ठीक हो गया। अगर कोई शख्स मेज़ान को जो है उसमें नाप तोल में कमी करता है, उससे भी फर्क पड़ता है। ठीक हो गया। तो फर्क पड़ने वाली तो बहुत सारी बातें हैं, लेकिन इन सारी तालीमात का कोई इनकार करता है? नहीं, इनकार की बात नहीं है, बात है फर्क पड़ने की। ओहो, मेरा अर्ज करने का मकसद ये है कि ये कोई ऐसे डिस्प्यूटेड मसाइल नहीं है जिसको समझाया जाए कि यार ये कुरान शरीफ से साबित होता है, ये मान लो। ये नहीं है बात। बातें वो होती हैं जो डिस्प्यूटेड हों कि ऐसा है या ऐसा नहीं है, उसके दलाइल होते हैं। मैं तो ये कहता हूँ कि हमें ये जरूरी नहीं कि एक ही आयत में रहें, हमें उसको बड़ा वसी होकर और तदब्बर करना चाहिए चीजों पर, बिल्कुल, और दूसरी दो चीजों को मिलाना चाहिए, फिर कोई नतीजा अखज़ करना चाहिए। बिल्कुल बिल्कुल। बड़ी पुरहिकमत तालीम है, बड़ी पुरहिकमत तालीम है, उसमें हिकमत है। जिन चीजों को थोड़ा बयान किया गया उसमें कुछ हिकमत है। देखें, फॉर एग्जाम्पल नमाज का क्योंकि इस किताब को जामे और कम्प्रीहेंसिव बनाना था। जी बिल्कुल। अब वहाँ स्केचेस नहीं देने थे कि रुकू करो, सजदा करो। रसूल का क्या काम था? रसूल पाक सल्लल्लाहु अलैहि वसल्लम का क्या काम था? रसूल पाक नहीं, हुसैनी साहब आप बताएं कि सुन्नत पे अमल करें। कि अगर हम एक तरफ इस बात को मान लें कि हजरत ईसा जो है वो फौत हो गए हैं। एक मिनट ठहर जाओ। तो इसी तरह इन मामलात में भी रसूल पाक सल्लल्लाहु अलैहि वसल्लम ने कुरान पाक की नस लेकर रहनुमाई की हुई है, और एक आने वाले का जिक्र बजा मौजूद है। कुरान करीम से कौन सी नस है जिसमें ईसा अलैहिस्सलाम के नज़ूल का जिक्र हो? ये बता देता हूँ पूछे ना। हाँ, नहीं, हजरत ईसा के आने का भी जिक्र है और फौत भी हो गई, ये दोनों कुरान में। मेरे बीच में ना बोले ये बात। मैं हुसैन साहब से पूछ रहा हूँ, हुसैन साहब ने जो सवाल यार आप मुझे बात कर रहे हैं तो चुप करके बैठो प्लीज, खामोश। म्यूट कर लो। मैं थोड़ी सी बात करके मैंने आगे बढ़ जाना है, तुम बात करते रहना फिर। हुसैनी साहब, बात ये है कि हमें ये पता चल गया हजरत ईसा की वफात, ठीक है। अब जब जो बंदा फौत होता है वापस नहीं आ सकता, पहली बात। अच्छा, अब हम ये सिर्फ इतना नहीं है कि वो वापस नहीं आता, हाँ, बल्कि जो फौत हो जाता है उसके वापस आने की उम्मीद करना, उसके वापस आने की बातें करना, उसके वापस आने की उम्मीद रखना, ये सारी बातें नॉनसेंस। सोनी साहब, बड़ी मेहरबानी, मोहब्बत है आपकी। मैं बड़ी मुख्तसर सी बात करूंगा, मेरे पास हवाले मैं नहीं दूंगा,
आपको हवालों का पता ही होगा, लेकिन मैं उनको जोड़ूंगा, दलील दूंगा। मैं ये कहता हूँ कि हदीस में आने वाले का हदीस की बात मैं नहीं कर रहा, मैं हदीस की बात अच्छा मेरी बात मुकम्मल, मेरे प्यारे भाई बात मुकम्मल कर ईसा अलैहिस्सलाम की वफात में कभी हदीस पेश करते हैं आप? प्यारे भाई बात मुकम्मल कर लेने दे, मैं कुरान पे आ रहा हूं। बात अगर मुकम्मल करनी है तो आपकी मर्जी, जो मर्जी करते हैं। हमारी जो बात हो रही है वो सिर्फ है कुरान शरीफ के। चले, मैं आपसे बहस नहीं कर सकता ना, कुरान करीम मैं अपनी दलील दे के खामोश हो जाता हूँ, फिर आप उससे बात कर लें। ठीक हो। मैं ये कहता हूँ कि कुरान पाक में हमें जिक्र मिलता है आने वालों का, किस तरह? आने वालों का नहीं जिक्र, ईसा अलैहिस्सलाम की वफात का। मुझे यार बात अपने दलील मुकम्मल करने दे, आप बाद में अपनी बारी पे बात करें। आप सवाल भी मुझे कम से कम 30 सेकंड या 1 मिनट तो देना यार। जब मैं बात मुकम्मल नहीं कर पाऊंगा तो कैसे, मतलब ये तो बात। अच्छा देखें, नंबर 1 मैं आपको अब दे रहा हूँ, दलाइल दे रहा हूँ, मैं चीजों को देखें, दलाइल दे रहा हूँ आपको। नंबर 1 मैं अपने जो नजरियात के मुताबिक, जो हमारी तशरीह उसके मुताबिक दलील दूंगा ना। अच्छा, नंबर 1 सूरह निसा की आयत 6-9 में हमें ये पता चलता है कि अल्लाह ताला इनामात देगा और नबी का इनाम भी देगा, एक बात का हमें ये पता चल गया। नंबर 2 सूरह जुमा की आयत से हमें ये पता चलता है कि आखरीन मिनहुम, कि आखरीन में से भी कोई आएगा। ठीक है, तो ये 2 चीजों से हमें नस मिल गई कि आने वाले का आना मौजूद है। ठीक है, ये नस हमें कुरान पाक से मिलती है। फिर उसके बाद उसकी हज़रत सलमान फारसी वाली हदीस, उसको जोड़ लें उस कुरान की आयत के साथ तो वो फिट बैठ जाती है। फिर दूसरी बहुत सी हदीस, इमाम मिनको वाली हदीस, तो ये चीजों को जब हम जोड़ते हैं तो क्या नतीजा निकलता है कि देखें हजरत ईसा ने तो नहीं आना, लेकिन एक उनके मसील के तौर पे उन्हीं की खसूसियात लिए ने आना है। ये नतीजा वहां से हल करते हैं। नहीं, ये मसीले ईसा की कहाँ पे बात हो रही है? ये कुरान की या हदीस की कौन सी जो है वो बात बता रही है कि मसीले ईसा आएगा? मैंने दलील दे दी है अपनी, जो दे दी। नजरान साहब बात मुकम्मल हो गई है? जी हुसैन साहब जी, मैं ये अर्ज कर रहा था कि देखें, जब भी वफात मसीह की बात हम शुरू करते हैं तो हम कुरान शरीफ के अंदर रहते हैं और कुरान शरीफ से एक आयत पेश करते हैं, दूसरी पेश करते हैं, तीसरी पेश करते हैं, 5वीं पेश करते हैं, 7वीं पेश करते हैं, 9वीं पेश करते हैं, 13वीं पेश करते हैं, 27वीं पेश करते हैं, 29वीं पेश करते हैं। ईसा अलैहिस्सलाम के नुज़ूल के मुतल्लिक़ तो एक भी आयत नहीं है, उनके नाज़िल होने का जिसमें जिक्र हो, एक भी आयत नहीं है। ईसा अलैहिस्सलाम का बेशुमार जिक्र है कुरान करीम में। बस इतना मेरी बात है, बाकी सारी कहानियाँ अपनी जगह। अभी पूछ लें हुसैनी साहब इनसे कि वो जो आयत है वलम्मा दुरिब इब्नु मरियम मसलन इज़ा कौमुका, ये दुरिब इब्नु मरियम कौन है, तो ये भी बता देंगे आपको? नहीं, उसका कोई ताल्लुक नहीं इससे। मसला हल कर देंगे। अच्छा, वो क्या है, उसको क्या कहते हैं? इशारा मिलता है। अच्छा, वो इशारा है। कोई हजरत ईसा के आने की बात कुरान करता है? हुसैनी साहब पूछ रहे हैं एक जिसको कहना चाहिए मुहकम आयत का पूछ रहे हैं। हजरत ईसा के आने की बात कुरान करता है या नहीं? वही बता रहा हूँ, मुहकम आयत कोई नहीं है। अच्छा, लेकिन तस्दीकी नबी आने की है, वो मुहकम आयत है। सूरह आल इमरान आयत नंबर 81। तस्दीकी नबी कहाँ पे लिखा है? तस्दीकी नबी वो ये है ना कि अल्लाह ताला ने बात का कोई फायदा नहीं है, कोई फायदा नहीं इस बंदे से। आप हुसैनी साहब से करो बात। अगर देखें दरमियान में आप कैच पकड़ लेते हैं बनी इसराइल साहब, तो फिर बात कहीं और मौजू से हट के किसी और इलाके में करें आप बात करें। मेरी बात सिर्फ इतनी है, मुझे कोई रिवाजी बहसें कोई भी बात आप करेंगे तो उम्मीद यही है कि उसमें एक लफ्ज़ भी नया नहीं आएगा, क्योंकि हमको ये नहीं है कि परसों बात शुरू की है, साल से ये सारी बातें हम सुन चुके हैं। अगर मुझे कहें कि अहमदी दलाइल थे तो मैं आपको अहमदियों के वो दलाइल सारे सुना सकता हूँ जो शायद अहमदी भी ना सुना सकें, मुझे सारी ज़बानी याद है। लेकिन बात, मेरा सवाल सिर्फ इतना है कि जब कुरान करीम से हम हुक्म लेते हैं, कुरान करीम से किसी बात को हल करते हैं जिसकी मिसाल वफ़ात मसीह है,
جب ہم وفات مسیح کی بات کر رہے ہوتے ہیں تو ہم کوئی حدیث درمیان میں نہیں لاتے، ہم سیدھا سیدھا قرآن شریف سے وفات ثابت کرتے ہیں، اس سے کوئی باہر نہیں رہ جاتا، سارے فوت ہو جاتے ہیں۔ تو جب ہم نزول مسیح کی بات کرتے ہیں تو نزول کا کوئی لفظ موجود نہیں ہے کسی آنے والے کے لیے کہ فلاں نازل ہوگا کوئی، نہ عیسیٰ علیہ السلام کے نازل ہونے کا ذکر ہے، نہ کسی اور کے نازل ہونے کا ذکر ہے، کسی نازل ہونے والے کا کوئی ذکر نہیں۔ کوئی مسئلہ نہیں ہے سنی صاحب، اس میں کوئی پرابلم نہیں ہے۔ یہ جو آپ بات کر رہے ہیں نا، ایک چیز واضح طور پہ بیان ہو گئی ہے اور ایک چیز کی نص بیان ہو گئی ہے حدیث میں، ایک چیز کی نص بھی کوئی نہیں، اللہ تعالیٰ، یہ اللہ تعالیٰ کی حکمت ہے، اللہ تعالیٰ کی مرضی ہے۔ میں عرض کر رہا ہوں ایک نص ہے ہی نہیں، اللہ تعالیٰ کی مرضی آپ وہ بنا رہے ہیں جو ہے ہی نہیں اللہ کی مرضی۔ وہ آپ کو نظر نہیں آ رہی ہے، اگر اللہ کی مرضی ہو تو ہمیں ماننے میں کیا حرج ہے؟ وہ آپ کو نظر نہیں آ رہی، کوئی بات نہیں۔ کوئی دنیا کا شخص نہیں مانتا، ایون مرزا صاحب بھی یہ نہیں مانتے کہ قرآن شریف میں عیسیٰ علیہ السلام کے آنے کا ذکر ہے۔ مرزا صاحب واضح طور پہ کہتے ہیں کہ عیسیٰ علیہ السلام کے آنے کا کوئی اچھا، اگر میں آپ کو حضرت مرزا صاحب کی تحریر دکھا دوں ایک، جس میں کہ آپ نے یہ کہا ہے کہ جس طرح اولین کا امام نبی تھا، اسی طرح آخرین کے امام کو بھی نبی ہونا ضروری ہے، امام۔ ہاں یہ ہوگی تحریر ہے، اس میں کیا ہے؟ میرا تو یہ سوال نہیں ہے، میرا دیکھیں مرزا صاحب کی تحریرات تو بے شمار ہیں، اس میں بہت ساری باتیں اور ہوں گی۔ اسی طرح کہا کہ جس طرح مولانا صاحب میں نے تو اسپیسیفک بات یہ کی ہے، مرزا صاحب اسپیسیفکلی فرماتے ہیں کہ عیسیٰ علیہ السلام کے آنے کا ذکر قرآن کریم میں موجود نہیں ہے، آپ اس کی نص بنا رہے ہیں مرزا صاحب کے خلاف۔ حسین صاحب مسیح موسیٰ کون آئے تھے؟ میں عرض کر رہا ہوں اگر تو مرزا صاحب نے کہا ہے کہ قرآن کریم میں عیسیٰ علیہ السلام کے آنے کا ذکر ہے تو بتائیں۔ انہوں نے کہا نہیں، ڈائریکٹ الفاظ میں نہیں ہے، میں آپ کو عرض کر رہا ہوں۔ تو پھر یہ کہیں یہ زیادہ اچھا ہے نا، یہ نس جو بنا رہے تھے آپ نسیں نکال دیں۔ مرزا صاحب کہتے ہیں قرآن کریم میں عیسیٰ علیہ السلام کے آنے کا کوئی ذکر نہیں ہے، یہ بات مان لیں۔ وہ بالکل ٹھیک کہتے ہیں جو حضرت عیسیٰ ابن مریم کے آنے کا کوئی ذکر نہیں ہے۔ میں عرض کر رہا ہوں کہ یہ سچی بات کہنی چاہیے، ببانگ دول کہنی چاہیے۔ جب آپ نے عیسیٰ علیہ السلام کو فوت کرنے کی صحیح کی، فوت ہو گئے، کیا ان کے آنے کا ذکر ہے؟ قرآن کریم اس کی تصدیق کرتا ہے، تائید کرتا ہے، پتہ دیتا ہے؟ نہیں دیتا۔ آپ سے ہم بحث نہیں کر سکتے، آپ استادوں کی جگہ ہیں، ہم تو بس آپ سے سیکھ ہی رہے ہیں، بس اتنی سی بات ہے۔ اب آپ سے ہم ڈیبیٹ تو کر نہیں سکتے، سیکھ رہے ہیں۔ میرا خیال ہے وہ بھی وہی بات کر رہے ہیں حسینی صاحب، وہی بات کر رہے ہیں، کیوں یہ بات بیسی کی طرف جا رہی ہے، وہ بھی وہی بات کر رہے ہیں۔ کوئی محکم آیت نہیں ہے لیکن اشارات النص ہے، یہ وہ بات کر رہے ہیں۔ جی یہی تو ہم کہہ رہے ہیں، بالکل ٹھیک ہے، اس میں ہمارا یہی تو کہہ رہے ہیں۔ نہیں، یہ اشارت النص جو آپ کہہ رہے ہیں قرآن کی کون سی آیت کہتی ہے حضرت عیسیٰ نازل ہوں گے؟ لیکن ایک رسول کے آنے کا بڑی واضح محکم آیات موجود ہیں۔ اور رسول کے آنے کا نہیں، ہم پوچھ رہے ہیں عیسیٰ ابن مریم علیہ رسول کے آنے کی محترم حضرت عیسیٰ ابن مریم کے نازل ہونے کی کون سی اشارت النص قرآن کی آیت ہے؟ وہی میں آپ کو بتا رہا ہوں۔ دیکھیں، یہ جیسے قرآن مجید میں اللہ تعالیٰ جیسے کہتا ہے نا کہ صلاۃ قائم کرو، آگے سے اس کی جو ڈیٹیلز ہیں وہ ہمیں حضور صلی اللہ علیہ وسلم کی سنت اور احادیث سے پتہ چلتی ہیں کہ کتنی ہم نے کیا پڑھنا ہے نماز میں، کتنی رکعات ہیں، کس ٹائم نماز پڑھنی ہے۔ اسی طرح جو یہ بڑا واضح ہے کہ ایک رسول نے آنا ہے، ٹھیک ہے، یہ بہت واضح ہے بات۔ اب وہ اس کو پہ حضور صلی اللہ علیہ وسلم، ایک منٹ میں بتاتا ہوں نا، آپ بات تو کمپلیٹ کرنے دیں۔ یہ بہت واضح ہے، میں بتاتا ہوں، حضور یہ بڑا واضح ہے قرآن مجید میں، اس کی ڈیٹیل جو ہیں وہ حضور صلی اللہ علیہ وسلم نے مزید بتائیں کہ اس کی صفات کیا ہوں گی، وہ حضرت عیسیٰ علیہ السلام کی مثال ہوگا، جس طرح جاتے ہیں ڈیٹیل پہ جاتے ہیں، پہلے یہ بتائیں رسول جو آنا ہے وہ کہاں پہ لکھا ہے؟ بھائی وقاص صاحب بات کمپلیٹ کرنے دیں، پھر نیکسٹ سوال کیا کریں۔ ایک کا جواب پورا لے لیں، پہلی بات کو مکمل کریں، ایک کا جواب تو لے لینا یار، ایک کا جواب تو لینے میں کتنی دفعہ آپ کو کہہ رہا ہوں، آپ بار بار انٹرپٹ کر رہے ہیں۔ محترم آپ پہلی بات کو صرف مکمل کریں کہ رسول نے آنا ہے، یہ قرآن نے بتایا ہے۔ چلیں یار، آپ کے ساتھ بات نہیں ہو سکتی جی،
आप रहने दें। अच्छा, ये अच्छी बात है, आपसे सवाल रखा जाए तो आपसे बात नहीं हो सकती। देखिए सर, आप मेरी बात सुने। या बनी आदम या तजन्नाकुम, वो कौन सी आयत है? मैं निकाल के देता हूँ, ठहरे हो। या बनी आदम इम्मा यातियन्नकुम, इम्मा हाँ, यातियन्नकुम रुसुलुम मिनकुम। हाँ, कि जब भी तुम्हें रसूल आएगा, तो ये आप कहते हैं कि बनी इसराइल में है, और आपको मैं इसकी आयत दे देता हूँ। ठहरे, मैं अभी लॉग इन हुआ हूँ, मैं अभी गाड़ी में ही हूँ। नहीं, हमने कहा है ये बनी इसराइल में। जी नहीं, जब भी बनी इसराइल का या बनी क्या मतलब है? ईसा इब्ने मरियम किन में आए हैं भाई? जब भी तुम में आदम हो, या बनी आदम, ये तो ठीक है। ईसा इब्ने मरियम किन में आए हैं? या बनी आदम है सर, बनी इसराइल किसे नहीं किया? पहले आयत देख लो, या बनी आदम करा था। चले, जब भी तुम में, आदम का मतलब है तुम में, आपके लोगों में से, आप लोगों में से जब भी नबी आएगा। और अब आप कहते हैं जी कि कुरान मजीद में जिक्र ही नहीं है। नहीं, इसमें ईसा इब्ने मरियम का कहाँ पे जिक्र है? और भाई मेरे, जब भी तुम्हें रसूल आएगा, जब भी तुमने उसकी इताअत करनी है। मैं अभी आयत निकाल रहा हूँ, ठहर जाइए यार। कर लो आयत कर लो, लेकिन ये दसो ईसा इब्ने मरियम का किथे जिक्र है? और साथ में ये भी बता देना कि ईसा इब्ने मरियम जो हैं वो बनी आदम में हैं या बनी इसराइल में हैं, ये भी ज़रा बता दीजिएगा। मतलब कि आप कुरान की कतई दलील को छोड़ के एक जर्नल बात को लेके जो है अपना पूरा मुकदमा खड़ा कर रहे हैं। देखें, आपने कहा है कि कुरान मजीद में बताएं कि रसूल के आने का, या बनी आदमा इम्मा यातयन्नकुम, ये है। मैं ये बता देता हूँ किस कुरान, ये कौन सी तर्जुमा है? भी साथ कर देना, तर्जुमा भी। हाँ, ए आदम की औलाद, अगर तुम्हारे पास तुम में से वो रसूल अगर यार एक मिनट, आप बीच में बोलेंगे या आप कर ले पहले बात? चले, मैं बाद में करता हूँ, कर ले बात। उर्दू तर्जमा है, ए आदम की औलाद, अगर तुम्हारे पास तुम में से वो रसूल तशरीफ लाएं जो तुम्हारे सामने मेरी आयतों की तिलावत करें, जो परहेजगारी इख्तियार करेगा और अपनी इस्लाह कर लेगा, उन पर ना कुछ खौफ होगा और ना वो गमगीन होंगे। मिर्जा साहब ने आपको कुरान मजीद की तो आयात ही बताई हैं, तो हम उनको रसूल मानते हैं, नबी भी मानते हैं। अब आप कहते हैं जी कि, और मिर्जा साहब ने अपने आप को मसीह भी कहा है और मैदी भी कहा है, तो अब आपके साथ इख्तलाफ ये है, इसमें ज़िल्ली नबूवत बरूज़ी नबूवत की भी बात हो रही है। और सर आप एक तरफ ठहरे ना, पहले तो रसूल कर लेना, फिर उधर भी चले जाते हैं। रसूल तो मोहम्मद रसूलुल्लाह सल्लल्लाहु अलैहि वसल्लम ने भी आके आयात को ही तिलावत किया है, उन्हीं से जो है वो बयान किया है। लेकिन उन्होंने तो कहीं पे ये नहीं कहा ना कि मैं जो है वो हजरत मूसा का ज़िल बरूज़ हूँ। ये उन्होंने ये कहा कि मैं हजरत नहीं, मैं दूसरी तरफ नहीं गया, बात तो वही पे है हमारी कि हज़रत ईसा इब्ने मरियम, तो कुरान कहता है सूरह सफ़ की आयत नंबर 6, व रसूलन इला बनी इसराइल। आप कह रहे हैं नहीं, बनी आदम में आएगा। पहले आप इस बात की मुझे तय करके बता दें कि हज़रत ईसा जो हैं वो बनी इसराइल में आएंगे या बनी आदम में आएंगे। अच्छा, एक सेकंड, सूरत अल जुमा, सूरत जुमा, व आखिरीना मिनहुम लम्मा यल्हकु बिहिम व हुवल अजीजुल हकीम। यहाँ पर किसी रसूल की बात नहीं हो रही। अच्छा, मैं बताता हूँ। और उनमें से दूसरे लोगों के लिए भी उस रसूल को भेजा है जो अभी उनसे पहले लोगों से नहीं मिले, और वो वही गालिब लिखा है उस रसूल को भेजा है। यार क्यों तहरीफ क्यों करते हैं? नबी पाक सल्लल्लाहु अलैहि वसल्लम फरमा रहे हैं अपनी आखरीन मिनहुम लम्मा यल्हकु बिहिम। भाई ये हुजूर सल्लल्लाहु अलैहि वसल्लम ने इस आयत की तशरीह की है, तफसीर। क्या हो गया आपको? नबी पाक सल्लल्लाहु अलैहि वसल्लम की हदीस निकालने लगा हूं अब मैं। अच्छा, हदीस पे चले गए, मतलब कुरान में कुछ नहीं है। अच्छा, आप कुरान को मानते जो नहीं है, तो नबी पाक सल्लल्लाहु अलैहि वसल्लम ने जो इसकी तशरीह की है उसको तो मानेंगे कि नहीं? नहीं, हम हदीस पे चलेंगे। पहले ये बताएं कि कुरान में हजरत ईसा के आने की कोई खबर है? देखें, जो आप हजरत ईसा कह रहे हैं ना, वो तो वफात पा चुके हैं। जो हजरत ईसा हम कह रहे हैं वो वफात पा गए हैं, और जो आप कह रहे हैं हजरत ईसा वो। यार एक मिनट ठहरे, जब नबी पाक सल्लल्लाहु अलैहि वसल्लम ने व आखिरीना मिनहुम लम्मा यल्हकु बिहिम की तिलावत की, तो सहाबा ने पूछा, सूरत जुम्मा की आयत नंबर 2 है, अल्लाह ताला फरमाता है कि उसने उम्मियों, अरबियों में एक रसूल भेजा, उसके फौरन बाद उम्मियों तक करें। वह आखिरी ना मिनहुम लम्मा यल्हकु बिहिम आती है। इसका मतलब यह है कि मोहम्मद रसूलुल्लाह सल्लल्लाहु अलैहि वसल्लम की बैसत सिर्फ उस वक्त के अरबों के लिए नहीं थी, बल्कि उन तमाम लोगों के लिए भी है जो बाद में आने वाले थे, और जो अरब के अलावा दीगर अक़वाम
से तल्लक रखते हैं। आप इसकी तशरीह सुन लें ज़रा प्लीज़, आप नहीं बोल रहे, 1 मिनट दे दें मुझे। हज़रत अबू हुरैरा रज़ी अल्लाह ताला अन्हा बयान करते हैं, हम नबी करीम सल्लल्लाहु अलैहि वसल्लम की बारगाह में बैठे हुए थे कि आप सल्लल्लाहु अलैहि वसल्लम पर सूरह जुमा नाज़िल हुई। जब आप सल्लल्लाहु अलैहि वसल्लम ने ये आयत तिलावत की या फरमाई, वाखरीना मिनहुम लम्मा यल्हक़ु बिहिम, और उनमें से दूसरे लोगों के लिए भी अभी उनसे नहीं मिले, तो एक शख्स ने पूछा, या रसूल अल्लाह, ये कौन लोग हैं? नबी पाक सल्लल्लाहु अलैहि वसल्लम ने पहली और दूसरी बार कोई जवाब ना दिया, यहाँ तक कि उस शख्स ने 3 बार यही सवाल दोहराया। उस वक्त हमारे दरमियान हज़रत सलमान फ़ारसी रज़ी अल्लाह अन्हो भी बैठे हुए थे। रसूल अल्लाह सल्लल्लाहु अलैहि वसल्लम ने अपना दस्ते मुबारक हज़रत सलमान फ़ारसी पर रखा और फरमाया, अगर ईमान सरैया सितारों की बुलंदी पर भी चला जाए तो उन फ़ारसियों गैर अरबों में से कुछ लोग, यानी एक शख्स, उसे वहां से भी हासिल कर लेगा। ये सही मुस्लिम की 48-97 हदीस नंबर है। हजरत ईसा का जिक्र कहाँ पे है वो बताएं यार। चुप कर यार, बहुत जबरदस्त पॉइंट आपने पेश बहुत किए। जबरदस्त पॉइंट जी, बहुत जबरदस्त पॉइंट, लेकिन अभी तक हजरत ईसा के ये हुसैनी साहब जो है ना, ये असल में हुसैनी साहब अच्छे हैं, फिर भी ये नहीं अच्छे हैं ना, लेकिन यही तो नहीं मानते ना। हुसैनी साहब ही के लिए तो मैं नहीं साहब ही के लिए तो मैं नहीं साहब ही के लिए तो मैं करनी है। अच्छा, आप बजीद हैं कि मिर्जा साहब को झूठा साबित करेंगे, और हम कुरान में से नशे कती या नशे इशारा में हम इस बात को साबित करेंगे कि कुरान में जिक्र है कि हजरत ईसा जो है वो नाजिल होंगे। यार आप इसको हमें माफ नहीं कर सकते। अब आप जो बता रहे हैं कि हजरत ईसा नाज़िल होंगे, वो कहाँ पे लिखा हुआ है कुरान की? हजरत ईसा अलैहिस्सलाम वफात पा चुके हैं, आप हजरत ईसा की हजरत ईसा वफात पा गए हैं और हजरत ईसा ने वापस आना है। साहब इस बंदे से बात करना वेस्ट ऑफ टाइम है। मैं चलो ठीक है जी, छोड़ो, पर हमें टाइम ज़ाया करने बाकी लोगों से कर लें बात। हमने ये आजमा के, ये तीर हमारे आजमाए हुए हैं। हाँ जी, ये तीर हमारे आजमाए हुए हैं, बिल्कुल। साहब मतलब ये